बहुत बहुत स्वागत ਸਾਡੇ ਚੈਨਲ ਤੇ ਆਏ। ਧੰਨਵਾਦ ਬਾਈ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪੀਐਮਪੀ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਸਾਰੇ ਮੇਰੇ ਭਰਾਵਾਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ। ਧੰਨਵਾਦ ਬਹੁਤ। ਤੇ ਹੁਣ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਅੱਗੇ ਸਟਾਰਟ ਕਰਦੇ ਹਾਂ। ਤਾਂ ਹਰ ਵਾਰ ਦੀ ਤਰ੍ਹਾਂ ਅਸੀਂ ਜਿਹੜੀ ਗੱਲ ਆ ਪਵਿੱਤਰ ਜੀ ਨਾਲ ਸ਼ੁਰੂ ਤੋਂ ਹੀ ਸ਼ੁਰੂਆਤ ਕਰਨਾ ਚਾਹੁੰਦੇ ਆ ਵੀ ਤੁਸੀਂ ਕਿਸ ਤਰ੍ਹਾਂ ਇਸ ਨਸ਼ੇ ਦੀ ਲਾਈਨ ਦੇ ਵਿੱਚ ਆਏ। ਮੈਂ ਨਾ ਜੀ ਪਲੱਸ 2 'ਚ ਹੁੰਦਾ ਸੀਗਾ, ਆਪਣਾ ਕਨਵੈਂਟ ਸਕੂਲ 'ਚ ਪੜ੍ਹਿਆ ਮੈਂ ਮੁਕਤਸਰ ਸਾਹਿਬ। ਅਤੇ ਉੱਥੇ ਮੈਂ ਬਾਈ ਜੀ ਪਲੱਸ 2 ਦੇ ਹਾਫ ਈਅਰਲੀ ਐਗਜ਼ਾਮ ਹੋਏ ਸੀ, ਅਤੇ ਉੱਥੇ ਮੇਰੇ ਫਰੈਂਡ ਦਾ ਕੋਈ ਰਿਸ਼ਤੇਦਾਰ ਸੀਗਾ, ਉਹ ਸਾਨੂੰ ਲੈਣ ਆਉਂਦਾ ਹੁੰਦਾ ਸੀਗਾ ਛੁੱਟੀ ਤੋਂ ਬਾਅਦ, ਐਗਜ਼ਾਮ ਤੋਂ ਬਾਅਦ। ਅਤੇ ਉਹਨੇ ਆ ਕੇ ਕਿਤੇ ਛੁੱਟੀ ਤੋਂ ਬਾਅਦ ਲੈਣ ਆਇਆ, ਨੀਅਰ ਵੀ ਆਉਂਦਾ ਸੀ ਮੋਟਰਸਾਈਕਲ 'ਤੇ ਬੈਠਾ ਸਕੂਲ ਤੋਂ ਬਾਅਦ। ਅਤੇ ਮੇਰੀ ਬਚਪਨ ਤੋਂ ਇਹ ਆਦਤ ਸੀ ਵੀ ਮੈਂ ਕੋਈ ਵੀ ਚੀਜ਼ ਦੇਖਦਾ ਚੰਗੀ ਜਾਂ ਮਾੜੀ ਉਹਨੂੰ ਟਰਾਈ ਕਰਦਾ ਆਪਦੇ 'ਤੇ, ਲਾ ਲਓ ਕੋਈ ਸਟੰਟ ਲਾ ਲਓ, ਕਿਵੇਂ ਕਰਨ ਲਾ ਲਓ। ਅਤੇ ਮੈਂ ਜਦੋਂ ਟਰਾਈ, ਅਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਬਈ ਆਹ ਕੀ ਚੀਜ਼ ਹੈ? ਮੈਂ ਕਹਿੰਦਾ ਬੀਅਰ। ਮੈਂ ਕਿਹਾ ਮੈਨੂੰ ਵੀ ਤੂੰ ਦੇ। ਕਿਤੇ ਤਾਂ ਉਹਨੇ ਆਖਣਾ ਸੀ ਯਾਰ ਤੂੰ ਬੱਚਾ ਨਾ ਇਹ ਟਰਾਈ ਕਰ, ਮੈਨੂੰ ਕਹਿੰਦਾ ਨਾਲ ਲੱਗੀ ਜਾ। ਅਤੇ ਮੈਂ ਫੜੀ ਉੱਥੋਂ ਅਤੇ ਪੀਲੀ ਕੌੜੀ ਲੱਗੀ, ਪਰ ਮੈਂ ਪੀ ਗਿਆ ਅਤੇ ਮੈਨੂੰ ਸਰੂਰ ਜਿਹਾ ਦਿੱਤਾ ਉਹਨੇ। ਅਗਲੇ ਦਿਨ ਫਿਰ ਮੈਂ ਉਹੀ ਲੈਣ ਆਇਆ, ਪੇਪਰ ਹੋਇਆ ਸਾਡਾ, ਲੈਣ ਆਇਆ ਅਤੇ ਮੈਂ ਫਿਰ ਉਹਨੇ ਤੋਂ ਬੀਅਰ ਦੀ ਮੰਗੀ। ਉਹ ਸਿਗਰਟ ਵੀ ਪੀ ਰਿਹਾ ਸੀਗਾ ਨਾਲ। ਮੈਂ ਕਿਹਾ ਆ ਵੀ ਦੇ ਕੀ ਆ? ਕਹਿੰਦਾ ਸਿਗਰਟ ਆ ਪੀਣੀ ਆ। ਮੈਂ ਕਿਹਾ ਲਿਆ। ਉਹ ਸਿਗਰਟ ਵੀ ਪੀਣ ਲੱਗ ਗਿਆ ਫਿਰ ਬਈ ਨਾਲ, ਬੀਅਰ ਦੇ ਨਾਲ। ਉਹ ਇੱਦਾਂ ਇੱਦਾਂ ਚੱਲਦਾ। ਫਿਰ ਇੱਕ ਦਿਨ ਉਹ ਜਿਹੜਾ ਉਹ ਰਿਸ਼ਤੇਦਾਰ ਸੀ ਮੇਰੇ ਫਰੈਂਡ ਦਾ, ਉਹਨਾਂ ਦੇ ਰਾਤ ਲਾਉਣ ਦਾ ਸਾਨੂੰ ਹੋਇਆ ਨਾ ਵੀ ਉੱਥੇ ਰਾਤ ਰਹੇ ਅਸੀਂ। ਉਹ ਰਾਤ ਨੂੰ ਵਿਸਕੀ ਪੀ ਜਾਂਦਾ ਸੀਗਾ ਬੀਅਰ ਦੇ ਨਾਲ। ਅਤੇ ਉਹ ਕਹਿੰਦਾ ਪੀਣੀ ਆ ਤੂੰ? ਮੈਂ ਖਾਣਾ ਲਿਆ ਵੀ ਪੀ ਕੇ ਦੇਖਦੇ ਹਾਂ। ਅਤੇ ਮੈਂ ਉਹ ਨਾਲ ਬਹਿ ਕੇ ਪੈਗ ਲਾਉਣ ਲੱਗਿਆ, ਮੈਨੂੰ ਬਹੁਤ ਕੌੜੀ ਲੱਗੀ ਅਤੇ ਮੈਨੂੰ ਉਹ ਜਾਣੀ ਕਿ ਬੱਤ ਜਿਹੀ ਆ ਗਈ। ਅਤੇ ਮੈਂ ਕਿਹਾ ਇਹ ਤਾਂ ਕੌੜੀ ਆ। ਕਹਿੰਦਾ ਕੋਈ ਨਹੀਂ, ਸੁਬਾਹ ਚੱਲ ਤੈਨੂੰ ਮਿੱਠੀ ਚੀਜ਼ ਪਿਆਉਣਾ। ਅਤੇ ਮੈਂ ਕਿਹਾ ਚੱਲ, ਮੈਨੂੰ ਐਂ ਐਕਸਾਈਟਡ ਜਿਹਾ ਹੋਇਆ ਜਿਵੇਂ ਹੁੰਦਾ ਹੀ ਆਪਾਂ ਨੂੰ ਪਤਾ ਨਹੀਂ ਕੀ ਚੀਜ਼ ਹੋਊਗੀ ਵੀ ਦੂਸਰੇ ਦਿਨ ਸਾਨੂੰ ਕੋਈ ਨਵੀਂ ਚੀਜ਼। ਹਾਂ ਹਾਂਜੀ ਹਾਂਜੀ ਹਾਂਜੀ। ਅਤੇ ਮੈਂ ਸੁਬਾਹ ਉਹਨਾਂ ਨਾਲ ਗਿਆ, ਉੱਥੇ ਸਾਡੇ ਬੱਸ ਸਟੈਂਡ ਹੁੰਦਾ ਸੀ, ਉਹਦੇ ਸਾਹਮਣੇ ਬਹਿੰਦੇ ਹੁੰਦੇ ਸੀ ਸਾਰੇ ਭਰਾ। ਅਤੇ ਉੱਥੇ ਚਲੇ ਗਏ ਅਤੇ ਉਹ ਲਿਆਂਦੀ ਉਹਨਾਂ ਨੇ, ਅਤੇ ਸੀਸੀ ਸੀਗੀ ਉਹ ਮੇਰੀ ਹੁੰਦੀ ਖੰਘ ਵਾਲੀ। ਅਤੇ ਮੈਨੂੰ ਕਹਿੰਦੇ ਆ ਪੀ ਕੇ ਦੇ। ਮੈਂ ਜਦੋਂ ਇੱਕ ਘੁੱਟ ਭਰੀ ਅਤੇ ਬਾਈ ਜੀ ਪੀਂਦੇ ਸਾਰ ਤੋਂ ਚਾਹ ਪੀ ਜਾਂਦਾ ਸੀ, 2 ਘੁੱਟਾਂ ਭਰੀਆਂ ਸੀ ਅਤੇ ਮੈਨੂੰ ਐਂ ਨਹੀਂ ਪਤਾ ਲੱਗਿਆ ਮੇਰੇ ਹੱਥ ਤੋਂ ਗਲਾਸ ਕਦੋਂ ਛੁੱਟ ਗਿਆ। ਉਹਦਾ ਨਸ਼ਾ ਹੀ ਇੰਨਾ ਸੀਗਾ। ਅਤੇ ਜ਼ਰੂਰ ਹੋਇਆ ਮੈਨੂੰ, ਰਾਤ ਤੱਕ ਰਿਹਾ ਨਸ਼ਾ ਨਾ। ਸੁਬਾਹ ਫਿਰ ਮੈਂ ਕਿਹਾ ਬਾਈ ਅੱਜ ਫਿਰ ਮੈਨੂੰ ਅੱਜ ਫਿਰ ਲਵਾਓ, ਸ਼ੀਸ਼ੀ ਲਵਾਓ। ਤੋੜ ਲੱਗੀ। ਹਾਂ ਤੋੜ ਨਹੀਂ, ਮਤਲਬ ਕਹਿ ਲਓ ਵੀ ਸਵਾਦ ਜਿਹਾ ਪੈ ਗਿਆ ਵੀ ਸਵਾਦ ਆਊਗਾ ਮੈਨੂੰ ਫਿਰ। ਅਤੇ ਮੈਂ ਫਿਰ ਬਾਈ ਉਸ ਚੀਜ਼ 'ਤੇ ਮੈਨੂੰ ਫਿਰ ਪਈ ਇੱਕ ਘੁੱਟ ਭਰੀ ਅਤੇ ਥੋੜ੍ਹੇ ਦੇਰ ਬਾਅਦ ਮੈਂ ਕਿਹਾ ਬਈ ਸਵਾਦ ਜਿਹਾ ਨਹੀਂ ਆਉਂਦਾ, ਇੱਕ ਹੋਰ ਭਰ ਲਾ। ਉਹ ਬਈ ਇੱਕ ਘੁੱਟ ਤੋਂ 2 ਘੁੱਟ ਹੁੰਦੇ ਹੁੰਦੇ ਮੈਂ ਕਦੋਂ, ਮੈਨੂੰ ਪਤਾ ਨਹੀਂ ਲੱਗਿਆ ਕਦੋਂ ਪੂਰੀ ਸ਼ੀਸ਼ੀ ਪੀਣ ਲੱਗ ਗਿਆ। ਫਿਰ ਉਹ ਸ਼ੀਸ਼ੀ ਇਕੱਲੀ ਸਵਾਦ ਨਹੀਂ ਦਿੰਦੀ ਸੀ, ਉਹ ਕਹਿੰਦਾ ਨਾਲ ਨਾ ਗੋਲੀਆਂ ਹੋ ਜਾਂਦੀਆਂ ਸ਼ੀਸ਼ੀ ਨਾਲ ਖਾਣੀ। ਮੈਨੂੰ ਕਹਿੰਦਾ ਆ ਖਾ ਲਾ। ਫਿਰ ਬਈ ਕਿੱਥੇ ਸ਼ੀਸ਼ੀ ਤੋਂ ਜੱਗਾਂ ਦੇ ਪਹੁੰਚ ਗਿਆ ਕੰਮ। ਹੌਲੀ ਹੌਲੀ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਇਹ ਚੀਜ਼ ਦਾ ਵੀ ਉਹ ਪਹਿਲੀ ਜਦੋਂ ਆਪਾਂ ਨਸ਼ਾ ਕਰਦੇ ਨਾ, ਪਹਿਲੇ ਇੱਕ ਦਿਨ ਦਾ ਜਿਹੜਾ ਸਵਾਦ ਹੁੰਦਾ ਉਹ ਬੰਦਾ ਲੱਭਦਾ ਲੱਭਦਾ ਰੋਜ਼ ਵੀ ਮੈਨੂੰ ਇਹੀ ਸਵਾਦ ਰੋਜ਼ ਮਿਲੇ, ਉਹ ਆਪਣੀ ਡੋਜ਼ ਵਧਾਈ ਜਾਂਦਾ ਬਈ ਇਹ ਚੀਜ਼। ਉਹ ਮੈਂ ਆਪ ਕੀਤੀ। ਮੇਰੇ ਖਿਆਲ 'ਚ ਤੁਹਾਡੀ ਉਸ ਵੇਲੇ ਉਮਰ ਕੀ ਹੋਊਗੀ? ਮੇਰੀ ਉਮਰ ਬਾਈ ਜੀ ਹੋਊਗੀ ਉਦੋਂ 17-18 ਸਾਲ ਸੀਗੀ। ਹਾਂਜੀ ਇੰਨੀ ਸੀਗੀ। ਤਾਂ ਮੇਨ ਆਪਾਂ ਨੂੰ ਕਈ ਘਰ ਦੇ ਮਾਂ ਬਾਪ ਨੂੰ ਲੱਗਦਾ ਵੀ ਸ਼ਾਇਦ ਸਾਡੇ ਬੱਚੇ ਕਾਲਜ ਜਾ ਕੇ ਨਸ਼ਿਆਂ 'ਚ ਪੈਂਦੇ ਆ। ਹਾਂਜੀ। ਪਰ ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ ਨਸ਼ੇ ਦਾ ਇੰਨਾ ਦੌਰ ਚੱਲ ਚੁੱਕਿਆ ਵੀ ਸਕੂਲਾਂ ਤੋਂ ਸਾਡੇ ਬੱਚੇ ਮਤਲਬ ਕਿ ਨਸ਼ੇ ਦੇ ਵਿੱਚ ਪੈਣਾ ਸਟਾਰਟ ਹੋ ਚੁੱਕੇ ਨੇ। ਅਤੇ ਅੱਗੇ ਮਤਲਬ ਕਿ ਤੁਸੀਂ ਤੁਹਾਡੇ ਨਾਲ ਕੀ ਕੀ ਘਟਨਾਵਾਂ ਬੀਤੀਆਂ? ਘਟਨਾਵਾਂ ਇਹ ਸੀ ਬਾਈ ਜੀ, ਮੈਂ ਹੁੰਦਾ ਪਲੱਸ 2 ਸੀਗਾ ਉਦੋਂ, ਤੁਹਾਨੂੰ ਦੱਸਿਆ ਫਿਰ ਇੱਦਾਂ ਨਸ਼ਾ ਕਰਦਾ ਕਰਦਾ ਮਹੀਨੇ 2 ਮਹੀਨੇ ਬਾਅਦ ਮੈਂ ਸਾਡੇ ਗਵਰਨਮੈਂਟ ਕਾਲਜ ਹੁੰਦਾ ਸੀਗਾ ਅਤੇ ਮੈਂ ਉਸ 'ਚ ਜਾ ਕੇ ਕਾਲਜ 'ਚ ਜਾ ਕੇ ਬਹਿਣ ਲੱਗ ਗਿਆ। ਸਕੂਲ ਸਟੂਡੈਂਟ ਕਾਲਜ ਲਾਈਫ 'ਚ ਜਾ ਕੇ ਬਹਿਣ ਲੱਗ ਗਏ ਕਿ ਉਹਨਾਂ 'ਚ ਵਿਚਰਨ ਲੱਗ ਗਿਆ। ਅਤੇ ਉੱਥੇ ਕੀ ਹੁੰਦਾ ਸਾਡੇ ਪ੍ਰਧਾਨੀਆਂ ਦਾ ਇੰਨਾ ਕੁ ਰੌਲਾ ਹੁੰਦਾ ਸੀ। ਪ੍ਰਧਾਨਗੀ ਸਾਡੇ ਵੋਟਾਂ 'ਤੇ ਨਹੀਂ ਹੁੰਦੀ ਸੀ ਕਾਲਜ ਵਿੱਚ। ਉੱਥੇ ਕਿਸੇ ਦਾ ਸਿਰ ਪਾੜ ਕੇ ਜਾਂ ਇੱਕ ਦੂਜੀ ਤੇ ਦੂਜੀ ਨੂੰ ਭਜਾ ਦਿੰਦੀ ਸੀਗੀ ਬਦਮਾਸ਼ੀ ਦੇ ਨਾਲ। ਹਾਂਜੀ ਜੁੜਨ ਲੱਗ ਗਿਆ ਮੈਂ ਉੱਥੇ। ਮੈਨੂੰ ਉਹ ਚੀਜ਼ ਦਾ ਕਰੇਜ਼ ਹੋ ਗਿਆ, ਮੇਰਾ ਵੀ ਨਾਮ ਬਣੇ ਉਸੇ ਟਾਈਮ। ਇੱਕ ਨਵਾਂ ਖੂਨ ਸੀ, ਮਤਲਬ ਕਿ ਉਬਾਲੇ ਖਾਂਦਾ ਸੀ ਅਸੀਂ ਵੀ ਕੁਛ ਕਰੀਏ। ਹਾਂਜੀ ਬਾਈ ਹਨਾ, ਮਤਲਬ ਕਿ ਭਾਵੇਂ ਮੁੱਦੇ ਨਹੀਂ ਸਹੀ ਸੀ ਪਰ ਇੱਕ ਨਵਾਂ ਖੂਨ ਹੁੰਦਾ, ਉਹਨੂੰ ਕੁਛ ਕਰਨ ਦੀ ਚਾਹ ਹੁੰਦੀ ਹੈ। ਉਹੀ ਮੇਰੇ ਖਿਆਲ ਦੇ ਵਿੱਚ ਇੱਕ ਮੌਕਾ ਹੁੰਦਾ ਜਦੋਂ ਕਿਸੇ ਬੱਚੇ ਨੂੰ ਆਪਾਂ ਇੱਕ ਸੇਧ ਦੇ ਸਕਦੇ ਹਾਂ। ਉਸ ਟਾਈਮ ਜੇ ਤੁਹਾਡਾ ਮਤਲਬ ਕਿ ਮਾਂ-ਬਾਪ ਜਾਂ ਕੋਈ ਚੰਗਾ ਬੰਦਾ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਗਲਤ ਸੰਗਤ ਦੇ ਵਿੱਚ ਫਸ ਜਾਂਦੇ। ਫਸਦੇ ਬਾਈ ਜੀ। ਹਾਂਜੀ ਉਮਰ ਇਹ ਹੁੰਦੀ ਹੈ। ਹਾਂਜੀ। ਤਾਂ ਇਹ ਨਸ਼ੇ ਬਾਰੇ ਤੁਹਾਡੇ ਮਤਲਬ ਕਿ ਘਰ ਦੇ ਵਿੱਚ ਕਦੋਂ ਪਤਾ ਲੱਗਿਆ? ਨਸ਼ੇ ਬਾਰੇ ਦੇਖੋ ਬਾਈ ਜੀ, ਵੀ ਲਾ ਲਓ 7-8 ਮਹੀਨੇ ਹੋ ਚੱਲੇ ਸੀ ਮੈਂ ਇਸ ਲਾਈਫ 'ਚ। ਅਤੇ ਜਦੋਂ ਮੇਰੇ ਨਾ ਪਲੱਸ 2 ਦੇ ਪੇਪਰ ਹੋਣੇ ਸੀ, ਰੋਲ ਨੰਬਰ ਨਾ ਦਿੱਤਾ ਮੈਂ, ਕਿਉਂਕਿ ਮੈਂ ਜਾਣ ਹੀ ਹਟ ਗਿਆ ਸੀਗਾ ਹਾਫ ਈਅਰਲੀ ਤੋਂ ਬਾਅਦ ਇੱਧਰ ਪਾਸੇ ਹੋ ਗਿਆ।
ਤੇ ਪਾਪਾ ਨੇ ਕੁਦਰਤੀ ਫੋਨ ਮੈਨੂੰ ਕਹਿੰਦਾ ਵੀ ਤੂੰ ਕਾਲਜ ਸਕੂਲ ਕਿਉਂ ਨਹੀਂ ਗਿਆ। ਮੈਂ ਕਿਹਾ ਫ੍ਰੀ ਕਰਦਾ ਪੇਪਰ, ਕਹਿੰਦੇ ਰੋਲ ਨੰਬਰ ਕਿੱਥੇ ਹੈ। ਮੈਂ ਕਿਹਾ ਰੋਲ ਨੰਬਰ ਹੈ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਦੂਜੇ ਸਟੂਡੈਂਟ ਦਾ ਰੋਲ ਨੰਬਰ ਮਿਲ ਗਿਆ, ਮੇਰੇ ਬੇਟੇ ਨੂੰ ਕਿਉਂ ਨਹੀਂ ਮਿਲਿਆ। ਉਹਨਾਂ ਨੇ ਸਕੂਲ 'ਚ ਫੋਨ ਲਾਇਆ, ਉਹ ਕਹਿੰਦੇ ਕੋਈ ਕੌਣ ਪੇਪਰ ਦਿੱਤਾ ਜਾਵੇ, ਕਿਉਂਕਿ ਮੈਨੂੰ 6 ਮਹੀਨੇ ਹੋ ਗਏ ਗਿਆ ਨਹੀਂ ਸੀ, ਨਾ ਮੈਂ ਲੈਕਚਰ ਅਟੈਂਡ ਕੀਤਾ ਸੀ ਦੋਨੋਂ ਸਕੂਲ ਦਾ ਕੋਈ ਕਮਰਸ ਰੱਖੀ ਸੀ ਬੜੀ ਮੇਰੀ। ਤੇ ਉਹ ਕਹਿੰਦੇ ਵੀ ਕੌਣ ਪੇਪਰ ਦਿੱਤਾ ਜਾਂਦੇ ਨਹੀਂ। ਡੈਡੀ ਨੂੰ ਅੱਗ ਲੱਗੀ, ਕਹਿੰਦੇ ਵੀ ਮੈਨੂੰ ਪਹਿਲਾਂ ਪਿਆਰ ਨਾਲ ਪੁੱਛ ਤੂੰ ਗਿਆ ਸੀ। ਮੈਂ ਕਿਹਾ ਹਾਂਜੀ ਮੈਂ ਜਾਂਦਾ ਰਿਹਾ, ਝੂਠ ਬੋਲਦੇ ਸਕੂਲ ਵਾਲੇ ਤਾਂ। ਤੇ ਜਦੋਂ ਮੇਰੇ ਨਾਲ ਜਦੋਂ ਸਕੂਲ ਗਏ ਤਾਂ ਕਹਿੰਦੇ ਚਲੋ ਸਕੂਲ ਜਾਂਦੇ। ਉੱਥੇ ਕੀ ਹੋਇਆ, ਕਹਿੰਦੇ ਜੀ ਫੀਸ ਨਹੀਂ ਭਰੀ ਪਹਿਲਾਂ ਤਾਂ। ਉਹ ਕਹਿੰਦੇ 7 ਤੋਂ ਲੈ ਕੇ ਪੂਰੀ 6 ਮਹੀਨੇ ਦੀ ਫੀਸ। ਤੇ ਮੇਰੇ ਉਹਨਾਂ ਨੇ ਮੈਂ ਤੁਹਾਨੂੰ ਆਖਾਂ ਪ੍ਰਿੰਸੀਪਲ ਦੇ ਸਾਹਮਣੇ ਮੇਰੇ ਥੱਪੜ ਵੀ ਹੋਏ ਡੈਡੀ ਨੇ। ਪਹਿਲੀ ਵਾਰੀ ਹੋਇਆ ਸੀ ਜ਼ਿੰਦਗੀ 'ਚ ਜਦੋਂ ਦਾ ਮੈਂ ਜਾਣੀ ਕਿ ਮੇਰਾ ਬਰਥ ਹੋਇਆ ਵੀ ਡੈਡੀ ਨੇ ਕਦੇ ਮੇਰੇ ਤੇ ਹੱਥ ਚੱਕਿਆ ਸੀ। ਉਹ ਪਹਿਲੇ ਟਾਈਮ ਸੀਗਾ ਮੇਰੇ ਥੱਪੜ ਲੱਗਿਆ। ਤੇ ਬਟ ਉੱਥੇ ਮੈਂ ਚਾਹੁੰਦਾ ਤਾਂ ਮੇਰੀ ਉਮਰ ਐਡੀ ਸੀ ਵੀ ਉਹ ਚੀਜ਼ ਨੂੰ ਮੈਂ ਪੋਜ਼ਿਟਿਵ ਲੈਂਦਾ, ਮੈਂ ਸੁਧਰ ਜਾ। ਪਰ ਮੈਂ ਖਿੱਚ ਕੇ ਉੱਦਾਂ ਹੀ ਪਾਪਾ ਨਾਲ ਨਾ ਲੜ ਕੇ ਤੇ ਮੇਰੇ ਕੁਝ ਫਰੈਂਡ ਸੀ ਮੋਕੇ, ਮੈਂ ਉੱਧਰ ਬੱਸ ਚੜ੍ਹ ਗਿਆ, ਉੱਧਰ ਚਲਾ ਗਿਆ। ਮਤਲਬ ਕਿ ਉਸੇ ਟਾਈਮ ਤੁਸੀਂ ਘਰੇ ਨਹੀਂ ਗਏ ਸੀ, ਮਤਲਬ ਕਿ ਉੱਥੇ ਚੱਲ ਗਏ ਤੇ ਮੈਂ 2-3 ਮਹੀਨੇ ਵੀ ਨਹੀਂ ਕਰਦਾ ਜੀ। ਤਾਂ ਮੈਂ ਇੱਥੇ ਇਹ ਵੀ ਪੁੱਛਣਾ ਚਾਹੂੰਗਾ ਕਿ ਤੁਸੀਂ ਪੜ੍ਹਾਈ ਦੇ ਵਿੱਚ ਕਿਵੇਂ ਸੀ, ਮਤਲਬ ਕਿ ਤੁਹਾਡੀ 10ਵੀਂ ਦੇ ਵਿੱਚ ਕੀ ਪਰਸੈਂਟੇਜ ਸੀ? ਮੇਰੀ ਪੜ੍ਹਾਈ ਮੇਰੀ ਵੀ ਆਪਾਂ ਕਹਿ ਲਈਏ ਫਸਟ ਆਉਂਦਾ ਹੁੰਦਾ ਸੀ ਜੀ ਮੈਂ ਹਰੇਕ ਕਲਾਸ ਤੋਂ। ਹਾਂਜੀ 84% ਸੀ ਮੇਰੇ ਟੈਂਥ ਤੋਂ। ਹਾਂਜੀ ਹਾਂਜੀ। ਤੇ +1 ਮੇਰੀ ਕਮਰਸ ਸੀ, 78 ਆਈ ਥਿੰਕ 79 ਸੀ ਮੇਰੇ ਕਮਰਸ ਤੋਂ +1। ਤੇ ਹਾਫ ਈਅਰਲੀ 'ਚ ਵੀ ਜਦੋਂ ਮੈਂ ਯਾਨੀ ਕਿ ਇਸ ਦਲ ਜਾਂਦਾ ਜਦੋਂ ਪੇਪਰ ਹੋ ਰਹੇ ਸੀ ਮੇਰੇ, ਜਦੋਂ ਮੈਂ ਬੀਐਡ ਟਰਾਈ ਕੀਤੀ ਹੈ ਉਦੋਂ ਵੀ ਮੇਰੇ 74-75 ਸੀਗੇ ਬਈ ਮੇਰੇ। ਮਤਲਬ ਕਿ ਪੜ੍ਹਾਈ ਦੇ ਵਿੱਚ ਵੀ ਤੁਸੀਂ ਕਾਫੀ ਹੁਸ਼ਿਆਰ ਸੀ? ਪੜ੍ਹਾਈ ਦੇ ਵਿੱਚ ਵੀ ਬਾਈ ਤੇ ਬੈਸਟ ਐਥਲੀਟ ਹੁੰਦਾ ਸੀ ਮੈਂ। ਜਿਹੜੇ ਸਕੂਲ 'ਚ ਮੈਂ 3-4 ਸਕੂਲ ਬਦਲੇ ਸੀ, ਉਹਨਾਂ 'ਚ ਜਿਹੜੇ ਸਕੂਲ 'ਚ ਜਾਂਦਾ ਸੀ ਬੈਸਟ ਐਥਲੀਟ ਮੈਂ ਹੀ ਹੁੰਦਾ ਸੀ ਹਰੇਕ ਗੇਮ 'ਚ ਅੱਗੇ ਬਾਈ। ਤੇ ਮੇਰੀ 100 ਮੀਟਰ ਮੇਰੀ ਬਹੁਤ ਜ਼ਿਆਦਾ ਸੀ, ਬਹੁਤ ਭਾਜ ਯਾਨੀ ਕਿ ਰੇਸ ਬਹੁਤ ਜ਼ਿਆਦਾ ਸੀ ਮੇਰੀ। ਫਿਰ ਭੰਗੜੇ ਕਰਿਕੂਲਮ ਐਕਟੀਵਿਟੀਜ਼ ਹੁੰਦੀਆਂ ਜਿਹੜੀਆਂ ਆਪਣੇ ਕਰਾਉਂਦੇ, ਉਸ ਸਾਰਿਆਂ 'ਚ ਆਵਾਜ਼ ਭੰਗੜੇ ਦਾ ਕੈਪਟਨ ਬਾਈ। ਵੀ ਮੈਨੂੰ ਲੱਗਦਾ ਵੀ ਕੋਈ ਮੈਂ ਚਲੋ ਮੈਂ ਤਾਂ ਨਹੀਂ ਕਹਿੰਦਾਗਾ ਵੀ ਹੁੰਦਾ ਵੀ ਕੋਈ ਇਹ ਜਿਹਾ ਇਨਸਾਨ ਵੀ 'ਚ ਇੰਨੇ ਗੁਣ ਹੁੰਦੇ ਆ ਵੀ ਮੈਨੂੰ ਪਰਮਾਤਮਾ ਦੀ ਵੀ ਇੰਨੀ ਕੁ ਦੇਣ ਸੀ, ਟੈਲੈਂਟ ਬਹੁਤ ਸੀ ਮੇਰੇ 'ਚ। ਪਰ ਉੱਥੇ ਕੋਈ ਗਾਈਡ ਕਰਨ ਵਾਲਾ ਚੰਗਾ ਕੋਈ ਟੀਚਰ ਲਾ ਲਓ, ਕਿਉਂਕਿ ਪ੍ਰਾਈਵੇਟ ਸਕੂਲਾਂ ਟੀਚਰ ਹੁੰਦੇ ਨਾ ਬਾਈ, ਚਲੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਉਹ ਸਿਰਫ ਆਹ ਚੀਜ਼ ਵਾਸਤੇ ਹੁੰਦੇ ਆ ਵੀ ਪੈਸੇ ਵਾਸਤੇ, ਵੀ ਉਹ ਇਕੱਲਾ ਪੜ੍ਹਾਉਂਦੇ ਆ ਬਸ, ਕੋਈ ਨਾਲ ਕੋਈ ਚੰਗੀ ਸਿੱਖਿਆ ਨਹੀਂ ਦਿੰਦੇ। ਆਪਾਂ ਕਹਿ ਰਹੀਏ ਵੀ ਸੇਧ ਨਹੀਂ ਦਿੰਦੇ, ਕੋਈ ਦੁਨਿਆਵੀ ਸਿੱਖਿਆ ਨਹੀਂ, ਬਸ ਕਿਤਾਬੀ ਦਿੰਦੇ ਆ ਬਸ। ਕਿਤਾਬਾਂ ਵਾਲੀ ਸਿੱਖਿਆ ਹਾਂਜੀ ਹਾਂਜੀ, ਕੋਈ ਪ੍ਰੈਕਟੀਕਲੀ ਕੋਈ ਚੀਜ਼ ਉਹ ਨਹੀਂ ਕਰ ਪਾਉਂਦੇ। ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਮਤਲਬ ਕਿ ਚਲੇ ਗਏ ਆਪਣੇ ਦੋਸਤਾਂ ਕੋਲ, ਮੋਗੇ ਚਲੇ ਗਏ? ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਮਤਲਬ ਕਿ ਤੁਸੀਂ ਘਰੇ ਕਿੰਨਾ ਟਾਈਮ ਬਾਅਦ ਲੌਟੇ? ਮੈਨੂੰ ਜੀ 2-2.5 ਮਹੀਨੇ ਬਾਅਦ ਲੌਟਿਆ ਮੈਂ ਘਰੇ। ਉਦੋਂ ਘਰਦਿਆਂ ਨੂੰ ਪਤਾ ਲੱਗਿਆ ਕਿਉਂਕਿ ਫੋਨ ਕਰਦੇ ਸੀਗੇ ਤੇ ਮੈਂ ਘਰੇ ਬਸ ਕਿਉਂਕਿ ਆਵਾਜ਼ ਤੋਂ ਤਲਾਉਂਦੀ ਸੀਗੀ ਉਹ ਸ਼ੀਸ਼ੀਆਂ ਨਾਲ ਤੇ ਨਾਲ ਗੋਲੀਆਂ ਖਾਂਦੇ ਉਹਨਾਂ ਕੰਬਾਂ ਲੱਗੇ ਤੋਤਲਾਪਣ ਆ ਜਾਂਦਾ ਸੀਗਾ ਦੁਕਾਨ ਤੇ। ਉੱਥੇ ਜਾ ਕੇ ਤੁਸੀਂ ਫੁੱਲ ਨਸ਼ਾ ਕਰਨ ਲੱਗੇ? ਫੁੱਲ ਕਰਨ ਲੱਗ ਗਿਆ ਬਾਈ ਜੀ ਮੈਂ, ਨਾ ਦਿਨ ਨਾ ਰਾਤ। ਕਿ ਸੰਗਤ ਵੀ ਇਹੋ ਜਿਹੀ ਸੀਗੀ ਲਾ ਲਓ ਤੇ ਸਾਰੇ ਹਨਾ। ਤੇ ਉਹਦੇ ਕਰਕੇ ਫੋਨ ਤੇ ਜਦੋਂ ਫੋਨ ਕਰਦੇ ਸੀਗੇ ਡੈਡੀ ਜਾਂ ਪਾਪਾ ਮੇਰੇ ਜਾਂ ਮੇਰੇ ਛੋਟੇ ਬ੍ਰਦਰ ਸੀ ਚਾਚੇ ਦੇ ਬੇਟੇ, ਉਹ ਕਹਿੰਦੇ ਬਾਈ ਘਰੇ ਆ ਜਾ, ਦਿਲ ਨਹੀਂ ਲੱਗਦਾ ਸਾਡਾ। ਤੇ ਮੈਂ ਕਹਿੰਦਾ ਸੀਗਾ ਡੈਡੀ ਨੇ ਥੱਪੜ ਕਿਵੇਂ ਮਾਰਿਆ, ਪਹਿਲਾਂ ਸੌਰੀ ਮੰਗੀ ਮੈਂ। ਅੱਛਾ, ਹਾਲਾਤ ਇਹ ਹੋ ਗਏ ਸੀ ਮੈਂ ਆਪਣੀ ਗਲਤੀ ਮੇਰੀ ਤੇ ਸੌਰੀ ਮੈਂ ਆਪਣੇ ਡੈਡੀ ਤੋਂ ਮੰਗਾਉਣਾ ਚਾਹੁੰਦਾ ਸੀ। ਇਹ ਚੀਜ਼ ਹੋਈ ਬਈ, ਐਂ ਪਤਾ ਲੱਗਿਆ ਮੇਰੇ ਘਰੇ ਫੋਨ ਤੇ ਜਦੋਂ ਮੈਂ ਗੱਲ ਕਰਦਾ ਸੀ। ਹਾਂਜੀ। ਤੇ ਉਸ ਤੋਂ ਬਾਅਦ ਮਤਲਬ ਕਿ ਜਦੋਂ 2.5 ਮਹੀਨੇ ਬਾਅਦ ਤੁਹਾਡਾ ਕਿਵੇਂ ਦਿਲ ਕੀਤਾ ਕਿ ਹੁਣ ਘਰੇ ਮੁੜ ਜਾਣਾ ਚਾਹੀਦਾ? 2.5 ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਕਿੱਥੇ ਹੈ। ਉਹ ਰਿਸ਼ਤੇਦਾਰੀ 'ਚ ਅਪਰੋਚ ਕੀਤੀ ਕਿਉਂਕਿ ਸਾਡੇ ਪਿੰਡੋਂ ਰਿਸ਼ਤੇਦਾਰੀ ਸੀ ਉੱਥੇ ਸਰਦਿਆਂ ਨੇ ਵੀ ਇਹਨੂੰ ਇੱਥੋਂ ਵੀ ਭੇਜੋ ਤੁਸੀਂ। ਫਿਰ ਜਦੋਂ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਕਾਕਾ ਘਰੇ ਜਾ ਤੂੰ, ਫਿਰ ਮੈਨੂੰ ਆਉਣਾ ਪੈ ਗਿਆ ਘਰੇ। ਬਟ ਉਦੋਂ ਨੂੰ ਮੈਂ ਇੰਨਾ ਹੋ ਚੁੱਕਿਆ ਸੀਗਾ ਵੀ ਸਿੱਧਾ ਹੀ ਹੋ ਗਿਆ ਸੀ ਘਰ ਦੇ ਵਿੱਚ ਹਿਸਾਬ ਦਾ, ਪਤਾ ਚੱਲ ਹੀ ਗਿਆ ਸੀ। ਫਿਰ ਵੀ ਮੈਂ ਘਰੇ ਨਹੀਂ ਟਿਕਦਾ ਹੁੰਦਾ ਸੀ, ਸੁਬਾਹ ਸਵੇਰੇ ਜਾਣਾ ਫਿਰ ਰਾਤ ਨੂੰ ਆਉਣਾ, ਕਈ ਵਾਰੀ ਆਉਣਾ ਇਹਨਾਂ ਨੂੰ 2-3 ਦਿਨ ਮੁਕਤਸਰ ਰਹਿ ਪੈਂਦਾ। ਤੇ ਉੱਥੇ ਮਤਲਬ ਕਿ ਜਿਹੜਾ ਨਸ਼ੇ ਦੇ ਲਈ ਪੈਸਿਆਂ ਦਾ ਪ੍ਰਬੰਧ ਕਿਵੇਂ ਕਰਦੇ? ਪੈਸਿਆਂ ਦਾ ਤੁਹਾਨੂੰ ਦੱਸਦਾ ਬਈ, ਇਹ ਤਾਂ ਨਾ ਇੱਕ ਛੋਟੀ ਜਿਹੀ ਗੱਲ ਮੈਂ ਦੱਸਣੀ ਭੁੱਲ ਗਿਆ। ਮੈਂ ਛੋਟੇ ਹੁੰਦੇ ਤੋਂ ਲੈ ਕੇ ਫਸਟ ਤੋਂ ਲੈ ਕੇ +2 ਤੱਕ ਮੈਂ ਨਾ ਦੇ ਥੀਏਟਰ ਕੀਤਾ, ਮੈਂ ਐਕਟਿੰਗ ਵੀ ਕੀਤੀ ਹੈ। ਉਹ ਚੀਜ਼ ਦਾ ਮੇਰੇ ਦਿਮਾਗ 'ਚ ਜਿਹੜਾ ਖੁਰਾਫਾਤੀ ਆਈਡੀਆ ਆਇਆ ਵੀ ਮੈਂ ਆਪਦੇ ਆਪ 'ਚ ਕਹਿਣ ਲੱਗ ਰਿਹਾ ਸੀ ਮੇਰੇ 'ਚ ਬਾਬਾ ਆਉਂਦਾ, ਮੈਂ ਐਕਟਿੰਗ ਕਰਦਾ ਸੀ ਬਾਬਾ ਆਉਂਦਾ ਪੁੱਛਾਂ ਦਿੰਦਾ। ਤੇ ਜਿੱਦੇ ਮੈਨੂੰ ਐਂ ਲੱਗਦੇ ਪੈਸੇ ਮੁੱਕਣ ਜੇ ਲੱਗੇ ਉਹਦੇ ਰਾਤ ਨੂੰ ਮੇਰੇ 'ਚ ਬਾਬਾ ਆ ਜਾਂਦਾ ਸੀ। ਰਾਤ ਨੂੰ ਬਸ ਪੂਰਾ ਐਂ ਤੰਗ ਕਰਨਾ ਘਰਦਿਆਂ ਨੂੰ, ਮੈਨੂੰ ਮੈਂ ਮਾਰ ਦੂੰ, ਮੈਂ ਨਾਲ ਲੈ ਜੂ ਆਪਦੇ ਮੁਸਲਮਾਨ ਆ ਗਏ ਮੇਰੇ, ਇਹ ਮੇਰਾ ਪੁਰਾਣੇ ਜਨਮ ਦਾ ਭਰਾ ਲਾ ਲਓ। ਤੇ ਤੜਕੇ ਨੂੰ ਫਿਰ ਮੈਂ ਹੱਥ ਕਰ ਦਿੰਦਾ 20,000 ਡੈਡੀ ਨੂੰ ਕਹਿੰਦਾ ਇੱਥੇ ਰੱਖ ਲਿਆ
ਰੱਖੋ ਨਹੀਂ ਬੋਲਦੇ ਰੱਖ, ਹਾਂ ਕਿਉਂਕਿ ਨਸ਼ੇ 'ਚ ਇੰਨਾ ਖਿੱਚ ਕੇ ਬੋਲਦਾ ਸੀਗਾ ਹੂੰ ਤੇ ਵੀ 20,000 ਇੱਥੇ ਰੱਖ ਕਦੇ ਕਿਤੋਂ ਲਿਆਉਂਦੇ ਜੀ। ਅੱਛਾ ਅੱਛਾ ਤੇ ਉਹ ਡੈਡੀ ਮੇਰੇ ਲਾ ਲਓ ਵੀ ਡਰਦੇ ਲਾ ਲਓ ਕਿ ਇੱਕ ਲਾਡਲਾ ਵਾਲਾ ਸੀ ਸ਼ੁਰੂ ਤੋਂ, ਕਿਉਂਕਿ 5 ਭੈਣਾਂ ਸੀਗੀਆਂ ਚਾਚੇ ਤਾਏ ਨੇ, ਮੇਰੀ ਰੀਅਲ ਸਿਸਟਰ ਸੀ, 3 ਮੇਰੇ ਚਾਚਾ ਜੀ, ਇੱਕ ਮੇਰੇ ਦੂਜੇ ਚਾਚਾ ਜੀ ਦੀ ਬੇਟੀ, ਕੋਈ ਪਹਿਲਾਂ ਬੇਟਾ ਨਹੀਂ ਸੀ, ਉਹਦੇ ਕਰਕੇ ਮੈਨੂੰ ਇੰਨਾ ਲਾਡਲਾ ਰੱਖਿਆ ਸੀਗਾ। ਉਹਨਾਂ ਨੇ ਐਸੇ ਕੁਝ ਕਰਨ ਨਾ ਲਵੇ ਤੇ ਉਹ ਪੈਸੇ ਮੇਰੇ ਹੱਥ ਤੇ 20,000 ਐਂ ਲੈ ਆਉਂਦਾ ਸੀ ਤੇ ਮੈਂ 2-3 ਦਿਨਾਂ 'ਚ ਕਟਾ ਦਿੰਦਾ ਸੀ। ਹਾਂ ਪੂਰਾ ਤੁਸੀਂ ਖਤਮ ਕਰਕੇ ਤੇ ਫਿਰ ਉਹਦੇ ਬਾਬਾ ਫਿਰ ਆ ਜਾਂਦਾ ਸੀ। ਉਸ ਤੋਂ ਬਾਅਦ ਮਤਲਬ ਕਿ ਤੁਹਾਡੇ ਪਾਪਾ ਨੇ ਜਾਂ ਪਰਿਵਾਰ ਨੇ ਤੁਹਾਨੂੰ ਅੱਗੇ ਪੜ੍ਹਨ ਲਈ ਮਤਲਬ ਕਿ ਫੋਰਸ ਕੀਤਾ? ਨਹੀਂ ਪੜ੍ਹ ਲਈ ਫਿਰ ਬਾਈ ਜੀ ਲੱਛਣ ਮਾੜੇ ਹੋ ਗਏ ਤੇ ਉਹਨਾਂ ਨੇ ਪਹਿਲਾਂ ਕਈ ਵਾਰੀ ਰੋਂਦੇ ਹੁੰਦੇ ਸੀ ਮੇਰੇ ਕੋਲ, ਪਾਪਾ ਬਹਿ ਕੇ ਵੀ ਤੂੰ ਯਾਰ ਜੇ ਆਹ ਨਾ ਕਰਦਾ, ਮੇਰਾ ਸੁਪਨਾ ਤੈਨੂੰ IPS ਜਾਂ IAS ਬਣਾਉਣ ਦਾ, ਪਰ ਹੁਣ ਮੇਰਾ ਜੀ ਨਹੀਂ ਕਰਦਾ ਤੈਨੂੰ ਕਹਿਣ ਨੂੰ ਵੀ ਪੜ੍ਹ ਕੇ, ਵੀ ਪਤਾ ਹੀ ਤੇਰੇ ਹਾਲਾਤ ਕੀ ਹੋਏ ਪਏ ਆ। ਹਾਂਜੀ ਭਾਈ। ਤੇ ਇਸ ਤੋਂ ਬਾਅਦ ਮਤਲਬ ਕਿ ਤੁਹਾਡੀ ਜ਼ਿੰਦਗੀ ਕਿਵੇਂ ਚੱਲੀ ਕਿੰਨਾ? ਜ਼ਿੰਦਗੀ ਬਾਈ ਜੀ ਉਹ ਤੋਂ ਬਾਅਦ ਸਮੈਕ ਦਾ ਥੋੜਾ ਜਿਹਾ ਸਾਲ 1.5 ਸਾਲ ਚੱਲਿਆ ਦੌਰ ਉਸ ਤੇ ਸਾਡੇ ਬੰਦੇ ਦੀ ਮੌਸਮ, ਕਿਉਂਕਿ ਮੈਂ ਛੋਟਾ ਸੀਗਾ, ਕਾਲਜ ਵਾਲੇ ਨਾਲ ਬਹਿਣੀ ਉੱਠਣੀ ਹੋ ਗਈ, ਜਦੋਂ ਸੀਨੀਅਰ ਸੀ ਉਹ ਕਹਿਣ ਲੱਗਿਆ ਆਹ ਚੀਜ਼ ਨਵੀਂ ਸਮੈਕ ਹੈ ਕਿ ਤੂੰ ਜੇ ਯਾਦ ਨਹੀਂ ਰਹਿੰਦਾ ਵੀ ਆਪਾਂ ਨੇ ਕੀ ਹੋਇਆ ਜੇ ਕੀਤੀ ਹੋਵੇ ਸਮੈਕ ਕੀਤੀ ਹੋਵੇ। ਮੈਂ ਕਿਹਾ ਇਹ ਵੀ ਟਰਾਈ ਕਰਕੇ ਦੇਖੀ, ਫਿਰ ਕੋਈ ਸਾਲ 6 ਮਹੀਨੇ ਸਮੈਕ ਚੱਲੀ। ਉਸ ਤੋਂ ਬਾਅਦ ਬਾਈ ਜੀ ਫਿਰ 12-13 ਤੇ ਚਿੱਟਾ ਹੁੰਦਾ ਆਪਣੇ ਜ਼ਿਆਦਾ, ਜਦੋਂ ਜ਼ਿਆਦਾ ਆਉਣ ਆ ਗਿਆ ਤੇ ਬਠਿੰਡੇ ਮੈਂ ਆਇਆ, ਕੋਈ ਸੀਗਾ ਯਾਰ ਦੋਸਤ ਮੇਰਾ, ਉਹਦੀ ਹੁਣ ਡੈਥ ਹੋ ਗਈ, ਨਾਲ ਦੇ ਪਿੰਡਾਂ ਦੇ ਸੀਗਾ, ਉਹ ਕੋਲੇ ਕਮਰਾ ਲਿਆ ਹੋਇਆ ਸੀਗਾ ਤੇ ਉਹਦੇ ਕੋਲੇ ਰਹਿਣ ਆਇਆ, ਮੈਨੂੰ ਉਹਦਾ ਯਾਰ ਚਿੱਟਾ ਲੱਗ ਦੇਖਣਾ, ਮੈਂ ਕਿਹਾ ਉਹ ਕੀ ਹੁੰਦੀ, ਕਹਿੰਦਾ ਟਰਾਈ ਕਰ, ਮੈਂ ਕਹਾਂਗੇ ਵੀ ਲਵਾ ਦੇ ਮੈਨੂੰ, ਇਹ ਵੀ ਦੇਖਣਾ ਕੀ ਚੀਜ਼ ਹੈ। ਤੇ ਬਾਈ ਜੀ ਮੈਂ 15 ਦਿਨ ਲਵਾਇਆ ਪਹਿਲੀ ਉਹਦੇ ਕਮਰੇ 'ਚ ਪੈ ਗਈ, ਬਸ ਉਸ ਤੋਂ ਬਾਈ ਚਿੱਟੇ ਦਾ ਕੰਮ ਸ਼ੁਰੂ ਹੋ ਗਿਆ। ਫਿਰ ਉਹ ਉੱਥੋਂ ਆਪਣੇ ਪਿੰਡ ਆ ਗਿਆ ਆਪਦੇ ਬਠਿੰਡੇ, ਮੈਂ ਵੀ ਪਹਿਲਾਂ ਆ ਗਿਆ ਉੱਥੋਂ, ਤੇ ਫਿਰ ਉਹ ਆ ਗਿਆ ਮੇਰੇ ਮਗਰ, ਫਿਰ ਉਹਨੂੰ ਟੀਕੇ ਲਾਉਣ ਲੱਗ ਗਿਆ ਸੀ, ਇੰਜੈਕਟ ਕਰਨ ਲੱਗ ਗਿਆ ਸੀ। ਇਹ ਗੱਲ ਹੈਗੀ 13-14 ਮਤਲਬ ਕਿ ਸਮੈਕ ਤੋਂ ਬਾਅਦ ਚਿੱਟੇ ਤੋਂ ਬਾਅਦ ਟੀਕੇ ਹਾਂਜੀ 13-14 ਤਾਂ ਮੈਂ ਇੱਥੇ ਪੁੱਛਣਾ ਚਾਹੁੰਦਾ ਕਿ ਤੁਹਾਡਾ ਖਰਚਾ ਪੂਰਾ ਘਰ ਤੋਂ ਹੀ ਚੱਲਦਾ ਰਿਹਾ ਉਦੋਂ ਤੱਕ, ਜਾਂ ਕੋਈ ਹੋਰ ਵੀ ਮਤਲਬ ਕਿ ਤੁਸੀਂ ਹੱਥ ਮਾਰਦੇ ਸੀ ਕਿਸੇ ਪਾਸੇ? ਹੱਥ ਪੈਰ ਬਾਈ ਜੀ ਆਏ ਸੀ, ਘਰੋਂ ਵੀ ਚੱਲਦਾ ਸੀਗਾ, ਤੁਹਾਨੂੰ ਦੱਸਿਆ ਜਿਵੇਂ ਐਕਟਿੰਗ ਕਰਦਾ ਸੀਗਾ ਮੈਂ, ਤੇ ਬਾਕੀ ਬਾਈ ਥੋੜਾ ਜਿਹਾ ਬਦਮਾਸ਼ੀ ਟਾਈਪ ਵੀ ਹੋ ਗਏ ਸੀਗੇ, ਤੇ ਜਿਵੇਂ ਰੌਲਾ ਹੋਣਾ ਕਿਤੇ ਕਾਲਜ 'ਚ ਪ੍ਰਧਾਨਗੀ, ਉੱਥੋਂ ਪੈਸੇ ਇਕੱਠੇ ਕਰ ਲੈਣੇ ਵੀ ਅਸੀਂ ਬੰਦੇ ਲੈ ਕੇ ਆਉਣੇ ਆ, ਤੇ ਜਾਂ ਲਾ ਲਓ ਤੁਸੀਂ ਵੋਟਾਂ ਚਲੇ ਜਾਣਾ, ਕੈਪਟਨ ਵਗੈਰਾ ਕਿਸੇ ਲੀਡਰ ਦੀ ਰੈਲੀ ਤੇ ਜਾਣਾ, ਉਦੋਂ ਪੈਸੇ, ਜਾਂ ਕੋਈ ਪੈਲੀ ਦਾ ਰੌਲਾ ਕਬਜ਼ਿਆਂ ਦੇ ਐਂ ਜਾਣ ਲੱਗੇ ਸੀ ਬਾਈ, ਇਦਾਂ ਵੀ ਹੋ ਜਾਂਦੀ ਸੀ। ਮਤਲਬ ਕਿ ਨਸ਼ੇ ਦੇ ਨਾਲ ਬੰਦਾ ਬਦਮਾਸ਼ੀ ਦੀ ਜਾਂਦਾ ਹੀ ਜਾਂਦਾ ਬਾਈ ਜੀ, ਜਾਂਦਾ ਹੀ ਹੈ ਤਾਂ ਮਤਲਬ ਕਿਤੇ ਨਾ ਕਿਤੇ ਸਾਨੂੰ ਪੈਸਾ ਇਕੱਠਾ ਹੋਵੇ ਕਿਵੇਂ ਹੋਵੇ। ਹਾਂਜੀ, ਚਾਹੇ ਸਾਤੋਂ ਕੋਈ ਕਿਸੇ ਨੂੰ ਪਟਵਾ ਲਓ, ਮਰਵਾ ਲਓ ਤੱਕ। ਹਾਂਜੀ, ਮਤਲਬ ਕਿ ਬੰਦਾ ਆਪਣੀ ਜ਼ਮੀਰ ਭੁੱਲ ਜਾਂਦਾ। ਤੇ ਬਾਕੀ ਬਾਈ ਜੀ ਮੇਰੇ ਤੇ ਪਹਿਲਾ ਪਰਚਾ ਵੀ 2008-9 ਜਦੋਂ ਹੀ ਹੋਇਆ, ਜਦੋਂ ਮੈਂ ਇਹ ਨਸ਼ੇ ਤੋਂ ਬਹੁਤ ਚੱਲਦਾ ਰਿਹਾ ਸੀ। 24-25 ਦਾ ਪਰਚਾ ਹੋਇਆ ਮੇਰੇ ਤੇ ਪਹਿਲਾਂ। ਤੇ ਇਸ ਤੋਂ ਬਾਅਦ ਮਤਲਬ ਕਿ ਤੁਹਾਡੇ ਘਰਦਿਆਂ ਨੇ ਨਹੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਕਿਸੇ ਕੈਂਪ ਦੇ ਵਿੱਚ ਜਾ ਕੇ ਨਸ਼ਾ ਛਡਾਊ ਕੈਂਪ ਦੇ ਵਿੱਚ ਭਰਤੀ ਕਰਾਉਣ, ਜਾਂ ਕਿਵੇਂ ਨਾ ਕਿਵੇਂ? ਹਾਂਜੀ ਬਾਈ ਨਹੀਂ, ਇਦਾਂ ਨਹੀਂ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ, ਵੀ ਲਾ ਲਓ ਪਿਆਰ ਨਾਲ ਹੀ ਸਮਝਾਉਂਦੇ ਸੀ ਜ਼ਿਆਦਾ, ਵੀ ਜਦੋਂ ਮੈਂ ਘਰੇ, ਬਲਕਿ ਤਾਂ ਮੈਂ ਜ਼ਿਆਦਾ ਟਿਕਦਾ ਨਹੀਂ ਸੀ ਘਰੇ, ਵੀ ਕਈ ਮਹੀਨਾ ਵੀ ਬਾਹਰ ਹੀ ਰਹਿੰਦਾ ਸੀਗਾ, ਤੇ ਕਿਉਂਕਿ ਰਾਤ ਸੁਬਾਹ ਨਿਕਲ ਜਾਣਾ ਮੈਂ 6-7 ਵਜੇ, ਤੇ ਜਿਵੇਂ ਡਿਊਟੀ ਤੇ ਬਾਹਲਾ ਤਕੜਾ ਮੈਂ ਹੁਣ ਲੱਗਿਆ ਨਾ ਕੋਈ ਆਫਿਸ। ਸਹੀ ਗੱਲ ਬਾਈ ਜੀ, ਪੈਨ ਟੰਗ ਕੇ ਆਪਦੇ, ਸੌਰੀ ਪੈਨ ਟੰਗ ਕੇ ਆਪਦੇ ਪੂਰੇ ਵਾਲ ਖੜੇ ਕਰਕੇ ਜੈਦ ਲਾ ਕੇ ਤੇ ਮੋਟਰਸਾਈਕਲ ਤੇ ਵੀ ਮੈਂ ਚੱਲਿਆ, ਸ਼ਾਮ ਨੂੰ ਜੇ ਕੋਈ ਕੰਮ ਕਹਿੰਦੇ ਕਰਦੇ, ਮੈਨੂੰ ਬਹੁਤ ਕੰਮ ਆ, ਮੈਂ ਚੱਲਿਆ, ਉਹਦਾ ਤਿਆਰ ਹੋ ਕੇ ਜਾਣਾ, ਰਾਤ ਨੂੰ 10-11 ਵੱਜ ਜਾਂਦੇ, ਤੇ ਘਰਦਿਆਂ ਦੇ ਮੱਥੇ ਨਹੀਂ ਲੱਗਦਾ ਸੀ ਬਾਈ, ਮਾੜਾ ਮੋਟਾ ਜੇ ਕਹਿੰਦੇ ਵੀ ਤਾਂ ਅਣਸੁਣੀ ਕਰ ਦਿੰਦਾ ਸੀਗਾ। ਮੇਰੇ ਖਿਆਲ ਖਾਸ ਗੱਲ ਤਾਂ ਘਰੇ ਮੱਥੇ ਲੱਗਣ ਦੀ ਸੀ, ਮੈਨੂੰ ਟੋਕਣਗੇ ਬਾਈ ਜੀ, ਕਿਸੇ ਤਰ੍ਹਾਂ ਮੈਂ ਇਹਨਾਂ ਤੋਂ ਬਾਹਰ ਆਣਾ। ਹਾਂਜੀ, ਜੇ ਕੋਈ ਰਿਸ਼ਤੇਦਾਰ ਵੀ ਆਉਂਦਾ ਸੀਗਾ, ਕੋਈ ਫੁੱਫੜ ਜੀ ਆ ਜਾਂਦੇ, ਜਾਂ ਕੋਈ ਮਾਮਿਆਂ ਦੇ ਮੁੰਡੇ ਆਏ ਨੇ, ਮਾਮੇ ਜੀ ਉਹਨਾਂ ਦੀ ਡੈਥ ਹੋ ਗਈ ਸੀ, ਤੇ ਜਾਂ ਮਾਸੀ ਦੇ ਮੁੰਡੇ ਆਏ ਨੇ, ਉਦੋਂ ਵੀ ਮੈਂ ਟਾਲਦਾ, ਮੈਨੂੰ ਪਤਾ ਸੀ ਵੀ ਇਹ ਸੂਈ ਮੇਰੇ ਤੇ ਘੁਮਾਉਣਗੇ ਵੀ ਸਮਝਾਉਣਗੇ, ਤੇ ਮੈਂ ਉਹ ਚੀਜ਼ ਦੀ ਖਿਝ ਮੰਨਦਾ ਸੀ, ਉਹਦੀ ਮੈਂ ਨਿਕਲ ਜਾਣਾ ਘਰੋਂ। ਹਾਂਜੀ ਹਾਂਜੀ। ਤੇ ਤੁਹਾਡੇ ਮਤਲਬ ਕਿ ਘਰ ਦੇ ਉੱਤੇ ਕੀ ਇਸ ਦਾ ਬੁਰਾ ਅਸਰ ਪਿਆ, ਕਿ ਕੋਈ ਆਂਢ ਗੁਆਂਢ ਕੁਝ ਬੋਲਣ ਲੱਗ ਗਿਆ ਜਾਂ ਕਹਿਣ ਲੱਗ ਗਿਆ, ਕਿਸ ਤਰ੍ਹਾਂ ਮਤਲਬ ਕਿ ਤੁਹਾਡਾ ਵਤੀਰਾ ਕਿਸ ਤਰ੍ਹਾਂ ਹੋ ਗਿਆ ਤੁਹਾਡੇ ਘਰਦਿਆਂ ਨਾਲ ਲੋਕਾਂ ਦਾ ਬਾਈ ਵਤੀਰਾ ਐ ਸੀਗਾ ਵੀ ਜਿਵੇਂ ਹੁਣ ਡੈਡੀ ਮੇਰੇ ਪਾਪਾ ਵੀ ਉਹ ਇਹਨਾਂ ਦੀ ਇੰਨਾ ਕੁ ਨਾਂ ਸੀਗਾ ਵੀ ਅਫਸਰਾਂ ਨਾਲ ਵੀ ਲੀਡਰੀ ਟਾਈਪ ਨਹੀਂ ਸੀਗੇ ਉਹ, ਪਰ ਉਹ ਇੰਨਾ ਕੁ ਸੋਸ਼ਲ ਵਰਕ ਬਹੁਤ ਕਰਦੇ ਸੀਗੇ, ਉਹ ਵੀ ਗਰੀਬ ਦਾ ਭਲਾ ਹੋ ਜੇ, ਕਿਸੇ ਦਾ ਕੰਮ ਕਰਵਾਤਾ, ਤੇ ਉਹ ਚੀਜ਼ ਉਹ ਘਟਾਉਣ ਲੱਗੇ ਸੀ, ਕਿਉਂਕਿ ਜਿੱਥੇ ਤੇਰਾ ਮੁੰਡਾ ਸੁਧਰਿਆ ਨਹੀਂ, ਆਹ ਚੀਜ਼ ਉਹਨਾਂ ਨੂੰ ਸੁਣਨ ਨੂੰ ਮਿਲਦੀ ਸੀ।
ਤੇ ਬਾਕੀ ਚਾਚੇ ਤਾਇਆਂ ਨੂੰ ਵੀ, ਜਿਹੜੇ ਦੋ ਚਾਚਾ ਜੀ ਨੇ ਜਿਹੜੇ, ਉਹਨਾਂ ਨੂੰ ਵੀ ਜੇ ਕੋਈ ਖੇਤ ਬੰਨੇ ਜਾਂਦੇ, ਕੋਈ ਖੇਤ ਦਾ ਗਵਾਂਢੀ ਟੱਕਰਦਾ, ਯਾਰ ਤੁਹਾਡਾ ਮੁੰਡਾ ਤਾਂ ਫਲਾਣੇ ਥਾਂ ਡੱਕਿਆ ਫਿਰਦਾ ਸੀ, ਉਹ ਫਲਾਣੇ ਥਾਂ ਲੜਦਾ ਫਿਰਦਾ ਸੀ। ਤੇ ਮੰਮੀ ਉਹਨਾਂ ਨੂੰ ਜਿਵੇਂ ਘਰੇ ਕੋਈ ਪਤਾ ਲੈਣ, ਕੋਈ ਬਿਮਾਰ ਸ਼ਮਾਰ ਕੋਈ ਉਦੋਂ ਆ ਜਾਂਦੇ ਪਤਾ ਲੈਣ, ਕਿਵੇਂ ਕੋਈ ਤਰ ਕਿਵੇਂ ਆ ਸੁਧਰਿਆ ਹੁਣ, ਉਹ ਚੀਜ਼ਾਂ ਉਹ ਸਾਰੇ ਵੀ ਟਾਲਣ ਲੱਗ ਗਏ ਸੀ ਸਮਾਜ ਤੋਂ, ਘਰ ਦੇ ਵੀ ਇੱਕ ਤਰ੍ਹਾਂ ਦਾ ਘਰ ਦੇ ਵਿੱਚ ਉਹ ਵੀ ਕੈਦ ਹੋਣ ਲੱਗ ਗਏ ਸੀ ਤੁਹਾਡੇ ਨਸ਼ੇ ਦੀ ਗੱਲ। ਹਾਂਜੀ ਹਾਂਜੀ, ਕੈਦ ਹੋਣ ਲੱਗ ਗਈ ਸੀਗੀ ਵੀ ਆਉਣਾ ਜਾਣਾ ਬਹੁਤ ਘਟਾਤਾ ਸੀ ਉਹਨਾਂ ਨੇ ਮੇਰੇ ਘਰ। ਕਿ ਹਰ ਜਗ੍ਹਾ ਤੁਹਾਡੇ ਕਰਕੇ ਉਹਨਾਂ ਨੂੰ ਬਦਨਾਮੀ ਨਮੋਸ਼ੀ ਇਕੱਠੀ ਹੋਈ ਹਾਂਜੀ, ਮੇਰੇ ਜਿਵੇਂ। ਤੇ ਉਸ ਤੋਂ ਬਾਅਦ ਮਤਲਬ ਕਿ ਤੁਸੀਂ ਦੱਸਿਆ ਸੀ ਤੁਸੀਂ ਸਾਈਪ੍ਰੈਸ ਵੀ ਗਏ। ਹਾਂਜੀ ਹਾਂਜੀ, ਉਹ ਮਤਲਬ ਕਿ ਕਿੱਦਾਂ ਉਸ ਗੱਲ ਦਾ ਮਤਲਬ ਕਿ ਸਬਬ ਬਣਿਆ ਸਾਈਪ੍ਰੈਸ ਜਾਣ ਦਾ? ਤੁਹਾਨੂੰ ਮੈਂ ਦੱਸ ਦਿੰਦਾ ਜੀ, ਸਾਈਪ੍ਰਸ ਜਾਣ ਦਾ ਸਬਬ ਐਂ ਬਣਿਆ, ਜਦੋਂ ਮੈਂ ਨਾ ਸੁਧਰਿਆ, ਮੇਰੀ ਮੈਰਿਜ ਹੋ ਗਈ ਸੀ 2014 ਅੱਛਾ ਨਵੰਬਰ, ਤੇ ਮੈਰਿਜ ਹੋਈ ਜਦੋਂ, ਤੇ ਉਸ ਤੋਂ ਬਾਅਦ ਚਲੋ ਬੇਟੀ ਹੋ ਗਈ, ਗੁੜੀਆ ਹੋ ਗਈ, ਤੇ 2016 17 ਚ ਆਉਂਦੇ ਵੀ ਨਹੀਂ, ਡੈਡੀ ਕਹਿੰਦੇ ਵੀ ਨਹੀਂ ਸੁਧਰਿਆ, ਵਿਆਹ ਤਾਂ ਹੀ ਕੀਤਾ ਸੀ ਵੀ ਸੁਧਰ ਜੂਗਾ ਚੱਲ ਵੀ ਵਿਆਹ ਦਾ ਮੇਨ ਗੱਲ। ਹਾਂਜੀ ਹਾਂਜੀ, ਬੱਚੇ ਦੇ ਉੱਤੇ ਕਬੀਲਦਾਰੀ ਪਾਈਏ ਸ਼ਾਇਦ ਸੁਧਰ ਜੇ, ਪਰ ਉਹਦਾ ਵੀ ਮੇਰੇ ਤੇ 1% ਵੀ ਕੋਈ ਅਸਰ ਨਹੀਂ ਹੋਇਆ ਉਹ ਚੀਜ਼ ਦਾ। ਮੈਂ ਆਪਦਾ ਉਵੇਂ ਕੰਟੀਨਿਊ ਰੱਖੀ ਸੀ, ਤੇ ਪਾਪਾ ਨੂੰ ਐਂ ਸੀ ਵੀ ਚੱਲ ਇਹਨੂੰ ਬਾਹਰ ਭੇਜ ਦੇਣ, ਉੱਥੇ ਸੁਧਰ ਜੂਗਾ, ਵੀ ਉੱਥੇ ਜਦੋਂ ਕੰਮ 'ਚ ਪੈ ਗਿਆ ਤੇ ਧਿਆਨ ਹੋ ਪਾਸੇ ਜਾਊਗਾ। ਤੇ ਉਦੋਂ ਬਾਈ ਜੀ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਦਾ, ਇੱਕ ਵੀ ਇਹ 'ਚ ਇੱਕ ਹੋਰ ਮੈਂ ਵੀ ਘਾਟਾ ਪਿਆ ਵੀ, ਚਲੋ ਸਮਾਜਿਕ ਤੌਰ ਤੇ ਤਾਂ ਪਿਆ, ਵੀ ਫਾਈਨੈਂਸ਼ੀਅਲੀ ਵੀ ਘਰ ਨੂੰ ਪਿਆ ਘਾਟਾ, ਵੀ ਉਹ ਜਿਹੜੇ 20-30 ਹਜ਼ਾਰ ਕਰਕੇ ਲੈ ਜਾਂਦਾ ਸੀ ਘਰੋਂ ਮੈਂ, ਉਹਨੇ ਬਾਈ ਜੀ ਮੇਰੀ ਪੌਣੇ 2 ਕਿੱਲੇ ਜ਼ਮੀਨ ਲਗਾ ਦਿੱਤੀ। ਉਹ ਪੈਸੇ ਥੋੜੇ ਸਾਲਾਂ ਕਰਕੇ, ਤੇ ਉਦੋਂ ਡੈਡੀ ਨੇ ਪੈਲੀ ਵਿੱਚ ਹੀ ਬਾਹਰ ਲੈਣਾ ਸੀ ਮੈਂ, ਤੇ ਫਿਰ ਬੈਂਕ ਤੋਂ 10 ਲੱਖ ਲੋਨ ਚੱਕਿਆ, ਲੈਣ ਕਿਤੇ ਲੋਨ ਚੱਕ ਕੇ ਤੁਹਾਨੂੰ ਬਾਹਰ ਭੇਜਿਆ? ਹਾਂਜੀ, ਉਹ ਪੈਲੀ ਨਾਲ ਤਾਂ ਕਰਦੇ ਰੱਖਾ ਲੈਣ ਤੇ ਲੋਨ ਚੱਕ ਕੇ ਮੈਨੂੰ ਬਾਹਰ ਭੇਜਿਆ ਸਾਰਾ, ਬਸ ਮੈਨੂੰ ਤੇ ਮੇਰੀ ਵਾਈਫ ਨੂੰ ਦੋਵਾਂ, ਗੁੜੀਆ ਮੇਰੀ ਛੋਟੀ ਸੀ ਇੱਥੇ ਲੱਗੀ ਦਾਦਾ ਮੰਮੀ ਡੈਡੀ ਕੋਲੇ, ਤੇ ਉੱਥੇ ਚਲਾ ਗਿਆ ਬਾਈ। ਤੇ ਗਾਂ ਫਿਰ ਤੁਹਾਨੂੰ ਆਨੇ ਨੇ ਵੀ ਡੰਡੇ ਹੁੰਦਾ ਨੇ 100 ਵਾਰ ਪਾ ਕੇ ਮਿਲਦਾ, ਉੱਥੇ ਬਾਈ ਉੱਥੇ ਵੀ ਸੰਗਤ ਹੋ ਜੀ ਗਾਂ, ਉੱਥੇ ਬਾਈ ਗੋਲੀ ਆਉਂਦੀ ਹੁੰਦੀ ਸੀ ਇੱਕ, ਤੇ ਉਹਨੂੰ ਕ੍ਰਸ਼ ਕਰਕੇ ਇਹਦਾ ਨੱਕ ਨਾਲ ਖੇਡਦੇ ਸੀ ਉੱਧਰ ਸਾਈਡ ਤੁਸੀਂ ਇੱਕ ਕਰਕੇ ਹਾਂਜੀ ਪਾਊਡਰ ਬਣਾ ਕੇ ਤੁਹਾਨੂੰ ਨੱਕ ਰਾਹੀਂ ਖਿੱਚ ਕੇ, ਤੇ ਉਹ ਉੱਥੇ ਚੱਲਿਆ ਬਾਈ। ਜਦੋਂ 4-5 ਮਹੀਨੇ ਹੋ ਗਏ, ਮੈਂ ਬਹਾਨਾ ਬਣਾ ਲਿਆ, ਮੇਰਾ ਨਾ ਕਬੱਡੀ ਖੇਡਦਾ ਹੁੰਦਾ ਸੀ ਮੈਂ, ਪਹਿਲੇ ਗਾ ਮੈਂ ਟੁੱਟਿਆ ਹੋਇਆ, ਮੇਰਾ ਨਿਕਲ ਜਾਂਦਾ ਗੋਡਾ, ਉੱਥੇ ਮੈਂ ਬਹਾਨਾ ਇਹ ਬਣਾਇਆ ਵੀ ਘਰੇ ਫੋਨ ਕੀਤਾ ਵੀ ਮੇਰਾ ਗੋਡਾ ਬਹੁਤ ਦਰਦ ਕਰਦਾ, ਤੇ ਮੈਂ ਇੱਥੇ ਡਾਕਟਰ ਨੂੰ ਦਿਖਾ ਕੇ ਜਾਣਾ। ਡੈਡੀ ਕਹਿੰਦੇ ਚੱਲ ਆਇਆ ਪੁੱਤ ਵੀ ਦਿਖਾ ਜਾ। ਇੱਥੇ ਆ ਮੇਰੇ ਕੋਲ 72-73,000 ਰੁਪਇਆ ਸੀ ਜਦੋਂ ਬਾਹਰੋਂ ਆਇਆ ਮੈਂ। 72-73,000 ਰੁਪਇਆ ਤੁਸੀਂ ਉਧਰੋਂ ਕਮਾਇਆ ਸੀ? ਹਾਂਜੀ ਹਾਂਜੀ ਹਾਂਜੀ, ਤੇ ਉਹ ਮੇਰੀ ਸੀਗੀ 1.5 ਮਹੀਨੇ ਦੀ ਕਮਾਈ ਸੀ, ਯਾਨੀ ਕਿ, ਤੇ ਉਹ ਮੈਂ ਇੱਧਰ ਲਿਆਇਆ ਜਦੋਂ, ਤੇ ਇੱਧਰ ਆ ਕੇ ਪਹਿਲੇ ਦਿਨ ਤੋਂ ਲਾ ਕੇ 27 ਦਿਨ ਲਿਆ ਮੈਂ ਇੱਥੇ, ਕੋਈ ਕਿਸੇ ਡਾਕਟਰ ਕੋਲੇ ਗੋਡਾ ਨਹੀਂ ਦਿਖਾਇਆ। ਉਹ ਮੈਂ 27 ਦਿਨ ਸ਼ੀਸ਼ੀਆਂ ਪੀ ਕੇ 72,000, ਜਿੱਦੇ ਮੈਂ ਜਹਾਜ਼ ਵਾਪਸ ਚੜ੍ਹਨਾ ਸੀ, ਜੇਬ 'ਚ ਮੇਰੇ 19-20 ਰੁਪਏ ਰਹਿ ਗਏ ਸੀ, ਇੰਨੇ ਵੀ ਜਾਣੀ ਕਿ ਸਾਰੇ ਪੈਸੇ ਖਰਾਬ ਕਰ ਗਿਆ ਸੀ। ਕੋਈ ਇਲਾਜ ਨਹੀਂ ਕਰਾਇਆ, ਬਹਾਨਾ ਬਣਾ ਲਿਆ ਨਸ਼ਾ ਕਰਨਾ, ਫਿਰ ਵਾਪਸ ਮੁੜ ਗਿਆ। ਹਾਂਜੀ ਬਾਈ, ਮਤਲਬ ਕਿ ਨਸ਼ੇ ਦੇ ਬਹਾਨੇ ਲਈ ਤੁਸੀਂ ਦੁਬਾਰੇ ਪੰਜਾਬ ਆਏ? ਦੁਬਾਰੇ ਆਏ ਉੱਧਰ ਜਾ ਕੇ ਉਹ ਮਤਲਬ ਕਿ ਜਿਹੜੀ ਗੋਲੀ ਤੁਸੀਂ ਕਹਿ ਰਹੇ ਹੋ, ਹਾਂਜੀ, ਉਹਦਾ ਨਸ਼ਾ ਪੂਰਾ ਨਹੀਂ ਕਰ ਰਹੀ ਸੀ? ਨਹੀਂ ਕਰ ਰਹੀ ਸੀ, ਕਿਉਂਕਿ ਉਹ ਮਹਿੰਗੀ ਹੁੰਦੀ ਸੀ, ਤੇ ਕੁਛ ਮੇਰੀ ਵਾਈਫ ਨੂੰ ਆਇਆ ਹੋ ਗਿਆ ਸੀਗਾ, ਉਹਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਵੀ ਐਡੇ ਵੱਡੇ ਨਸ਼ਿਆਂ 'ਚ, ਉਹਨੂੰ ਸਿਰਫ ਇੰਨਾ ਮੈਂ ਥੋੜ੍ਹਾ ਜਿਹਾ ਦੱਸਿਆ ਹੋਇਆ ਸੀ, ਜਿੱਦੇ ਜ਼ਿਆਦਾ ਮੇਰਾ ਨਸ਼ਾ ਹੁੰਦਾ ਸੀ, ਮੈਂ ਜ਼ਿਆਦਾ ਫੋਨ ਵੱਧ ਕਰਦੀ ਜਾਂ ਪੈਗ ਲੱਗਿਆ, ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ, ਚਿੱਟੇ ਜਾਂ ਸਿਗਰਟ ਜਾਂ ਬੀੜੀ ਜਾਂ ਕੋਈ ਇੱਦਾਂ ਦਾ ਕੋਈ ਜਾਂ ਸ਼ੀਸ਼ੀਆਂ ਦਾ। ਉਹਨੂੰ ਆਇਆ ਹੋ ਗਿਆ ਸੀ ਵੀ ਇਹ ਫਿਊਲ ਕਰਕੇ ਕਰਦਾ, ਤੇ ਮੇਰਾ ATM ਖੋਲਿਆ ਸੀਗਾ, ਇਹਦੀ ਤਨਖਾਹ ਆਉਂਦੀ ਸੀ, ਉਹ ਟਰੈਕਸੀ ਤੋਂ ਘਰੇ ਮੈਂ ਆਉਂਦਾ ਸੀ, ਮੇਰੇ ਕੋਲ ਹਾਂ ਮੰਗ ਕੇ ਫੜ ਲੈਂਦੇ ਸੀਗੇ। ਉਹਨਾਂ ਨੇ ਆਇਆ ਸੀ ਵੀ ਯਾਰਾਂ ਦੋਸਤਾਂ ਨੂੰ ਖਵਾ ਦਿੰਦਾ, ਉਹਨੂੰ ਇਹ ਚੀਜ਼ ਤਾਂ ਨਹੀਂ ਪਤਾ ਸੀ ਵੀ ਇਹ ਆਪਦੇ ਵੀ ਲਾਇਆ ਜਾਂਦਾ ਨਸ਼ੇ ਕਰਦੇ, ਉਹਦੇ ਕਰਕੇ ਵੀ ਪੂਰੀ ਨਹੀਂ ਹੁੰਦੀ ਸੀ, ਇੱਕ ਮਹਿੰਗੀ ਹੁੰਦੀ ਸੀ। ਹਾਂਜੀ, ਤੇ ਤੁਹਾਡੇ ਜੀ ਮਤਲਬ ਕਿ ਤੁਸੀਂ ਦੱਸਿਆ ਵਿਆਹ ਕਰਤਾ, ਜਿਹੜਾ ਕਰਦੇ ਹੋ ਵਿਆਹ ਦੇ ਟਾਈਮ ਵੀ ਤੁਹਾਡੇ ਤੇ ਕੋਈ ਮਤਲਬ ਕਿ ਦਿੱਕਤ ਆਉਂਦੀ, ਜਿਵੇਂ ਕਹਾਣੀ ਵੱਜ ਜਾਂਦੀ ਇਹਨਾਂ ਨਾਲ ਮੁੰਡਾ ਨਸ਼ੇ ਕਰਦਾ ਹੈ, ਕਿੱਦਾਂ ਕਿਸ ਤਰ੍ਹਾਂ? ਨਹੀਂ ਬਾਈ ਜੀ, ਪਤਾ ਕੀ ਆ ਵੀ ਅੱਡੋ-ਅੱਡ ਪਿੰਡਾਂ ਦਾ ਹਿਸਾਬ ਹੁੰਦਾ। ਸਾਡੇ ਨਾ ਪਿੰਡ ਥੋੜਾ ਜਿਹਾ ਜਿਵੇਂ ਕਹਿ ਲਓ ਵੀ ਚੰਗਾ ਲਾ ਲਓ, ਵੀ ਚੰਗਾ ਵੀ ਕਿਸੇ ਦੀ ਭਾਨੀ ਮਾਰ ਕੇ ਨਹੀਂ ਖੁਸ਼ ਵੀ ਇਹ ਕਿਸੇ ਦਾ ਘਰ ਵਸਦਾ, ਤਾਂ ਵੀ ਕੋਈ ਇੱਕ ਅੱਧਾ ਜਾਣਾ ਹੋਊਗਾ ਵੀ ਚਲੋ ਪਰਮਾਤਮਾ ਦੀ ਕਿਰਪਾ ਰਹੀ ਵੀ ਨਹੀਂ ਕੋਈ ਪਹੁੰਚਿਆ ਉੱਥੋਂ ਤੱਕ, ਤੇ ਰਿਸ਼ਤਾ ਆਪਣਾ ਨਿਕਲੇ ਚੜ ਗਿਆ ਜੀ। ਹਾਂਜੀ ਬਾਈ, ਚਲੋ ਇਹ ਕਿਸੇ ਪਿੰਡ ਦੀ ਮਤਲਬ ਕਿ ਬਹੁਤ ਵਧੀਆ ਗੱਲ। ਹਾਂਜੀ ਹਾਂਜੀ, ਤੇ ਵੈਸੇ ਤਾਂ ਇੰਨਾ ਪਿੰਡ ਦੇ ਵਿੱਚ ਕਦੇ ਇੱਕ ਦੇਖਣ ਨਹੀਂ ਨਹੀਂ ਕਿਸੇ ਦੇ ਭਲੇ ਕੋਈ ਕਰਨਾ ਨਹੀਂ ਚਾਹੁੰਦਾ ਹੁੰਦਾ, ਹਰੇਕ ਇੱਕ ਦੂਜੇ ਦੀ ਲੱਤ ਖਿੱਚਣ ਦੀ ਰਹਿੰਦੀ ਹੈ। ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਦੁਬਾਰਾ ਫਿਰ ਸਾਈਪ੍ਰੈਸ ਦੁਬਾਰਾ ਵਾਪਸ ਮੁੜ? ਹਾਂਜੀ, ਅੱਛਾ ਜੀ। ਉਸ ਤੋਂ ਬਾਅਦ ਤੁਸੀਂ ਮਤਲਬ ਕਿ ਇੱਥੇ ਆ ਕੇ ਨਸ਼ਾ ਛੱਡਿਆ ਜਾਂ ਉੱਥੇ ਸਾਈਪ੍ਰੈਸ 'ਚ ਨਸ਼ਾ ਛੱਡ ਦਿੱਤਾ? ਨਹੀਂ ਬਾਈ ਜੀ, ਮੈਂ ਉੱਥੇ ਫਿਰ ਜਾ ਕੇ ਫਿਰ ਉਹ ਗੋਲੀ ਕਦੇ ਕਦੇ ਕਰ ਲਈ
ਫਾਰਮ ਤੇ ਉੱਥੇ ਡੋਡੇ ਜੀ ਬੈਠਾ ਸੀ ਅੱਛਾ ਆਪਣੇ ਆਪ ਹਾਂ। ਹੁੰਦੇ। ਤੇ ਉਹਦੇ ਕੋਲੋਂ ਮੈਂ ਲੈ ਆਉਂਦਾ ਕਦੇ ਜਾ ਕੇ ਤੁਰ ਕੇ, ਹੁੰਦਾ ਤਾਂ ਸੀ 10-12 ਕਿਲੋਮੀਟਰ ਦੀ ਪਹਾੜੀ ਤੇ ਸੀ, ਮੈਂ ਤੁਰ ਕੇ ਚਲਾ ਜਾਂਦਾ, ਉੱਥੋਂ ਲੈ ਆਉਂਦਾ ਬਹੁਤ ਸਾਰੇ ਬੈਠੇ ਉਹ ਐਂ ਚੱਲੀ ਗਿਆ। ਬਾਕੀ ਮੈਂ ਜਦੋਂ 4-5 ਮਹੀਨੇ ਬਾਅਦ ਫਿਰ ਵਾਪਸੀ ਕਰ ਲਈ, ਵਾਪਸ ਆ ਗਿਆ ਇੰਡੀਆ, ਕਿਉਂਕਿ ਇੱਕ ਤਾਂ ਬਾਈ ਇੱਥੇ ਕਾਲਜ ਦੀ ਫੀਸ ਬਹੁਤ ਵਧਾਤੀ, ਸਟੂਡੈਂਟ ਘੱਟ ਗਏ ਜਾਣਾ ਤੇ ਮੇਰਾ ਤੇ ਮੇਰੀ ਮਿਸਿਸ ਦਾ ਉਹ ਕਾਲਜ ਵਾਲੇ ਉਹਨੂੰ 6 ਮਹੀਨਿਆਂ ਦੇ 6.5 ਲੱਖ ਰੁਪਏ ਮੰਗਦੇ ਸੀ। ਪਾਪਾ ਨੇ ਤਾਂ ਕਹਿੰਦੇ ਮੈਂ ਭੇਜ ਦੇਣਾ, ਮੈਂ ਕਿਹਾ ਵੀ ਡੈਡੀ ਅੱਗੇ ਉਦੋਂ ਥੋੜਾ ਜਿਹਾ ਮੈਂ ਸਹੀ ਹੋ ਗਿਆ, ਸੋਚਣ ਥੋੜਾ ਜਿਹਾ ਲੱਗਿਆ ਸੀ ਉਦੋਂ ਵੀ ਡੈਡੀ ਨਹੀਂ ਵੀ ਅੱਗੇ ਤੁਸੀਂ ਦੇਖੋ ਨਾ ਕਿੰਨਾ ਕੁਝ ਕੀਤਾ, ਮੈਂ ਨਹੀਂ ਚਾਹੁੰਦਾ ਵੀ ਤੁਸੀਂ ਕੋਈ ਜ਼ਮੀਨ ਗਹਿਣੇ ਕਰੋ ਜਾਂ ਵੇਚੋ ਜਾਂ ਕੋਈ ਇੱਦਾਂ ਦਾ ਕਰੋ, ਵੀ ਮੈਂ ਤਾਂ ਵਾਪਸ ਆਉਣਾ, ਵੀ ਮੇਰੀ ਸਿਸਟਰ ਆ ਫੋਰਨ ਆਉਣੀ। ਔਰ ਕਿਵੇਂ ਨਾ ਕਿਵੇਂ ਉੱਥੇ ਤੁਸੀਂ ਮਤਲਬ ਕਿ ਨਸ਼ੇ 'ਚ ਥੋੜਾ ਜਿਹਾ ਵੈਸੇ ਘੱਟ ਥੋੜਾ ਜਿਹਾ ਘੱਟ ਚੁੱਕਿਆ ਸੀ। ਹਾਂ ਨਸ਼ੇ 'ਚ ਥੋੜਾ ਜਿਹਾ ਘਟੇ ਤਾਂ ਥੋੜਾ ਜਿਹਾ ਸੋਚਣਾ ਵੀ ਸਟਾਰਟ ਸਟਾਰਟ ਕੀਤਾ। ਹਾਂਜੀ ਹਾਂਜੀ ਤੇ ਫਿਰ ਸਿਸਟਰ ਨਾਲ ਮੈਂ ਗੱਲ ਕੀਤੀ, ਉਹ ਕਹਿੰਦੀ ਚਲ ਮੈਂ ਤੇਰਾ ਵਿਜ਼ਟਰ ਵੀਜ਼ਾ ਲਾ ਦੂੰਗੀ, ਚਲੋ ਤੁਸੀਂ ਨਾ ਇੱਥੇ ਰਹੋ, ਮੈਂ ਖੱਜਲ ਹੋਵਾਂਗੇ, ਜਿੰਨਾ ਵੀ ਪੈਸਾ ਹੋਰ ਬਰਬਾਦ ਹੋਊਗਾ, ਕਿ ਤੁਸੀਂ ਵਾਪਸ ਆ ਜਾਓ, ਚਲੋ ਮੈਂ ਇੱਧਰੋਂ ਟਰਾਈ ਕਰਦਾ। ਤੁਹਾਡੀ ਸਿਸਟਰ ਕਿਹੜੀ ਜਗ੍ਹਾ? ਕੈਨੇਡਾ ਜੀ, ਹਾਂਜੀ ਮੈਰਿਡ ਹੈ ਇੱਥੇ ਹੈ ਜੀ। ਤੁਹਾਡੇ ਨਾਲ ਵੱਡੇ ਮੇਰੇ ਤੋਂ ਛੋਟੇ ਹੈ ਅੱਛਾ ਜੀ, ਮੈਰਿਜ ਪਹਿਲਾਂ ਕਰਤੀ ਸੀ। ਤੇ ਇਸ ਤੋਂ ਬਾਅਦ ਮਤਲਬ ਕਿ ਤੁਸੀਂ ਉੱਥੋਂ ਵਾਪਸ ਆ ਗਏ? ਹਾਂਜੀ ਭਾਈ ਵਾਪਸ ਆ ਤੁਹਾਡੀ ਮਤਲਬ ਕਿ ਕੀ ਸੰਨ ਸੀ ਜਦੋਂ ਵਾਪਸ ਆਏ? ਮੈਂ ਜੀ 2018 ਚ ਆਇਆ ਜੂਨ ਚ। 2018 ਦੇ ਵਿੱਚ ਤੁਸੀਂ ਵਾਪਸ ਆ ਗਏ। ਵਾਪਸ ਆ ਗਿਆ ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਇੱਥੇ ਉਹੀ ਦੌਰ ਉਹੀ ਦੌਰ ਹੋ ਗਿਆ ਜੀ। ਪੈਸੇ 90-92 ਹਜ਼ਾਰ ਰੁਪਏ ਮਿਲ ਗਏ। ਹਾਂਜੀ ਉਹ 90-92 ਹਜ਼ਾਰ ਮੈਂ ਬਾਈ ਫਿਰ ਗੱਡੀ ਕੋਲੇ ਹੁੰਦੀ ਸੀ, ਵਿਆਹ ਤੋਂ ਲਈ ਸੀ ਤੇ ਸਵਿਫਟ ਕਾਰ ਸੀ ਮੇਰੇ ਕੋਲੇ, ਉਹ ਤੇ ਮੈਂ ਚੜ ਜਾਂਦਾ ਸੀ, ਉਹ ਤੋਂ ਕੋਈ ਪੈਸੇ ਸੀਗੇ ਕੋਲੇ, ਯਾਰ ਦੋਸਤ ਹੋ ਗਈ ਨਸ਼ੇ ਵੀ ਹਾਂ ਬਾਈ ਪੈਰੀ ਆ ਗਿਆ, ਬਾਈ ਪੈਰੀ ਨਸ਼ੇ ਦੇ ਦੌਰ ਤੋਂ ਮੇਰਾ ਨਾਂ ਇਹ ਸੀ ਬਾਈ ਪੈਰੀ ਆ ਗਿਆ, ਸਾਡਾ ਭਰਾ ਆ ਗਿਆ, ਇਹ ਚੀਜ਼ਾਂ ਸੀ ਬਾਈ। ਤੁਹਾਡੇ ਕੋਲ ਪੈਸਾ ਸੀ ਤਾਂ ਤੁਹਾਨੂੰ ਮਤਲਬ ਕਿ ਪੈਸਾ ਹਾਂਜੀ ਭੱਜ ਪੈਂਦੇ ਵੀ ਭਰਾ ਆ ਗਿਆ ਬਾਈ, ਬਾਹਾਂ ਦੱਸ ਰਹੀਆਂ ਸੀ ਤੈਨੂੰ, ਅੱਖਾਂ ਦੱਸ ਰਹੀਆਂ ਦੇਖਣ ਨੂੰ। ਤੇ ਬਾਈ ਮੇਰੇ ਹਿਸਾਬ ਨਾਲ ਵੀ ਮਤਲਬ ਕਿ ਤੁਹਾਨੂੰ ਉਧਰ ਵੀ ਫੋਨ ਕਰਦੇ ਰਹਿੰਦੇ ਹੋਣਗੇ? ਹਾਂਜੀ ਉਧਰ ਕਰਦੇ ਰਹਿੰਦੇ ਤੇ ਮੈਂ ਉਧਰੋਂ ਕਰਦਾ ਰਹਿੰਦਾ ਸੀ ਵੀ ਨਸ਼ਾ ਬੰਦ ਤਾਂ ਨਹੀਂ ਹੋਇਆ ਕਿਤੇ ਯਾਰ। ਸਹੀ ਗੱਲ ਹੈ ਬਾਈ ਜੀ, ਵੀ ਮੈਂ ਪੁੱਛਦਾ ਰਹਿੰਦਾ ਸੀ ਵੀ ਆਹ ਚੀਜ਼ ਸ਼ੀਸ਼ੀਆਂ ਵਾਲਾ ਜਿਵੇਂ ਚੱਲਦੇ ਸੀ ਮੈਨੂੰ ਪੀਣ ਦਾ, ਵੀ ਇਹ ਬੰਦ ਤਾਂ ਨਹੀਂ ਹੋਣੀਆਂ ਕਿਤੇ ਯਾਰ, ਮੈਂ ਪੀਣੀਆਂ ਆ ਗਏ ਕੋਟਾ ਰੱਖੋ ਜਿਵੇਂ ਨਹੀਂ ਕਰ, ਉਹ ਕਹਿੰਦੇ ਨਹੀਂ ਤੂੰ ਆ ਵੱਧ ਸਭ ਅੱਗੇ ਨਾਲ ਵੱਧ ਗਿਆ। ਤੇ ਮੈਨੂੰ ਐ ਪੂਰਾ ਚਾਅ ਚੜ੍ਹਨਾ ਵੀ ਹਾਂ ਅੱਗੇ ਨਾਲ ਵੱਧ ਗਿਆ, ਚੱਲ ਨੇੜੋਂ ਮੈਨੂੰ ਲੱਗ ਗਿਆ ਸੀ। ਇੱਥੇ ਮੁੜ ਕੇ ਜਦੋਂ ਤੁਸੀਂ ਦੁਬਾਰਾ ਵਾਪਸ ਆ ਗਏ ਤੇ ਤੁਸੀਂ ਆਪਣੀ ਬੇਟੀ ਫਿਰ ਇੱਥੇ ਸਕੂਲ ਚ ਮਤਲਬ ਕਿ ਉਹ ਤਾਂ ਪਹਿਲੇ ਇੱਧਰ ਸੀਗੀ? ਹਾਂਜੀ ਉਹ ਸਕੂਲ ਚ ਪੜ੍ਹਨ ਲੱਗ ਗਈ, ਉਹਦੇ ਨਾਲ ਕੋਈ ਮਤਲਬ ਕਿ ਤੁਹਾਡੇ ਕਰਕੇ ਉਹਨੂੰ ਕੋਈ ਨਮੋਸ਼ੀ ਤਾਂ ਨਹੀਂ ਸਾਹਮਣਾ ਕਰਨਾ ਪਿਆ ਕੁਝ? ਨਹੀਂ ਬਾਈ ਜੀ, ਮੈਂ ਸੀ ਨਾ ਜਦੋਂ ਆ ਗਿਆ ਮੈਂ ਤੇ ਮੈਂ ਥੋੜਾ ਜਿਹਾ ਜਦੋਂ ਨਸ਼ੇ 'ਚ ਪੈ ਗਿਆ ਨਾ ਬਾਈ, ਉਦੋਂ ਨਹੀਂ ਹਜੇ ਬੇਟੀ ਲਾਈ, ਛੋਟੀ ਸੀ ਹੁੰਦੀ ਆ ਹਜੇ, ਉਦੋਂ 3-3.5 ਸਾਲ ਦੀ ਤੇ ਉਦੋਂ ਲਾਈ ਨਹੀਂ ਸੀ ਸਕੂਲ, ਤੇ ਮੈਂ ਨਸ਼ੇ 'ਚ ਪੈ ਗਿਆ ਬਾਈ। ਤੇ ਫਿਰ ਉਦੋਂ ਮੇਰੇ ਨਾਲ ਠੋਕਰ ਬਹੁਤ ਵੱਡੀ ਲੱਗੀ ਮੈਨੂੰ, ਤੁਹਾਨੂੰ ਮੈਂ ਦੱਸਦਾ। ਤੇ ਪਰ ਮੈਂ ਵੀ ਸਮਝਿਆ ਨਹੀਂ, ਉਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਅਕਤੂਬਰ 'ਚ ਆ ਗਈ, 20 ਅਕਤੂਬਰ ਨੂੰ ਐਕਸੀਡੈਂਟ ਹੋ ਗਿਆ ਉਹਨਾਂ ਦਾ। ਤੇ ਹਾਲਾਂਕਿ ਉਹ ਤੋਂ 15 ਦਿਨ ਪਹਿਲਾਂ ਮੈਂ ਇਹਨਾਂ ਨਾਲ ਬਹਿਸ ਚੁੱਕਿਆ ਸੀਗਾ, ਬਹਿਸ ਕਰ ਲਈ ਸੀ ਉਹਨਾਂ ਨਾਲ, ਕਿਹਦੇ ਪਿੱਛੇ ਯਾਰਾਂ ਪਿੱਛੇ। ਮੈਂ ਲੈ ਕੇ ਆਣੇ ਮੋਟਰਸਾਈਕਲ, ਕੋਈ ਯਾਰ ਬੇਲੀ ਸੀਗਾ, ਸ਼ੀਸ਼ੀਆਂ ਲੈ ਕੇ ਆਉਣੀਆਂ ਸੀ ਕੱਟੀਆਂ ਉਹਨੇ ਡੱਬ ਵਾਲੀਆਂ, ਤੇ ਉਹ ਕਾਰ ਤੇ ਸੀ, ਮੈਨੂੰ ਉਹਦੇ ਮੋਟਰਸਾਈਕਲ ਮੂਹਰੇ ਲਾ ਲਈ। ਮੈਂ ਡੈਡੀ ਨਾਲ ਲੜ ਕੇ, ਡੈਡੀ ਮੋਟਰਸਾਈਕਲਾਂ ਦੇ ਮੈਂ ਐਂ ਕਰਕੇ ਲੋਕ ਭੰਨਤਾ, ਜੋਰ ਨਾਲ ਮਾਰ ਕੇ ਜਾ ਲੋਕ ਭੰਨਤਾ ਤੇ ਮੈਂ ਮੋਟਰਸਾਈਕਲ ਲੈ ਗਿਆ। ਡੈਡੀ ਨੂੰ ਉਹ 15 ਦਿਨ ਪਹਿਲਾਂ ਦੀ ਗੱਲ ਸੀ, ਮੈਂ ਡੈਡੀ ਨੂੰ ਬੁਲਾਇਆ ਨਹੀਂ ਸੀਗਾ। ਉਹਦੇ ਥੋੜਾ ਜਿਹਾ ਮੈਂ ਦੇਖਿਆ ਨਹਾ ਕੇ ਵੀ ਇੱਦਾਂ ਵੀ ਤਿਆਰ ਹੋ ਕੇ ਜਾਈ ਜਾਂਦੇ ਆ, ਮੈਂ ਬਸ ਇੱਕ ਵਾਰੀ ਅੱਖਾਂ ਪਈਆਂ ਉਹਦੇ, ਮਾੜਾ ਜਿਹਾ ਝੱਕ ਉਹਨਾਂ ਨੇ, ਉਹਦੇ ਮੋਟਰਸਾਈਕਲ ਤੇ ਚਲੇ ਗਏ, ਫਿਰ ਵਾਪਸ ਨਹੀਂ ਆਏ, ਐਕਸੀਡੈਂਟ ਹੋ ਗਿਆ ਉਹਨਾਂ ਦਾ ਉੱਥੇ। ਤੇ ਉਹ ਏਡੀ ਵੱਡੀ ਠੋਕਰ ਲੱਗੀ ਪਈ ਸੀ ਉਹ ਚੀਜ਼ ਦੀ ਮੈਨੂੰ, ਤੇ ਸਮਝਿਆ ਫਿਰ ਵੀ ਨਹੀਂ, ਜੇ ਦਿਲ 'ਚ ਜ਼ਰੂਰ ਮਲਾਲ ਹੈਗਾ, ਹਜੇ ਵੀ ਹੈਗਾ, ਵੀ ਮੈਨੂੰ ਐਂ ਲੱਗਦਾ ਵੀ ਮੈਂ ਕਹਿੰਦੀ ਆਪਦੇ ਡੈਡੀ ਦਾ ਕਤਲ ਕੀਤਾ। ਕਿਉਂਕਿ ਸਮਝਦਾ ਮੈਂ ਗੱਲ ਬਈ, ਕਿਉਂਕਿ ਜਦੋਂ ਮੈਂ ਬਾਹਰੋਂ ਆਇਆ ਉਦੋਂ ਵੀ ਮੈਂ ਇਸੇ ਦਲਦਲ 'ਚ ਫੇਰ ਵੜ ਗਿਆ। ਸ਼ਾਇਦ ਉਹ ਮੇਰੇ ਬਾਰੇ ਸੋਚੀ ਜਾਂਦੇ ਹੁਣ ਮੋਟਰਸਾਈਕਲ ਤੇ ਬੈਠੇ ਆ ਵੀ ਉਹ ਹਟਦਾ ਨਹੀਂ ਗਾ, ਜਾਂ ਵੀ ਇੱਧਰ ਉੱਧਰ ਮੋਟਰਸਾਈਕਲ ਹੋ ਗਿਆ ਹੋਵੇ, ਮਤਲਬ ਕਿ ਉਹਨਾਂ ਦਾ ਹਰ ਟਾਈਮ ਧਿਆਨ ਤੁਹਾਡੇ ਸੀ, ਮੇਰੇ ਜੀ ਰਹਿੰਦਾ ਸੀ। ਕਿਉਂਕਿ ਉਹਨਾਂ ਦੇ ਜਿਹੜੇ ਫਰੈਂਡ ਸੀ ਨਾ, ਸਰਕਲ ਸੀ, ਉਹ ਬਾਅਦ 'ਚ ਮੈਨੂੰ ਹੁਣ ਦੱਸਦੇ ਆ, ਇਹ ਵੀ ਮਿਲਦੇ ਆ ਵੀ ਤੇਰੇ ਡੈਡੀ ਨੂੰ ਤੇਰੀ ਬਹੁਤ ਟੈਨਸ਼ਨ ਸੀ, ਸਾਡੇ ਕੋਲ ਗੱਲਾਂ ਕਰਦਾ ਹੁੰਦਾ ਸੀ, ਸਾਰਾ ਦਿਨ ਤੇਰੀਆਂ ਗੱਲਾਂ ਕਰਦਾ ਹੁੰਦਾ ਸੀ ਯਾਰ, ਉਹ ਬਾਹਰ ਗਿਆ ਸੀ, ਸੈੱਟ ਸੀ, ਪਰ ਇੱਥੇ ਕਮਲਾ ਫੇਰ ਨਹੀਂ ਕਰਦਾ ਇਹ ਚੀਜ਼ਾਂ। ਤੇ ਬਹੁਤ ਵੱਡੀ ਠੋਕਰ ਲੱਗੀ ਬਾਈ ਜੀ, ਤੇ ਐਕਸੀਡੈਂਟ ਹੋ ਗਿਆ, ਡੈਥ ਹੋ ਗਈ, ਘਰੇ ਪਤਾ ਲੱਗਿਆ। ਚਲੋ ਸਾਰਿਆਂ ਨੂੰ ਹੁੰਦਾ ਵੀ ਪਿੰਡ ਆ ਗਿਆ ਸਾਡਾ, ਕਿ ਰਿਸ਼ਤੇਦਾਰ ਆ ਗਏ, ਉਹ ਹਜੇ ਆਏ ਨਹੀਂ ਸੀ, ਹਜੇ ਐਂਬੂਲੈਂਸ ਉਹਨਾਂ ਦਾ ਪੋਸਟਮਾਰਟਮ ਹੋਇਆ। ਤੇ
ਮੈਂ ਘਰੇ ਬਹਾਨਾ ਵੀ ਯਾਰ ਰਿਸ਼ਤੇਦਾਰ ਕੋਈ ਵਿੱਚ ਹੁੰਦੇ ਆ, ਕੋਈ ਦੋਸਤ ਖਾਂਦਾ ਜਾਂ ਕੋਈ ਕੀ ਖਾਂਦਾ ਜਾਂ ਕੋਈ ਕੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਉਹਦੇ ਮੇਰਾ ਨਸ਼ਾ ਨਹੀਂ ਕੀਤਾ ਸੀ। ਮੈਂ ਕਿਹਾ ਬਈ ਮੈਨੂੰ ਕੁਝ ਖਵਾ ਦਿਓ, ਮੈਂ ਤਾਂ ਮਰ ਜਾਊਂਗਾ ਡੈਡੀ ਦਾ ਬੋਡੀ ਦੇਖ ਕੇ, ਮੈਨੂੰ ਕੁਝ ਖਵਾ ਦੂਗਾ। ਇੱਕ ਬਹਾਨਾ ਹੁੰਦੇ ਆ, ਬਹਾਨੇ ਹੁੰਦੇ ਬਈ ਨਸ਼ੇ ਵਾਲੇ ਵੀ ਨਸ਼ਾ ਕਰਨ। ਮਤਲਬ ਕਿ ਉਸ ਟਾਈਮ ਵੀ ਤੁਸੀਂ ਇੱਕ ਪੋਲਿਟਿਕਸ ਹੀ ਕਰਦੇ ਸੀ, ਮਤਲਬ ਕਿ ਮੈਨੂੰ ਕਿਸੇ ਨਾ ਕਿਸੇ ਬਹਾਨੇ ਮਿਲਦੀ ਨਸ਼ਾ ਮਿਲਦੀ ਵੀ ਮੈਂ ਵੀ ਹਾਂਜੀ ਤੇ ਮੈਂ ਪੋਸਟ ਵੀ ਖਾਧਾ ਤੇ ਫੀਮ ਵੀ ਖਾਧੀ। ਤੇ ਇੱਕ ਮੇਰਾ ਮਿੱਤਰ ਸੀ ਨਾਲ ਦੇ ਪਿੰਡ ਦਾ, ਉਹਨੂੰ ਮੈਂ ਸ਼ੀਸ਼ੀਆਂ ਤੇ ਤਾਂ ਸ਼ੀਸ਼ੀ ਵੀ ਲਵਾ ਕੇ ਉਹਦੇ ਆਇਆ ਵੀ ਉੱਥੇ ਸੰਸਕਾਰ ਤੇ ਵੀ ਆਇਆ, ਉਹ ਵੀ ਡੱਕਿਆ ਸੀ। ਤੇ ਮੈਨੂੰ ਉਹ ਚੀਜ਼ ਵੀ ਆਇਆ ਵੀ ਸੁਪਨਾ ਜਿਹਾ ਹੁੰਦਾ ਜਿਵੇਂ ਵੀ ਡੈਡੀ ਡੈਥ ਬੋਡੀ ਵੀ ਵੀਡੀਓ ਦੇਖਦਾ ਜ਼ਰੂਰ, ਮੇਰੇ ਛੋਟੇ ਚਾਚੇ ਦੇ ਬੇਟੇ ਨੇ ਬਣਾਈ ਜਿਹੜੀ, ਉਹ ਸੀ ਵੀ ਦੇਖਦਾ ਮੈਨੂੰ ਲਈ ਜਾਂਦੇ ਆ। ਉਹ ਮੇਰੇ ਨਹੀਂ ਯਾਦ ਕੁਝ ਮੈਨੂੰ ਲੱਗੇਗਾ, ਪਰ ਉਸ ਸਮੇਂ ਤੁਹਾਨੂੰ ਕੋਈ ਅਹਿਸਾਸ ਨਹੀਂ ਹੋ ਰਿਹਾ ਸੀ? ਅਹਿਸਾਸ ਨਹੀਂ, ਬਸ ਕੱਲਾ ਜਾਣੀ ਕਿ ਅੱਖਾਂ ਚੋਂ ਇੰਜਾਂ ਆ ਰਹੀਆਂ ਸੀ ਵੀ ਕੋਈ ਕਹਿ ਦਈਏ ਵੀ ਆਪਾਂ ਦਿਲ 'ਚ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਡੈਥ, ਤੁਹਾਨੂੰ ਸੱਚ ਦੱਸਦਾ ਕਿਉਂਕਿ ਕਹਿੰਦੇ ਸੱਚ ਬੋਲਣਾ ਚਾਹੀਦਾ। ਮੇਰੇ ਮਨ 'ਚੋਂ ਇਹ ਆ ਰਿਹਾ ਸੀ ਵੀ ਡੈਡੀ ਦੀ ਡੈਥ ਹੋ ਗਈ, ਹੁਣ ਸਾਰੇ ਬਾਗਡੋਰ ਮੇਰੇ ਹੱਥ 'ਚ ਤੇ ਹੁਣ ਆਪਾਂ ਖੁੱਲ੍ਹਾ ਨਸ਼ਾ ਕਰਾਂਗੇ। ਮਤਲਬ ਕਿ ਨਸ਼ੇ ਦੀ ਦਲਦਲ ਦੇ ਵਿੱਚ ਬੰਦਾ ਇਹੋ ਜਿਹਾ ਫਸ ਜਾਂਦਾ, ਉਹਨੂੰ ਰਿਸ਼ਤੇ ਨਾਤੇ ਸਾਰੇ ਭੁੱਲ ਜਾਂਦੇ। ਸਭ ਕੁਝ ਭੁੱਲ ਜਾਂਦਾ ਬਾਈ ਜੀ, ਸਿਰਫ ਨਸ਼ਾ ਇੱਕ ਮੇਨ ਰਹਿੰਦਾ। ਕੋਈ ਮਰੇ ਉਹਦੇ ਅਧੀਨ, ਕੋਈ ਜੀਵੇ, ਕੋਈ ਬਿਮਾਰ ਪਿਆ, ਉਹਨੇ ਬਸ ਆਪਦਾ ਦੇਖਣਾ ਬਾਈ। ਮਤਲਬ ਇੱਕ ਮਾਂ-ਬਾਪ ਆਪਣੇ ਸਾਰਿਆਂ ਤੋਂ ਨੇੜੇ ਨੇੜੇ ਭੈਣ ਭਾਈ ਹੁੰਦੇ ਆ, ਹਾਂਜੀ ਹਾਂਜੀ, ਉਹਨਾਂ ਦੀ ਡੈਥ ਹੋ ਜਾਏ ਮਤਲਬ ਕਿ ਉਹ ਉਭਰਨਾ ਬਹੁਤ ਮੁਸ਼ਕਲ ਹੁੰਦਾ। ਬਹੁਤ ਮੁਸ਼ਕਲ ਹੁੰਦਾ। ਤੇ ਉਸ ਟਾਈਮ ਵੀ ਮਤਲਬ ਕਿ ਨਸ਼ੇ ਦੇ ਵਿੱਚ ਤੁਸੀਂ ਇਹ ਚੀਜ਼ ਸੋਚਦੇ ਰਹੇ? ਮਿੱਤਰ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਡੇ ਫਾਦਰ ਦੀ ਡੈਥ ਤੋਂ ਬਾਅਦ ਵੀ ਤੁਸੀਂ ਮਤਲਬ ਕਿ ਇਹ ਸੋਚਦੇ ਰਹੇ ਵੀ ਹੁਣ ਤੁਹਾਨੂੰ ਪੂਰੀ ਖੁੱਲ੍ਹ ਆ, ਹਾਂਜੀ ਹਨਾ ਕਿ ਮੈਂ ਹਰ ਜਗ੍ਹਾ ਮਤਲਬ ਕਿ ਹਰ ਚੀਜ਼ ਤੁਹਾਡੇ ਹੱਥ 'ਚ ਆ। ਤਾਂ ਉਸ ਤੋਂ ਬਾਅਦ ਤੁਸੀਂ ਦੱਸ ਸਕਦੇ ਵੀ ਜਦੋਂ ਤੁਹਾਨੂੰ ਪੂਰੀ ਖੁੱਲ੍ਹ ਮਿਲ ਗਈ ਤਾਂ ਤੁਸੀਂ ਮਤਲਬ ਕਿ ਉਸ ਮੌਕੇ ਘਰ ਦਾ ਕੀ ਗਵਾਇਆ? ਬਾਈ ਡੈਡੀ ਨੇ ਮੇਰੇ ਨਾ ਪਾਪਾ ਨੇ ਜ਼ਮੀਨ ਗਹਿਣੇ ਰੱਖ ਕੇ ਚਾਚਾ ਜੀ ਕੋਲੇ 4 ਲੱਖ ਰੁਪਇਆ ਮੇਰੇ ਅਕਾਊਂਟ ਜਮ੍ਹਾਂ ਕਰਾਤਾ ਸੀਗਾ, ਕਿਉਂਕਿ ਸਿਸਟਰ ਨੇ ਮੇਰੇ ਮਿਸਟਰ ਦੀ ਅਪਲਾਈ ਬੈਂਕ ਸਟੇਟਮੈਂਟ ਦਿਖਾਉਣੀ ਹੁੰਦੀ ਹੈ ਉਹਦੇ ਵਾਸਤੇ। ਉਹ ਡੈਥ ਹੋ ਗਈ ਕਿਉਂਕਿ ਫਾਈਲ ਅਜੇ ਤਿਆਰ ਕਰ ਹੀ ਰਹੀ ਸੀ, ਡੈਡੀ ਦੇ ਸਾਰੇ ਡਾਕੂਮੈਂਟ ਲੱਗੇ ਸੀ, ਜੋ ਕੈਂਸਲ ਹੋ ਗਿਆ ਸਾਰਾ ਕੁਝ, ਡੈਥ ਹੋ ਗਈ ਜਦੋਂ। ਤੇ ਉਹ ਖਾਤਾ ਤਾਂ ਮੇਰਾ ਹੀ ਸੀਗਾ, ਵਾਈਫ ਨਾਲ ਜੁਆਇੰਟ ਸੀਗਾ, ਤੇ ਉਹ ਮੈਂ ਆਪਦੇ ਹੱਥ 'ਤੇ ਕਰ ਲਿਆ ਸਾਰਾ ਕੁਝ ਬਾਈ। ਤੇ ਮੈਂ ਉਹ 'ਚੋਂ ਵੀ ਬਾਈ ਜੀ 2.25 ਲੱਖ ਰੁਪਇਆ ਉਹ 'ਚੋਂ ਵੀ ਖਸਕਾਤਾ ਵੀ ਪਾ ਗਿਆ। ਹਾਂਜੀ, ਤੇ ਉਹ ਮੈਸੇਜ ਜਦੋਂ ਘਰ ਫੋਨ 'ਤੇ ਆਉਣਾ ਮੈਂ ਡਿਲੀਟ ਕਰ ਦਿੰਦਾ, ਫੋਨ ਨਾਲ ਲੈ ਜਾਂਦਾ ਸੀਗਾ। ਤੇ ਉਹਦਾ ਬਾਈ ਸ਼ੀਸ਼ੀਆਂ ਬਾਅਦ ਚਿੱਟੇ ਦਾ ਚੱਲ ਪਿਆ, ਸ਼ੀਸ਼ੀਆਂ ਤੋਂ ਬਾਅਦ ਟੀਕਿਆਂ ਦਾ, ਚਿੱਟਿਆਂ ਦਾ, ਚਿੱਟੇ ਦਾ। ਤੇ ਉਹ ਇੱਕ ਦਿਨ ਕੁਦਰਤੀ ਮੈਂ ਜ਼ਿਆਦਾ ਸੈੱਟ ਟੈਗ ਹੋ ਗਿਆ ਤੇ ਫੋਨ ਆ ਕੇ ਰੱਖਤਾ, ਮੈਂ ਡਿਲੀਟ ਨਹੀਂ ਹੋਇਆ ਮੈਸੇਜ ਮੇਰੇ ਤੋਂ। ਉਹ ਵਾਈਫ ਨੂੰ ਪਤਾ ਲੱਗ ਗਿਆ, ਉਹ ਜਦੋਂ ਪੁੱਛਿਆ ਮਾਤਾ ਨੂੰ ਤਾਂ ਪਤਾ ਲੱਗ ਗਿਆ ਨਹੀਂ ਨਸ਼ੇ ਦੀ ਗੱਲ ਹੈ। ਤੇ ਵਾਈਫ ਮੇਰੀ ਲੜਨ ਲੱਗੀ ਮੇਰੇ ਨਾਲ, ਤੂੰ ਆਹ ਪੈਸੇ ਕਿੱਥੇ ਦੱਸ। ਮੈਂ ਕਿਹਾ ਕਿਸੇ ਗਰੀਬ ਦੇ ਮੈਂ ਕਮਰਾ ਪਵਾਤਾ, ਉਹਦਾ ਘਰ ਡਿੱਗ ਪਿਆ, ਮੇਰਾ ਫਰੈਂਡ ਸੀ ਕੋਈ, ਤੇ ਇੱਦਾਂ ਕਰਕੇ ਮੈਂ ਬਹਾਨੇ ਲਾ ਕੇ ਖਹਿੜਾ ਛਡਾ ਲਿਆ। ਤੁਹਾਡੀ ਕਦੇ ਮਤਲਬ ਕਿ ਮਾਤਾ ਨੇ ਤੁਹਾਨੂੰ ਕੁਝ ਕਿਹਾ ਹੋਵੇ ਮਤਲਬ ਕਿਸੇ ਨਸ਼ੇ ਰੋਕਣ ਲਈ? ਹਾਂਜੀ ਹਾਂਜੀ, ਜਦੋਂ ਡੈਡੀ ਡੈਥ ਹੋਈ ਤੋਂ ਬਾਅਦ ਜਦੋਂ ਮੈਂ ਨਹੀਂ ਹਟਿਆ ਤੇ ਗਲੇ ਉਹ ਵੀ ਕਲੇਸ਼ ਤਾਂ ਰਹਿੰਦਾ ਸੀ, ਪੈਸੇ ਦਿਓ ਮੈਨੂੰ ਕਿਵੇਂ। ਤੇ ਮਾਤਾ ਕਹਿੰਦੇ ਵੀ ਤੂੰ ਆਪਦੇ ਡੈਡੀ ਨੂੰ ਖਾ ਗਿਆ, ਕਹਿੰਦੇ ਵੀ ਤੇਰੀ ਵਜ੍ਹਾ ਕਰਕੇ ਤੇਰਾ ਪਿਓ ਮਰਿਆ, ਤੂੰ ਹਜੇ ਵੀ ਸ਼ਰਮ ਨਹੀਂ ਮੰਨਦਾ ਵੀ ਤੂੰ ਹਜੇ ਵੀ ਇਸ ਕੰਮ 'ਚ ਪਿਆ। ਪਰ ਬਾਈ ਉਦੋਂ ਨਹੀਂ ਇੰਨਾ ਹੁੰਦਾ ਸੀ, ਪਰ ਉਹਦਾ ਨਸ਼ੇ ਦੀ ਪੂਰਤੀ ਸੀ, ਜਾਂ ਆਪਦਾ ਇੱਧਰ ਦੀ ਸੁਣ ਕੇ ਇੱਧਰ ਦੀ ਕੱਢ ਦੇਈ ਸੀ, ਦਿਲ ਤੇ ਵੱਜੀ ਨਹੀਂ। ਮਤਲਬ ਕਿ ਉਹ ਰਿਸ਼ਤੇ ਖਤਮ ਹੀ ਹੋ ਜਾਂਦੇ ਸੀ। ਖਤਮ ਪਾਣੀ, ਜਿਵੇਂ ਆਪਾਂ ਕਹਿੰਦੇ ਖੂਨ ਪਾਣੀ ਬਣ ਜਾਂਦਾ, ਉਹ ਚੀਜ਼ ਹੋਈ ਪਈ ਸੀ ਬਾਈ। ਖੂਨ ਪਾਣੀ ਹੋ ਗਿਆ ਸੀ ਬਾਈ। ਮਤਲਬ ਕਿ ਸਾਰੇ ਰਿਸ਼ਤੇ ਜਿਹੜੇ ਦੇਖਦੇ ਸੀ ਇੱਕ ਜਰੀਏ ਲੱਗਦੇ ਸੀ ਇਹਨਾਂ 'ਚ ਪੈਸਾ ਕਿਵੇਂ ਹੈ। ਹਾਂਜੀ, ਕਿਸੇ ਰਿਸ਼ਤੇਦਾਰੀ 'ਚ ਜਾਣਾ ਤਾਂ ਉਹਨਾਂ ਨੂੰ ਬਹਾਨਾ ਮਾਰ ਦੇਣਾ, ਮੇਰੀ ਕਾਰ ਵੱਜ ਗਈ, ਪੈਸੇ ਦਿਓ 500,000 ਰੁਪਇਆ, ਇੱਦਾਂ ਕਰਕੇ ਬਹਾਨੇ ਲਾ ਦੇਣਾ। ਤੇ ਤੁਹਾਡੇ ਤੇ ਜਿਹੜੇ ਤੁਸੀਂ ਦੱਸੇ ਸੀ ਬਦਮਾਸ਼ੀ ਜੀ ਪੈ ਗਈ, ਕਈ ਰਿਪੋਰਟਸ 'ਚ ਪਰਚੇ ਵੀ ਹੋ ਗਏ ਹੈ ਨਾ, ਤਾਂ ਮਤਲਬ ਕਿ ਉਹਨਾਂ ਲਈ ਤੁਹਾਨੂੰ ਕੋਈ ਸਜ਼ਾ ਵੀ ਹੋਈ? ਨਹੀਂ ਬਾਈ ਜੀ, ਸਜ਼ਾ ਨਾ ਥੋੜਾ ਜਿਹਾ ਸਾਡਾ ਪੋਲੀਟੀਕਲੀ ਸਰਕਲ ਜਿਹੜਾ ਹੱਥ ਸੀਗਾ ਪੋਲੀਟੀਸ਼ੀਅਨਸ ਦਾ, ਤੇ ਜੇ ਕੋਈ ਹੁੰਦਾ ਵੀ ਸੀ ਪਰਚਾ, ਉਹ ਉੱਥੇ ਥਾਣੇ 'ਚ ਫੋਨ ਕਰਕੇ ਮੌਕੇ ਤੇ ਐਂਟੀ ਪਾਰਟੀ ਨੂੰ ਡਰਾ ਧਮਕਾ ਕੇ ਪੁਲਿਸ ਵਾਲਿਆਂ 'ਚ ਨਵੇੜਾ ਹੋ ਜਾਂਦਾ ਸੀ ਮੌਕੇ ਤੇ। ਪੋਲੀਟੀਕਲੀ ਤੁਹਾਡੇ ਮਤਲਬ ਕਿ ਲਿੰਕ ਸੀਗੇ। ਹਾਂਜੀ ਹਾਂਜੀ। ਤੇ ਤੁਹਾਡੇ ਨਾਲ ਕਦੇ ਇਹੋ ਜਿਹੀ ਵੀ ਘਟਨਾ ਹੋਈ ਹੈ ਵੀ ਨਸ਼ੇ ਕਰਕੇ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਹੋਵੇ ਜਾਂ ਤੁਸੀਂ ਕਿਤੇ ਡਿੱਗੇ ਪਏ ਹੋ? ਹਾਂਜੀ ਹਾਂਜੀ ਬਾਈ, ਐਕਸੀਡੈਂਟ ਵੀ ਹੋਇਆ ਕਈ ਵਾਰੀ ਮੋਟਰਸਾਈਕਲ ਤੇ ਜਿਵੇਂ ਤੁਰੇ ਜਾਂਦੇ ਆ। ਤੇ ਇੱਕ ਵਾਰੀ ਬਾਈ ਜੀ ਮੈਂ ਮੋਟਰਸਾਈਕਲ ਤੇ ਜ਼ਿਆਦਾ ਅੱਖਾਂ ਮੀਚੀਆਂ ਮੇਰੀਆਂ ਆਉਣ ਮੇਰੀਆਂ, ਤੇ ਮੈਂ ਬਠਿੰਡਾ ਰੋਡ ਹੈਗਾ ਸਾਡਾ ਮੁਕਤਸਰ ਬਠਿੰਡਾ ਰੋਡ, ਮੇਨ ਰੋਡ ਤੇ ਮੈਂ ਡਿੱਗ ਪਿਆ ਵਿਚਾਲੇ।
ਆਪਣੇ ਬਠਿੰਡਾ ਮੁਕਤਸਰ ਤੇ ਮੇਨ ਰੋਡ ਤੇ ਜਮਾ ਵਿਚਾਲੇ ਡਿੱਗਿਆ ਮੈਂ ਬਾਈ ਜੀ, ਮਾੜਾ ਜ਼ਿਆਦਾ ਅੱਖਾਂ ਮੇਰੀਆਂ ਡਿੱਗ ਪਿਆ ਮੈਂ। ਤੇ ਜਿਹੜੇ ਬੰਦੇ ਨੇ ਆ ਕੇ ਚੱਕਿਆ ਮੈਨੂੰ, ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਪਰਮਾਤਮਾ ਦੀ ਤੇਰੇ ਤੇ ਚੱਲ ਕਿਰਪਾ ਲਾ ਵੀ ਕੋਈ ਚੀਜ਼ ਕੋਈ ਵੱਡੀ ਨਹੀਂ ਆਏਗੀ ਤੇ ਨਹੀਂ ਤੈਨੂੰ ਮੈਂ ਤੇ ਕਿਹਾ ਲੋਕਾਂ ਦੀ, ਕਿਉਂਕਿ ਮੂੰਹ ਨੇ ਹਨੇਰਾ ਜਿਹਾ ਸੀਗਾ ਸ਼ਾਮ ਦਾ ਵੇਲਾ, ਹਨੇਰਾ ਜਿਹਾ ਹੁੰਦਾ ਉਦੋਂ ਥੋੜੀ ਲਾਈਟ ਵੀ ਉਹ ਜੀ ਹੁੰਦੀ ਹੈ ਤੇ ਵੀ ਕੋਈ ਵੱਡੀ ਚੀਜ਼ ਨਹੀਂ ਆਏਗੀ। ਉਹਨੇ ਮੈਨੂੰ ਉਠਾਇਆ ਕਿ ਭਾਈ ਵੱਡੀ ਚੀਜ਼ ਉਸ ਟਾਈਮ ਰੋਕਣੀ ਵੀ ਔਖੀ ਕਿਉਂਕਿ ਤੇਜ਼ ਡੀਡੀ ਰੋਡ ਸੀਗਾ, ਮੇਨ ਰੋਡ ਸੀਗਾ ਤੇ ਬਾਈ ਜੀ ਤੇਜ਼ ਆਉਂਦੀ ਗੱਡੀ। ਚਲੋ ਆਪਣੇ ਕਈ ਇਹੋ ਜਿਹੇ ਵੀ ਲੋਕ ਹੈਗੇ ਹਨਾ ਵੀ ਜਿਹੜੇ ਮਤਲਬ ਕਿ ਰਾਹ ਪੈ ਨੂੰ ਚੱਕ ਕੇ ਪਾਸੇ ਕਰਦਾ ਵਾ ਹਨਾ। ਹਾਂਜੀ, ਕਿਸਮਤ ਚੰਗੀ ਲਾ ਲਓ, ਜਾਂ ਕੋਈ ਮਾਂ ਪਿਓ ਦਾ ਕੋਈ ਕਰਮ ਚੰਗਾ ਦਿੱਤਾ ਲਿਆ ਅੱਗੇ ਆ ਗਿਆ, ਨਹੀਂ ਤਾਂ ਕੋਈ ਆਮ ਹੱਥ ਨਹੀਂ ਪਾਉਂਦਾ ਸੀ ਤੇ ਕਹਿੰਦਾ ਪਤਾ ਨਹੀਂ ਕਿਉਂ ਮਰੇ ਪਿਆ ਉਹਦੇ ਗੱਲ ਨਾਲ ਇਦਾਂ ਦੀ ਹੋ ਜਾਂਦੀ। ਗੱਲ ਇਹ ਵੀ ਬਹੁਤ ਜ਼ਿਆਦਾ ਹਾਂਜੀ ਹਾਂਜੀ, ਕੋਈ ਵੀ ਪਿਆਰ ਦਾ ਤਾਂ ਗੱਲ ਪੈਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਤੇ ਉਸ ਤੋਂ ਬਾਅਦ ਮਤਲਬ ਕਿ ਤੁਹਾਡੇ ਮਨ 'ਚ ਕਦੇ ਮਤਲਬ ਕਿ ਘਰੋਂ ਅੱਕ ਕੇ ਕੋਈ ਸੁਸਾਈਡ ਕਰਨ ਦਾ ਜਾਂ ਕੋਈ ਇਹੋ ਜਿਹੀ ਚੀਜ਼ ਨਹੀਂ ਦਿਮਾਗ ਦੇ ਵਿੱਚ ਖਿੱਚ ਕੇ ਕੋਈ ਮਤਲਬ ਕਿ ਮਰਨ ਦਾ ਕੀਤਾ ਹੋਵੇ, ਮੈਂ ਤਾਂ ਮਰਦਾ ਜਾਂ ਐਂ ਕਰਦਾ, ਸੌ ਬਹਾਨੇ ਆਪਣੇ ਲਾਉਂਦੇ ਆ ਨਸ਼ੇ ਵਾਲੇ ਹਨਾ। ਨਹੀਂ ਬਾਈ, ਇਹ ਵੀ ਚੀਜ਼ ਕਦੇ ਮਨ 'ਚ ਆਈ ਨਹੀਂ ਗੀ ਬਾਈ। ਇਹਦਾ ਕਾਰਨ ਇਹ ਸੀ ਨਸ਼ਾ, ਜਦੋਂ ਮੈਂ ਨਸ਼ੇ ਦੌਰ 'ਚ ਵੀ ਸੀ ਨਾ, ਉਦੋਂ ਵੀ ਮੈਂ ਗੇਮ ਨਾਲ ਥੋੜਾ ਜਿਹਾ ਜੁੜਿਆ ਰਿਹਾ। ਕ੍ਰਿਕਟ ਖੇਡਦਾ ਹੁੰਦਾ ਸੀ ਮੈਂ, ਤੇ ਪਹਿਲਾਂ ਕਬੱਡੀ ਖੇਡਦਾ, ਫਿਰ ਚਲੋ ਕ੍ਰਿਕਟ ਵੀ ਖੇਡਦਾ ਸੀ, ਕਬੱਡੀ ਵੀ, ਦੋਨੇ ਗੇਮਾਂ ਸੀ ਮੇਰੇ ਕੋਲ। ਤੇ ਕ੍ਰਿਕਟ ਨਾਲ ਜੁੜਿਆ ਕਰਕੇ ਨਾ, ਕਿਉਂਕਿ ਸਪੋਰਟਸਮੈਨ ਤੁਸੀਂ ਲਾ ਲਓ ਵੀ 100 ਚੋਂ 90% ਕੋਈ ਖੁਦਕੁਸ਼ੀ ਨਹੀਂ ਕਰਦਾ, 10% ਹੋਣਗੇ, ਕਿਉਂਕਿ ਉਹਨਾਂ ਨੇ ਉਤਰਾਅ ਚੜ੍ਹਾਅ ਉਹ ਗੇਮ 'ਚ ਹੀ ਦੇਖੀ ਹੁੰਦੀ, ਹਾਰ ਜਿੱਤ ਦੇਖੀ ਹੁੰਦੀ ਆ, ਡਿੱਗਣਾ ਉੱਠਣਾ ਡਿੱਗਣਾ। ਉਹ ਚੀਜ਼ ਕਰਕੇ ਥੋੜਾ ਜਿਹਾ ਮਾਈਂਡ ਇਸ ਚੀਜ਼ 'ਚ ਸਟਰੋਂਗ ਸੀ ਮੇਰਾ, ਵੀ ਖੁਦਕੁਸ਼ੀ ਦੀ ਟਰਾਈ ਨਹੀਂ ਕੀਤੀ ਗਈ ਮੈਂ ਕਦੇ। ਮਤਲਬ ਤੁਹਾਨੂੰ ਥੋੜਾ ਬਹੁਤ ਉਹੀ ਮੋਟੀਵੇਟ ਕਰੀ ਹਾਂਜੀ ਹਾਂਜੀ, ਉਹ ਚੀਜ਼ ਥੋੜਾ ਜਿਹਾ ਕਰੀ ਰੱਖਿਆ ਮੈਨੂੰ, ਉਹ ਚੀਜ਼ ਨੇ ਰੋਕੀ ਰੱਖਿਆ ਇਹ ਚੀਜ਼ ਤੋਂ ਵੀ ਮੈਂ ਮਰਨਾ ਜਾਂ ਮੈਂ ਖੁਦਕੁਸ਼ੀ ਕਰਨੀ ਹੈ। ਹਾਂਜੀ, ਤੇ ਆਪਾਂ ਅੱਜ ਕੱਲ੍ਹ ਕਈ ਵਾਰੀ ਮੋਬਾਈਲ ਤੇ ਦੇਖਦੇ ਹਾਂ ਨਾ ਵੀ ਕੋਈ ਟੀਕਾ ਲਾ ਕੇ ਇੱਥੇ ਡਿੱਗਿਆ ਪਿਆ ਗਾ, ਕੋਈ ਕਿਵੇਂ ਪਿਆ ਗਾ, ਕੋਈ ਤੜਫ ਰਿਹਾ ਗਾ। ਹਾਂਜੀ, ਤੇ ਤੁਹਾਡੇ ਨਾਲ ਵੀ ਕਦੇ ਇਹੋ ਜਿਹੀ ਘਟਨਾ ਹੋਈ ਹੈ? ਹਾਂਜੀ ਬਾਈ ਜੀ, ਮੇਰੇ ਨਾਲ ਲਾਸਟ ਵਾਰੀ ਜਿੱਦੇ ਮੈਂ ਲਾਸਟ ਵਾਰੀ ਲਾਇਆ ਨਾ ਬਾਈ, ਤੁਹਾਨੂੰ ਮੈਂ ਦੱਸਦਾ। ਪਹਿਲਾਂ ਮੈਂ ਘਰੋਂ ਸੀਮੈਂਟ ਦੇ 2 ਗੱਟੇ ਸੀਗੇ ਸੁਬਾਹ, ਉਹ ਘਰ ਪੈਂਦਾ ਸੀ ਮੇਰਾ ਆਪਦਾ ਹੀ, ਸੀਮੈਂਟ ਦੇ ਗੱਟੇ ਚੱਕ ਕੇ ਤੇ ਮੈਂ ਵੇਚਦੇ ਨਾਲ ਦੇ ਪਿੰਡ ਇੱਕ ਦੁਕਾਨ ਤੇ। ਉੱਥੋਂ ਬਾਈ ਜਿਹੜੇ ਪੈਸੇ ਮਿਲੇ ਮੈਨੂੰ, ਤੇ ਕੁਝ ਪੈਸੇ ਕੋਲੇ ਵੀ ਸੀਗੇ ਮੇਰੇ ਵਿੱਚ, ਤੇ ਮੈਂ ਜਾ ਕੇ ਲੈ ਲਿਆ ਨਾਲ, ਮੇਰੇ ਮੁੰਡਾ ਇੱਕ ਹੋਰ ਸੀਗਾ ਨਾਲ। ਜਦੋਂ ਲੈ ਲਿਆ ਤੇ ਮੈਂ ਬਾਈ 1500 ਦਾ ਇਕੱਠਾ ਪਾ ਕੇ ਤੇ ਟੀਕਾ ਲਾਇਆ ਉੱਥੇ ਨਾਲ ਦੇ ਪਿੰਡ ਸੂਆ ਸੀ ਉਹਦੀ ਪਰੜੀ ਤੇ। ਜਦੋਂ ਲਾਇਆ ਬਾਈ ਤੇ ਮੈਨੂੰ ਥੋੜਾ ਜਿਆਦਾ ਵੀ ਅੱਧੀ ਕਿ ਸਿਰਿੰਜ ਗਾਂ ਗਈ ਹੋਣੀ ਆ, ਤੇ ਮੈਨੂੰ ਨਹੀਂ ਪਤਾ ਲੱਗਿਆ। 7:30 8 ਦਾ ਟਾਈਮ ਹੋਊਗਾ ਬਾਈ, ਸਿਆਲਾਂ ਦੇ ਦਿਨ ਸੀਗੇ, ਤੇ ਮੈਨੂੰ ਨਹੀਂ ਪਤਾ ਲੱਗਿਆ ਕਿੱਥੇ ਪਿਆ, ਕਿੱਥੇ ਬੇਹੋਸ਼ ਹੋ ਗਿਆ ਜੀ, ਸਮਝ ਲਓ ਪਤਾ ਹੀ ਨਹੀਂ ਲੱਗਿਆ, ਮੈਨੂੰ ਤਾਂ ਕੋਈ ਯਾਦ ਹੀ ਨਹੀਂ ਗਾ। ਤੇ ਉਹ ਨਾਲ ਦੇ ਮੁੰਡੇ ਨੇ ਉਠਾਇਆ, ਉਹ ਦੱਸਦਾ ਵੀ 5 5:30 ਵਜੇ ਨੂੰ ਹੋਸ਼ ਆਈ ਹੈ। ਮਤਲਬ ਸਵੇਰ ਦੇ 8 ਵਜੇ ਦਾ ਤੁਸੀਂ ਨਸ਼ਾ ਕੀਤਾ ਤੇ ਸ਼ਾਮ ਦੇ ਜਾ ਕੇ ਕਿਤੇ ਹੋਸ਼ ਆਈ? ਹਾਂਜੀ ਹਾਂਜੀ ਬਾਈ ਜੀ, ਹੋਸ਼ ਆਈ। ਤੇ ਉਹ ਵੀ ਲਾ ਲਓ ਵੀ ਮੈਂ ਵੀ ਉਹਦੇ ਬੰਦੇ ਜਿਹੜਾ ਨਾਲ ਸੀ ਮੇਰੇ ਮੁੰਡਾ, ਵੀ ਉਹਦੇ ਪਰਮਾਤਮਾ ਨੇ ਪਤਾ ਨਹੀਂ ਕੀ ਮਨ ਚਾਹਿਆ, ਨਹੀਂ ਤਾਂ ਅਕਸਰ ਜੇ ਕੋਈ ਨਾਲ ਦੇ ਨੂੰ ਕੁਛ ਹੋ ਜੇ ਛੱਡ ਕੇ ਭੱਜ ਜਾਂਦਾ, ਪਰ ਉਹ ਮੈਨੂੰ ਛੱਡ ਕੇ ਨਹੀਂ ਭੱਜਿਆ। ਤੇ ਉਹ ਆਂਦਾ ਮੈਂ ਤੇਰੇ ਚਮਚੇ ਨਾਲ ਦੰਗਲ ਪਈ ਹੋਈ ਸੀ, ਭੱਜ ਕੇ ਪਾਣੀ ਪਾਉਂਦਾ ਰਿਹਾ ਸਾਨੂੰ ਕਿ ਜਿਹੜਾ ਸੰਗ ਨਾ ਕਿਸੇ ਨਾ ਲੱਗੇ। ਮੈਨੂੰ ਘੜੀਸਿਆ ਬਹੁਤ, ਉਹਨੇ ਥੱਪੜ ਬਹੁਤ ਮਾਰੇ ਮੇਰੇ, ਜਿਵੇਂ ਸਾਤਰਾ ਤੇਰੇ ਬਹੁਤ ਥੱਪੜ ਮਾਰੇ, ਕਿਉਂਕਿ ਮੇਰੇ ਪੀੜ ਹੋਈ ਜਦੋਂ ਮੈਂ ਉੱਠਿਆ, ਥੋੜੀ ਹੋਸ਼ ਹੁੰਦੀ ਕਿ ਵੀ ਆਹ ਚੀਜ਼ਾਂ ਲੋਕਾਂ ਮੇਰੇ ਜਵਾੜੇ ਆ, ਛਾਤੀ ਦੇ ਉਹਨੇ ਮੁੱਕੀਆਂ ਮਾਰੀਆਂ ਹੋਣੀਆਂ ਜਾਂ ਕੁਛ ਵੀ ਮੈਂ ਦੱਸਿਆ। ਤੇ ਜਦੋਂ ਮੈਨੂੰ ਹੋਸ਼ ਆਈ ਬਾਈ ਜੀ, ਇੱਕੋ ਦਾ ਮੇਰੇ ਦਿਮਾਗ 'ਚ ਇਹੀ ਚੀਜ਼ ਆਈ, ਪਰਮਾਤਮਾ ਨੇ ਲਾ ਲਓ ਵੀ, ਕਿਉਂਕਿ ਮੇਰੀ ਮਿਸਿਸ ਗੁੜੀਆ ਤੇ ਮਾਤਾ ਦਾ ਖਿਆਲ ਆਇਆ ਯਕਦਮ ਵੀ ਜੇ ਮਨਾ ਤੈਨੂੰ ਕੁਛ ਹੋ ਜਾਂਦਾ, ਵੀ ਤਿੰਨੇ ਘਰੇ ਕੁੜੀਆਂ ਹੀ ਰਹਿ ਗਈਆਂ ਸੀ ਮੈਂ ਜਾਣੀ ਕਿ ਹਨਾ। ਇੱਕਦਮ ਚਿਹਰਾ ਤੁਹਾਡੇ ਮਤਲਬ ਕਿ ਪੂਰੇ ਮਾਂ ਦਾ ਆਇਆ, ਭੈਣ ਦਾ ਆਇਆ, ਬੇਟੀ ਦਾ ਵੀ ਆਇਆ, ਵਾਈਫ ਦਾ ਵੀ ਆਇਆ, ਹਾਂਜੀ, ਕਿਤੇ ਇਕੱਲੀਆਂ ਲੇਡੀਜ਼ ਰਹੇ ਨੇ, ਤੇ ਤੁਹਾਨੂੰ ਪਤਾ ਵੀ ਇਕੱਲੀ ਲੇਡੀਜ਼ ਨੂੰ ਸਮਾਜ ਅੱਜ ਕੱਲ੍ਹ ਕਿੱਥੇ ਹਨਾ ਜੀ। ਤੇ ਉਹ ਚੀਜ਼ ਦਾ ਤੇ ਮੈਨੂੰ ਇਹ ਵੀ ਹੋਇਆ ਵੀ ਜਿਹੜੀ ਮਾਤਾ ਨੂੰ ਵੀ ਇਹ ਮੇਨੇ ਵਜਣਗੇ, ਅਮਲੀ ਤੇਰਾ ਪੁੱਤ ਮਰ ਗਿਆ, ਅਮਲੀ ਸੀ ਉਹਦਾ, ਨਸ਼ਾ ਕਰਦਾ ਮਰ ਗਿਆ। ਤੇ ਵੀ ਮਿਸੇ ਨੂੰ ਕੁੜੀਆਂ ਨੂੰ ਜਦੋਂ ਵੱਡੀ ਹੋ ਗਈ, ਉਹਨੂੰ ਕੀ ਕੀ ਕਠਿਨਾਈਆਂ ਦਾ ਸਾਹਮਣਾ, ਉਹ ਕੋਈ 5-4 ਮਿੰਟਾਂ 'ਚ ਮੇਰੇ ਦਿਮਾਗ 'ਚ ਆਇਆ, ਜਾਂ ਪਰਮਾਤਮਾ ਨੇ ਜਿਵੇਂ ਕੋਈ ਆਇਆ। ਤੇ ਮੇਰੇ ਕੋਲ ਜਿਹੜਾ ਸਮਾਨ ਸੀਗਾ ਕੁਛ ਸੀਗਾ ਨਸ਼ਾ ਚਿੱਟਾ, ਉਹ ਮੈਂ ਨਾਲ ਦੇ ਨੂੰ ਮੈਂ ਕਿਹਾ ਯਾਰ ਮੈਂ ਤਾਂ ਨਹੀਂ ਕਰਦਾ ਇਸ ਤੋਂ ਬਾਅਦ। ਤੇ ਉਦੋਂ ਦੀ ਰਾਤ ਨੂੰ ਮੈਂ ਆਪਣੀ ਮਿਸੇ ਨੂੰ ਜਾ ਕੇ ਖੁਦ ਦੱਸਿਆ ਵੀ ਉਹਨੂੰ, ਕਿਉਂਕਿ ਉਹਨੂੰ ਤਾਂ ਇਹ ਦੱਸਿਆ ਸੀ ਮੈਂ ਜਾਂ ਫੀਮ ਖਾਨਾ ਜਾਂ ਦਾਰੂ ਪੀਣਾ। 7 ਸਾਲ ਸਾਡੀ ਮੈਰਿਜ ਹੋ ਗਈ ਸੀ, ਕਦੇ ਨਹੀਂ ਪਤਾ ਲੱਗਦਾ ਕਦੀ ਨਾ ਸਿੱਖ ਦਾ, ਨਾ ਕੋਈ ਜਾਤੇ ਦਾ, ਤੇ ਨਾ ਕੋਈ ਹੋਰ ਫੀਮ ਤੇ ਦਾਰੂ ਪੀਣੀ। ਮੈਂ ਜਦੋਂ ਗਿਆ ਤੇ ਉਹਨਾਂ ਨੂੰ ਦੱਸਿਆ ਜਾ ਕੇ, ਮੈਂ ਕਿਹਾ ਮੈਂ ਕਰਕੇ ਵੀ ਆਹ ਨਸ਼ੇ ਵੀ ਕਰਦਾ, ਪਰ ਅੱਜ ਤੋਂ ਬਾਅਦ ਨਹੀਂ ਕਰਦਾ। ਵੀ ਹੁੰਦਾ ਵੀ ਹਨਾ ਵੀ ਲੇਡੀਜ਼ ਇਮੋਸ਼ਨਲ ਵੀ ਰੋਏ ਪਹਿਲਾਂ, ਪਰ
ਬਾਅਦ ਚੋਂ ਮੈਨੂੰ ਕਹਿੰਦੇ ਵੀ ਮੈਨੂੰ ਇੰਨੀ ਕੀ ਖੁਸ਼ੀ ਹੈ ਵੀ ਤੂੰ ਆਪਦੀ ਆਪ ਮੈਨੂੰ ਦੱਸਿਆ ਕਿ ਇਹ ਹੋਰ ਕਿਤੋਂ ਪਤਾ ਲੱਗਦੀ ਮੈਂ ਵੀ ਇੱਥੇ ਨਹੀਂ ਰਹਿਣਾ ਸੀ, ਚਲੇ ਜਾਣਾ ਸੀ। ਸ਼ਾਇਦ ਤੁਹਾਡੇ ਨਾਲ ਨਹੀਂ ਰਹਿਣਾ ਸੀ, ਇੱਕ ਤਰ੍ਹਾਂ ਦਾ ਉਹਨਾਂ ਨੂੰ ਇੱਕ ਧੋਖੇ ਦਾ ਅਹਿਸਾਸ ਹੋਇਆ। ਧੋਖੇ ਦਾ ਅਹਿਸਾਸ ਹੋ ਗਿਆ ਨਾ ਕਿਉਂ ਤੁਹਾਡੇ ਨਾਲ ਮਤਲਬ ਕਿ ਇੰਨੇ ਸਾਲ 7 ਸਾਲ ਰਹੇ ਤੇ ਉਹਨਾਂ ਨੂੰ ਵਿਸ਼ਵਾਸ ਸੀ ਤੁਹਾਡੇ ਤੇ ਵਿਸ਼ਵਾਸ ਕਿ ਕੋਈ ਸੀ। ਤੁਸੀਂ ਜ਼ਿਆਦਾ ਨਸ਼ਾ ਨਹੀਂ ਕਰਦੇ ਹਨਾ, ਥੋੜੀ ਬਹੁਤੇ ਨਸ਼ੇ ਦੀ ਤੁਹਾਨੂੰ ਮਤਲਬ ਕਿ ਲੱਤ ਲੱਗੀ ਹੋਈ ਹੈ। ਪਰ ਅਖੀਰ ਦੇ ਵਿੱਚ ਜਦੋਂ ਬੰਦਾ ਸੱਚ ਸੁਣਦਾ, ਸੱਚ ਇੱਕ ਕੌੜਾ ਹੁੰਦਾ ਹੈ ਨਾ, ਪਰ ਤੁਹਾਡੇ ਮੂੰਹੋਂ ਸੁਣਿਆ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਵਿਸ਼ਵਾਸ ਕਰ ਗਿਆ ਵਿਸ਼ਵਾਸ ਆ ਕਿ ਗਿਆ। ਸ਼ਾਇਦ ਇਹ ਛੱਡਣਾ ਚਾਹੁੰਦਾ ਜੋ ਮੈਨੂੰ ਅੱਜ ਦੱਸਿਆ ਹਾਂਜੀ। ਮੇਰੇ ਖਿਆਲ ਦੇ ਵਿੱਚ ਇਹੀ ਮੇਨ ਵੱਡੀ ਘਟਨਾ ਹੋ ਗਈ ਨਾ ਜਿੱਥੇ ਤੁਹਾਨੂੰ ਠੋਕਰ ਲੱਗੀ ਕਿ ਸ਼ਾਇਦ ਮੈਨੂੰ ਅੱਜ ਹੁਣ ਛੱਡ ਦੇਣਾ ਚਾਹੀਦਾ, ਟਾਈਮ ਆ ਗਿਆ ਹਨਾ। ਹਾਂਜੀ ਹਾਂਜੀ ਬਾਈ ਜੀ, ਕਿਤੇ ਨਾ ਕਿਤੇ ਕਲਿੱਕ ਹੁੰਦੀ ਆ ਆਪਣੇ ਦਿਮਾਗ 'ਚ ਵੀ ਹਨਾ, ਹੁਣ ਤੇਰਾ ਟਾਈਮ ਆ ਗਿਆ। ਟਾਈਮ ਆ ਗਿਆ ਹਾਂਜੀ। ਉੱਥੇ ਹਾਂਜੀ ਕਈ ਮੈਨੂੰ ਐਂ ਹੋਇਆ ਵੀ ਪ੍ਰਮਾਤਮਾ ਨੇ ਵੀ ਤੈਨੂੰ ਪੂਰੀ ਜ਼ਿੰਦਗੀ ਦਿੱਤੀ, ਹੋ ਸਕਦਾ ਕੋਈ ਤੇਰੇ ਹੱਥੋਂ ਕੁਛ ਕਿ ਉਹਨੇ ਤੇਰਾ ਚੰਗਾ ਤੇਰੀ ਕੋਈ ਸੇਵਾ ਲਿਖੀ ਹੋਵੇ ਜਾਂ ਕੋਈ ਹਨਾ ਉਹ ਚੀਜ਼ ਕਰਕੇ ਹਾਂਜੀ ਮੈਨੂੰ ਹੋਇਆ ਥੋੜਾ ਜਿਹਾ ਅਹਿਸਾਸ ਇਹ ਚੀਜ਼ ਦਾ। ਕਿਤੇ ਨਾ ਕਿਤੇ ਮਤਲਬ ਕਿ ਜਾ ਕੇ ਕਿਤੇ ਨਾ ਕਿਤੇ ਆਪਾਂ ਨੂੰ ਅਹਿਸਾਸ ਜ਼ਰੂਰ ਹੋ ਜਾਂਦਾ ਵੀ ਹੁਣ ਸ਼ਾਇਦ ਇਹਨਾਂ ਚੀਜ਼ਾਂ ਦਾ ਅੰਤ ਹੋ ਚੁੱਕਿਆ ਵੀ ਨਹੀਂ ਕਰਨਾ ਚਾਹੀਦਾ ਇਸ ਤੋਂ ਗਾਹਾਂ ਹਨਾ। ਹਾਂਜੀ ਤੇ ਇਸੇ ਤਰ੍ਹਾਂ ਹੀ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਵੀ ਤੁਹਾਨੂੰ ਵੀ ਕਿਤੇ ਨਾ ਕਿਤੇ ਠੋਕਰ ਜ਼ਰੂਰ ਲੱਗਦੀ ਆ, ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਰਿਮਾਈਂਡ ਕਰਾਉਂਦਾ ਰੱਬ ਵੀ ਹਾਂ ਇਸ ਚੀਜ਼ਾਂ ਦਾ ਹੁਣ ਅੰਤ ਹੋ ਗਿਆ ਜਾਂ ਬਹੁਤ ਹੋ ਚੁੱਕਿਆ, ਪਰ ਤੁਹਾਨੂੰ ਸਿਰਫ ਇੱਕ ਥੋੜੀ ਜਿਹੀ ਸਮਝਣ ਦੀ ਲੋੜ ਆ। ਤੇ ਅੱਗੇ ਆਪਾਂ ਆਪਣੇ ਵੀਰ ਨੂੰ ਪਵਿੱਤਰ ਜੀ ਨੂੰ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਫਿਰ ਉਹਨਾਂ ਨੇ ਛੱਡਣ ਦੀ ਸ਼ੁਰੂਆਤ ਕੀਤੀ, ਕਿਸ ਤਰ੍ਹਾਂ ਤੁਸੀਂ ਛੱਡਣ ਲਈ ਕੀ ਉਪਰਾਲਾ ਕੀਤਾ ਹਨਾ। ਮੇਨ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇਹੀ ਹੁੰਦਾ ਵੀ ਕਿਸ ਤਰ੍ਹਾਂ ਛੱਡੀ, ਸਾਡੇ ਤੋਂ ਛੱਡਿਆ ਨਹੀਂ ਜਾਂਦਾ, ਸਾਡੇ ਤੋਂ ਤੋੜ ਲੱਗਦੀ ਆ ਸਾਨੂੰ, ਮਤਲਬ ਕਿ ਸਾਡੇ ਤੋਂ ਰਿਹਾ ਨਹੀਂ ਜਾਂਦਾ। ਹਾਂਜੀ ਤਾਂ ਮਤਲਬ ਕਿ ਤੁਸੀਂ ਫਿਰ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਮਤਲਬ ਕਿ ਛੱਡਣ ਦੀ? ਮੈਂ ਦੇਖੋ ਜੀ ਜਦੋਂ ਰਾਤ ਨੂੰ ਨਾ ਵਾਈਫ ਨੂੰ ਦੱਸਿਆ ਤੇ ਸਵੇਰ ਮੈਂ ਕਿਉਂਕਿ ਚਾਚਾ ਜੀ ਛੋਟੇ ਚਾਚਾ ਜੀ ਜਿਹੜੇ ਉਹਨਾਂ ਨਾਲ ਮੇਰਾ ਜਿਵੇਂ ਕਹਿ ਦਈਏ ਫਰੈਂਡ ਦਾ ਚਾਚਾ ਕੋਈ ਜ਼ਿਆਦਾ ਸਰਕਲ ਸੀਗਾ। ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਚਾਚਾ ਜੀ ਨੂੰ ਸੱਦ, ਉਹ ਆ ਗਏ ਮੇਰੇ ਕੋਲ ਕਹਿੰਦੇ ਹਾਂ ਪੁੱਤ ਦੱਸ। ਮੈਂ ਚਾਚਾ ਮੈਂ ਨਾ ਵੀ ਛੱਡਣਾ ਚਾਹੁੰਦਾ ਤੇ ਦਵਾਈ ਦਵਾ ਦਿਓ ਮੈਨੂੰ ਵੀ ਮੈਂ ਅੱਜ ਤੋਂ ਬਾਅਦ ਨਹੀਂ ਕਰਦਾ। ਉਹ ਕਹਿੰਦੇ ਅੱਗੇ ਵੀ ਤੈਨੂੰ ਇੱਕ ਵਾਰੀ ਦਵਾਈ ਦੀ ਤੂੰ ਨਹੀਂ ਛੱਡੇਗੀ ਤੇ ਹੁਣ ਐਦਾਂ ਨਹੀਂ ਵੀ ਤੇਰੇ ਕੋਲ ਹੁਣ ਪੈਸੇ ਨਹੀਂ ਕਰਨਾ ਵੀ ਤੂੰ ਤਾਂ ਕਹਿਣਾ। ਮੈਂ ਕਿਹਾ ਨਹੀਂ ਚਾਚਾ ਹੁਣ ਮੈਂ ਛੱਡਣਾ ਚਾਹੁੰਦਾ ਤੇ ਕਹਿੰਦੇ ਪੁੱਤ ਕੋਈ ਗੱਲ ਨਹੀਂ। ਮੈਂ ਕਿਹਾ ਤੇ ਵੀ ਛੱਡ ਦੂੰਗਾ। ਮੈਂ ਕਿਹਾ ਹੁਣ ਮੈਂ ਜਮਾ ਨਹੀਂ ਕਰਦਾ ਗਾ ਵੀ ਭਾਵੇਂ ਮੇਰੇ ਤੋਂ ਕੁਝ ਮਰਜ਼ੀ ਲਿਖਾ ਕੁਝ ਕਰ ਲਓ ਯਾਨੀ ਕਿ ਮੈਂ ਨਹੀਂ ਕਰਦਾ ਭਾਵੇਂ ਮੈਂ ਮਰ ਜਾਵਾਂ। ਤੇ ਕਹਿੰਦੇ ਪੁੱਤ ਕੋਈ ਨਹੀਂ ਪੈਸੇ ਕਿੰਨੇ ਮਰਜ਼ੀ ਲੱਗ ਜਾਣ ਭਾਵੇਂ ਪਰ ਜੇ ਤੂੰ ਮਨ ਬਣਾ ਲਿਆ ਪਰ ਦਵਾ ਦੇਣੇ। ਹਾਂਜੀ ਤੇ ਵੈਸੇ ਹੀ ਮੇਰੇ ਖਿਆਲ ਕਿਸੇ ਘਰ 'ਚ ਇਹ ਜਿਹਾ ਹੁੰਦਾ ਵੀ ਜਿੱਥੇ ਚਾਚੇ ਤਾਏ ਤੁਹਾਡਾ ਸਾਥ ਨਹੀਂ ਕਰਦਾ, ਹਰ ਇੱਕ ਜੈਲਸੀ ਕਰਦੇਗਾ। ਤੇ ਉਹ ਚਾਚੇ ਬਾਰੇ ਮਤਲਬ ਕਿ ਸਾਨੂੰ ਥੋੜਾ ਜਿਹਾ ਹੋਰ ਵੀ ਡਿਟੇਲ 'ਚ ਦੱਸ ਦਿਓ ਵੀ ਕੀ ਤੁਹਾਨੂੰ ਉਹ ਪਹਿਲਾਂ ਵੀ ਸਮਝਾਉਂਦੇ ਰਹੇ ਆ ਜਾਂ ਪਹਿਲਾਂ ਵੀ ਤੁਹਾਡੇ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਜੋ ਵੀ ਮਤਲਬ ਕਿ ਨਸ਼ਾ ਛਡਾਉਣ ਦੀ? ਹਾਂਜੀ ਹਾਂਜੀ ਬਾਈ ਉਹਨਾਂ ਨੇ ਸ਼ੁਰੂ ਤੋਂ ਜਦੋਂ ਮੈਂ ਖਰਾਬ ਹੁੰਦਾ ਜਦੋਂ ਤੇ ਉਦੋਂ ਵੀ ਉਹਨਾਂ ਨੇ ਬਹੁਤ ਸਮਝਾਇਆ ਮੈਨੂੰ ਪੁੱਤ ਇਸ ਪਾਸੇ ਕੁਝ ਨਹੀਂ ਰੱਖਿਆ, ਆਪਣੇ ਖਾਨਦਾਨ 'ਚ ਇਹ ਪੀੜ੍ਹੀਆਂ 'ਚ ਨਹੀਂ ਗਏ ਚੀਜ਼ਾਂ, ਨਾ ਕੋਈ ਬਦਮਾਸ਼ੀ ਹੈ ਤੇ ਨਾ ਹੀ ਕੋਈ ਨਸ਼ਾ ਕਿਸੇ ਨੇ ਕੀਤੇ ਆ ਜਾਂ ਕੰਮ ਕੀਤੇ ਆ ਤੇ ਵੀ ਤੂੰ ਪਤਾ ਹਟ ਜਾਏ ਚੀਜ਼ਾਂ ਤੋਂ। ਤੇ ਪਹਿਲਾਂ ਵੀ ਇੱਕ ਦੋ ਵਾਰੀ ਦਵਾਈ ਕੋਈ 20 ਦਿਨਾਂ ਦੀ ਮੈਂ ਛੱਡੀ ਰੱਖਿਆ, 20 ਦਿਨ ਛੱਡਿਆ ਸੀ ਉਦੋਂ ਦਵਾਈ ਨਾਲ ਜਾ ਕੇ ਇੱਕ ਜਾਂ ਦੇ ਪੁੱਤਾਂ ਨੂੰ ਉਹਨਾਂ ਨੇ ਮੈਨੂੰ ਵੀ ਰੱਖਿਆ ਤੇ ਜਾਂ ਕਹਿ ਆਪਾਂ ਦੋਸਤ ਮਿੱਤਰ ਹੁੰਦਾ ਉਸ ਤਰ੍ਹਾਂ ਵੀ ਸਮਝਾਇਆ, ਪਿਆਰ ਨਾਲ ਸਮਝਾਇਆ ਉਹਨਾਂ ਨੇ। ਕਦੇ ਕੁੱਟਿਆ ਨਹੀਂ ਮਤਲਬ? ਨਾ ਕੁੱਟਿਆ ਨਹੀਂ ਕਦੇ ਤੇ ਨਾ ਹੀ ਕਦੇ ਕੋਈ ਗਲਤ ਹੈ ਰਹਿ ਦਿੱਤੀ ਕੋਈ ਨਹੀਂ ਚੱਕਦੇ ਮੱਤੇ ਜਾਂ ਆਓ ਚੀਜ਼ ਆਪਣੀ ਕਰਦੇ। ਤੇ ਕੋਈ ਹੋਰ ਵੀ ਪਿੰਡ ਦੇ ਵਿੱਚ ਘਟਨਾ ਹੋਈ ਹੋਵੇ ਜਾਂ ਕੁਝ ਹੋਰ ਹੋਈ ਹੋਵੇ ਜਿਹਦੇ ਕਰਕੇ ਤੁਹਾਨੂੰ ਐ ਲੱਗਿਆ ਹੋਵੇ ਵੀ ਹਾਂ ਨਸ਼ਾ ਛੱਡ ਦੇਣਾ ਚਾਹੀਦਾ? ਇੱਕ ਨਾ ਜੀ ਰਿਸ਼ਤੇਦਾਰ ਲਾ ਲਓ ਜਾਂ ਨਾ ਕਿਸੇ ਪਿੰਡ ਸੁਣਦਾ ਹੁੰਦਾ ਚਾਚਾ ਜੀ ਦੱਸਦੇ ਹੁੰਦੇ ਸੀ ਕਿਸੇ ਪਿੰਡ ਕੋਈ ਸੀਗਾ ਉਹਨੂੰ ਜਾਣਦੇ ਸੀ ਚਾਚਾ ਜੀ, ਉਹਦੇ ਬਾਰੇ ਦੱਸਦੇ ਹੁੰਦੇ ਸੀ ਵੀ ਉਹ ਉਹਨਾਂ ਟਾਈਮਾਂ 'ਚ ਵੀ ਲਾ ਲਓ ਅੱਜ ਤੋਂ 20 ਸਾਲ ਪਹਿਲਾਂ ਗੋਲੀਆਂ ਖਾਂਦਾ ਸੀ ਬੰਦਾ ਤੇ ਉਹਨੇ ਆਪਣੀ ਘਰ ਵਾਲੀ ਵੀ ਕੁੱਟ ਕੇ ਕੱਢਤੀ ਜੋ ਆਸੇ ਕੱਢਤੇ ਘਰ ਤੇ ਉਹ ਫਿਰ ਹੌਲੀ ਹੌਲੀ ਆਪਣੀ ਘਰ ਵਾਲੀ ਦੇ ਕੱਪੜੇ ਵੇਚਤੇ, ਬੈੱਡ ਮੰਜੇ ਪੇਟੀ ਅਲਮਾਰੀ ਜੋ ਵੀ ਮਤਲਬ ਕਿ ਦਾਜ ਦਾ ਸਮਾਨ ਸਭ ਵੇਚਤਾ। ਜਦੋਂ ਸਭ ਕੁਝ ਮੁੱਕ ਗਿਆ ਪੈਰ ਥੱਲੇ ਪੈਂਦਾ ਹੁੰਦਾ ਸੀ ਕਮਰੇ 'ਚ, ਫਿਰ ਉਹਨੇ ਕੀ ਕੀਤਾ ਬਾਈ ਜੀ ਛੱਤ ਸੀ ਬਾਲਿਆਂ ਵਾਲੀ ਚ ਆਪਣੀ ਪਹਿਲਾਂ ਪੁਰਾਣੀ ਜੋ ਪੱਟ ਕੇ ਬਾਲੇ ਤੇ ਗਾਰਡਨ ਤੇ ਟਾਈਲਾਂ ਵੇਚੀਆਂ, ਛੱਤ ਤੱਕ ਵੇਚਦੀ ਫਿਰ ਇੱਟਾਂ ਢਾਹ ਕੇ ਕਮਰੇ ਦੀਆਂ ਵੇਚਣ ਲੱਗ ਗਏ। ਮਤਲਬ ਖੁਦ ਇਕੱਲਾ ਦਾ ਘਰ ਮਤਲਬ ਕਿ ਨਸ਼ੇ ਦੇ ਵਿੱਚ ਇੰਨੇ ਲੋਕ ਅੰਨੇ ਹੋ ਜਾਂਦੇ ਆ ਵੀ ਉਹਨਾਂ ਨੂੰ ਆਪਦੇ ਪੈਣ ਲਈ ਥਾਂ ਉਨੀ ਚੰਗੀ ਨਹੀਂ ਲੱਗਦੀ ਜਿੰਨਾ ਉਹਨਾਂ ਨੂੰ ਨਸ਼ਾ ਚੰਗਾ ਲੱਗਣ ਲੱਗ ਜਾਂਦਾ ਗਾ। ਤੇ ਉਹਨਾਂ ਨੇ ਜਿਸ ਤਰ੍ਹਾਂ ਮੇਰਾ ਵੀਰ ਦੱਸ ਰਿਹਾ ਗਾ ਵੀ ਉਹਨਾਂ ਨੇ ਘਰ ਦੀ ਇਕੱਲੀ ਇੱਟ ਵੇਚਤੀ ਹੈ। ਆਪਾਂ ਕਹਿੰਦੇ ਸੁਣਦੇ ਹੀ ਆ ਵੀ ਘਰ ਨਸ਼ਿਆਂ ਦੇ ਵਿੱਚ ਘਰ ਬਰਬਾਦ ਹੋ ਜਾਂਦੇ ਆ, ਪਰ ਉਸ ਬੰਦੇ ਨੇ ਖੁਦ ਆਪਦੇ ਹੱਥੀ ਮਤਲਬ ਕਿ ਘਰ ਦੀ ਇਕੱਲੀ ਇੱਟ ਵੇਚਦੀ ਹੈ। ਤਾਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਕਿੰਨੀ ਮਤਲਬ ਕਿ ਬੁਰਾਈ ਆ, ਕਿੰਨਾ ਮਤਲਬ ਕਿ ਨੁਕਸਾਨ ਆਪਣਾ, ਤੁਹਾਨੂੰ ਇਸ ਚੀਜ਼ ਆਪਣੇ ਸਾਰੇ ਮਿੱਤਰਾਂ ਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਤੇ ਜਲਦੀ ਤੋਂ ਜਲਦੀ ਇਸ ਨਸ਼ੇ ਦੇ ਵਿੱਚੋਂ ਨਿਕਲਣ ਦੀ ਲੋੜ ਆ।
ਤੇ ਵੀਰ ਨੂੰ ਅੱਗੇ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਨਸ਼ਾ ਛੱਡਿਆ ਹਨਾ, ਉਹ ਆਪਣੀ ਗੱਲ ਵਿੱਚ ਰਹਿ ਗਈ ਸੀ ਹਾਂਜੀ। ਤੇ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਨਸ਼ਾ ਛੱਡਣ ਲਈ ਕੋਸ਼ਿਸ਼ ਕੀ ਕੀਤਾ। ਹਾਂਜੀ ਬਾਈ, ਇੱਕ ਤਾਂ ਮੈਂ ਨਾ ਦਵਾਈ ਸੀ 40 ਦਿਨਾਂ ਦਾ ਸੀ ਕੋਰਸ ਦੀ, ਹਰਬਲ ਸੀਗੀ ਪ੍ਰੋਡਕਟ ਸੀ, ਅੰਗਰੇਜ਼ੀ ਦਵਾਈ ਨਹੀਂ ਸੀ। ਤੇ ਇੱਕ ਮੈਂ ਬਾਈ 40 ਦਿਨ ਉਹ ਜਿਹੜਾ ਕਮਰੇ 'ਚ ਮੈਂ ਰਿਹਾ ਸੀਗਾ ਉਸ 'ਚ ਹੀ ਰਿਹਾ, ਮੈਂ ਅਟੈਚ ਸੀਗਾ ਲਾ ਲਓ ਨਾ, ਵੀ ਉਸ ਅਟੈਚਮੈਂਟ ਵੀ ਸੀ ਉੱਥੇ ਜ਼ਿਆਦਾ, ਕਿਉਂਕਿ ਪਾਪਾ ਵੀ ਉੱਥੇ ਰਹਿੰਦੇ ਸੀ। ਉਹ ਚੀਜ਼ ਮੈਨੂੰ ਥੋੜਾ ਜਿਹਾ ਵੀ ਹੌਸਲਾ ਦਿੰਦੀ ਸੀ ਇੱਕ ਤਾਂ, ਤੇ ਉੱਥੇ ਦਾ ਵੱਧ ਤੋਂ ਵੱਧ ਬਾਥਰੂਮ ਕਰਨ ਹੈ ਨਾ, ਵੀ ਨਹਾਉਣ ਜਾਂਦਾ ਵੀ ਬਾਹਰ ਜੇ ਜਾਂਦਾ ਤਾਂ ਬਾਥਰੂਮ ਨਾਲ ਸੀ ਕਮਰੇ ਦੇ। ਤੇ ਫਿਰ ਬਾਈ ਜੀ ਇੱਕ ਬਾਈ ਹਰਦੀਪ ਗਰੇਵਾਲ ਸਿੰਘ ਹੈ ਨਾ, ਉਹਨਾਂ ਦੇ ਮੋਟੀਵੇਸ਼ਨਲ Song ਬਹੁਤ ਆਏ, ਜਿਵੇਂ ਆ ਜਾ ਜ਼ਿੰਦਗੀ ਤੇਰੇ ਨਾਲ ਮੈਂ ਥਾ ਲਵਾਂ। ਉਹ ਕੁਦਰਤੀ ਨਾ ਮੈਂ ਫੇਸਬੁੱਕ ਦੇਖ ਰਿਹਾ ਸੀਗਾ, ਕਿਉਂਕਿ ਮੈਂ ਫੋਨ ਤਾਂ ਤੁਹਾਨੂੰ ਵੇਚਦਾ ਸੀਗਾ ਆਪਦਾ, ਵਾਈਫ ਕੋਲੇ ਜਿਹੜਾ ਘਰੇ ਫੋਨ ਸੀਗਾ ਉਹ, ਤੇ ਉਹ ਫੋਨ ਤੇ ਜਦੋਂ ਮੈਂ ਫੇਸਬੁੱਕ ਦੇਖਦਾ ਨਾ Song ਕੁਦਰਤੀ ਅੱਗੇ ਆ ਗਿਆ, ਆਵਾਜ਼ ਆ ਜਾ ਜ਼ਿੰਦਗੀ, ਕਿਸਨੇ ਸ਼ੇਅਰ ਕੀਤਾ ਸੀ। ਮੈਂ ਬਾਈ ਹੈੱਡਫੋਨ ਲਾ ਲੈਂਦਾ ਸੀ, ਫਿਰ ਉਹ ਫੋਨ ਮੈਂ ਇਕੱਲਾ ਜਦੋਂ ਕੋਲੇ ਨੂੰ ਉਦੋਂ ਨਹੀਂ ਰੱਖਦਾ ਸੀ, ਜਦੋਂ ਮੇਰੀ ਵਾਈਫ ਮੇਰੇ ਕੋਲ ਹੁੰਦੀ ਸੀ ਮੈਂ ਉਦੋਂ, ਕਿਉਂਕਿ ਪਾਸਵਰਡ ਮੈਨੂੰ ਕਹਿੰਦਾ ਸੀ ਵੀ ਲੌਕ ਲਾ ਦੇ ਇੱਥੇ, ਕਿਉਂਕਿ ਮਨ ਭਟਕਦਾ ਕਿਉਂਕਿ ਆਪਣੇ ਭਾਵਾਂ ਨੰਬਰ ਬਦਲ ਦਈਏ, ਭਾਵਾਂ ਫੋਨ ਸਿੱਟ ਦਈਏ, ਨੰਬਰ ਆਪਣੇ ਮੂੰਹ ਜਵਾਨੀ ਯਾਦ ਹੁੰਦੇ ਕਈਆਂ ਗਲਤ ਹੁੰਦੇ ਵੀ ਤੂੰ ਮੈਨੂੰ ਪਾਸਵਰਡ ਨਹੀਂ ਦੱਸਣਾ ਹੈਗਾ, ਜਦੋਂ ਕੋਲੇ ਹੋਈ ਉਦੋਂ ਮੈਂ ਖੋਲ ਕੇ ਦੇਖੀ, ਮੈਂ ਵੀ ਦੇਖਣਾ ਤਾਂ ਕੁਝ ਨਹੀਂ ਪਤਾ। ਤੇ ਜਦੋਂ ਕੋਲੇ ਹੁੰਦੇ ਸੀਗੇ ਤਾਂ ਮੈਂ ਕੰਨਾਂ 'ਚ ਹੈੱਡਫੋਨ ਲਾ ਕੇ ਸੁਣਦਾ। ਮੇਨ ਜਿਹੜਾ ਮਤਲਬ ਕਿ ਪਹਿਲਾਂ ਤਾਂ ਤੁਸੀਂ ਨਸ਼ਾ ਛੱਡਣ ਲਈ ਮੈਡੀਕਲ ਯੂਜ਼ ਕੀਤਾ ਨਾ, ਵੀ ਮੈਡੀਕਲੀ ਹੈਲਪ ਲਈ ਡਾਕਟਰਾਂ ਦੀ, ਤੇ ਫਿਰ ਤੁਸੀਂ ਮਤਲਬ ਕਿ ਆਪਣੇ ਆਪ ਨੂੰ ਵੀ ਚੁਗਣ ਦੇ ਲਈ ਜਾਂ ਆਪਣੇ ਆਪ ਨੂੰ ਅਹਿਸਾਸ ਕਰਾਉਣ ਦੇ ਲਈ ਆਪਣਾ ਫਾਦਰ ਦਾ ਜਿਹੜਾ ਰੂਮ ਚੂਜ਼ ਕੀਤਾ ਹੈ ਨਾ, ਵੀ ਕਿਤੇ ਨਾ ਕਿਤੇ ਮੈਨੂੰ ਅਹਿਸਾਸ ਹੁੰਦਾ ਰਿਹਾ ਵੀ ਮੈਂ ਆਪਦੇ ਫਾਦਰ ਦੇ ਕਿਤੇ ਨਾ ਕਿਤੇ ਮੈਂ ਦੋਸ਼ੀ ਮੈਂ ਹਨਾ, ਕਿਤੇ ਨਾ ਕਿਤੇ ਮੈਂ ਆਪਦੇ ਫਾਦਰ ਦਾ। ਤੇ ਤੀਸਰਾ ਜਿਹੜਾ ਮਤਲਬ ਕਿ ਜਦੋਂ ਆਪਾਂ ਹਨਾ ਕਿਸੇ ਰਾਹ ਤੇ ਤੁਰ ਲਈਏ ਜਾਂ ਕਿਸੇ ਕਦਮ ਪੁੱਟ ਲਈ ਤਾਂ ਆਪਾਂ ਨੂੰ ਰਾਹ ਆਪਣੇ ਆਪ ਨੂੰ ਮਿਲਣੇ ਸਟਾਰਟ ਹੋ ਜਾਂਦੇ ਆ, ਤਾਂ ਆਪਾਂ ਨੂੰ ਉਹੋ ਜਿਹੇ ਲੋਕ ਜਾਂ ਉਹੋ ਜਿਹੀ ਚੀਜ਼ਾਂ ਮਿਲਣੀਆਂ ਸਟਾਰਟ ਹੋ ਜਾਂਦੀਆਂ, ਸਾਨੂੰ ਮਤਲਬ ਕਿ ਉਹੋ ਜਿਹੇ ਮੋਟੀਵੇਸ਼ਨਲ ਗਾਣੇ ਮਿਲਣੇ ਸਟਾਰਟ ਹੋ ਗਏ ਹਨਾ। ਤਾਂ ਕਿਤੇ ਨਾ ਕਿਤੇ ਮਤਲਬ ਕਿ ਜਦੋਂ ਆਪਾਂ ਚਾਹੁੰਦੇ ਆ ਹਨਾ, ਕਿਸੇ ਦੇ ਕਹਿਣ ਵਾਂਗੂ ਵੀ ਜਦੋਂ ਆਪਾਂ ਸ਼ਿੱਦਤ ਨਾਲ ਚਾਹੁੰਦੇ ਆ ਤਾਂ ਸਾਰੀ ਕੁਦਰਤ ਕਾਇਨਾਤ ਆਪਣੇ ਨਾਲ ਹੋ ਜਾਂਦੀ ਹੈ, ਤਾਂ ਉਹ ਕਾਇਨਾਤ ਦੀ ਤਰ੍ਹਾਂ ਕੋਈ ਨਾ ਕੋਈ ਮਤਲਬ ਕਿ ਬਹਾਨਾ ਆਪਾਂ ਨੂੰ ਇਹਦਾ ਆਪਣਾ ਸਾਥ ਮਿਲੇ। ਤੇ ਇਸ ਤੋਂ ਬਾਅਦ ਮਤਲਬ ਕਿ ਤੁਸੀਂ ਹੋਰ ਫਿਰ ਕਮਰੇ ਦੇ ਵਿੱਚ ਰਹੇ ਕਿੰਨੇ ਦਿਨ ਰਹੇ ਹਨਾ? ਮੈਂ 40 ਦਿਨ ਤੁਹਾਨੂੰ ਦੱਸਿਆ ਵੀ 40 ਦਿਨਾਂ ਦੀ ਦਵਾਈ ਸੀ। 40 ਦਿਨ ਤਾਂ ਬਾਈ ਜੀ ਮੈਂ ਜਮਾਂ ਕੁਛ ਨਹੀਂ, ਕੰਮ ਨਹੀਂ ਕੀਤਾ, ਪਿਆ ਰਿਹਾ, ਤੇ ਔਕੜ ਬਹੁਤ ਆਈ, ਮਨ ਭਟਕਦਾ ਸੀਗਾ ਮੈਂ, ਕਿਉਂਕਿ 10-15 ਦਿਨ ਇਹ ਚੀਜ਼ ਹੋਈ ਵੀ ਮੈਂ ਨਸ਼ਾ ਕਰਨ ਲੱਗਾ। ਉਹ ਮੇਰੀ ਮਿਸਿਸ ਨੇ ਮੈਨੂੰ ਆਖਿਆ ਜਦੋਂ ਤੇਰਾ ਨਸ਼ਾ ਕਰਨ ਮੇਰੇ ਪੈਰ ਮੈਨੂੰ ਤੇ ਮੈਂ ਜਦੋਂ ਦਿਲ ਕਰਦਾ ਸੀ, ਮੇਰਾ ਭਟਕਦਾ ਸੀ, ਮੈਂ ਨਸ਼ਾ ਕਰਨਾ ਦੱਸਦਾ ਸੀ, ਉਹ ਮੈਨੂੰ ਕਦੇ ਬਦਾਮ ਦੇ ਦਿੰਦੇ, ਕਦੇ ਕੋਈ ਫਰੂਟ ਕੱਟ ਕੇ ਲਿਆ ਦੇ, ਕਦੇ ਜੂਸ, ਕਦੇ ਦੁੱਧ, ਦਹੀਂ, ਲੱਸੀ, ਏਦਾਂ ਉਹਨਾਂ ਨੇ ਵੀ ਮਾੜੇ ਪਾਸਿਓਂ ਮੈਨੂੰ ਖੁਰਾਕ ਵਾਲੇ ਪਾਸੇ ਮੂਵ ਕਰਤਾ। ਹਾਂਜੀ, ਤੁਹਾਡੇ ਸਰੀਰ ਦੇ ਵਿੱਚ ਹੋਰ ਮਤਲਬ ਕਿ ਕਿਵੇਂ ਨਾ ਕਿਵੇਂ ਤਾਕਤ ਆ ਗਈ, ਚੀਜ਼ਾਂ ਡੇਲੀ ਮਤਲਬ ਕਿ ਜਿਹੜੀ ਰੂਟੀਨ ਸੀਗਾ ਤੁਹਾਡੀ ਡਾਈਟ ਦਾ, ਤੁਹਾਡੇ ਖਾਣੇ ਦਾ, ਉਹ ਵੀ ਡਾਕਟਰ ਨੇ ਦੱਸਿਆ ਸੀ ਜਾਂ ਮਤਲਬ ਕਿ ਤੁਹਾਡੇ ਮਤਲਬ ਕਿ ਫੈਮਿਲੀ ਖੁਦ ਹੀ ਮਤਲਬ ਕਿ ਤਾਕਤ ਵਾਲੀ ਚੀਜ਼ਾਂ ਖਾਣੀਆਂ ਨਾਲ ਸਟਾਰਟ ਕਰਤੀ? ਉਹ ਨਾ ਜਿਹੜੀ ਦਵਾਈ ਲੈਂਦਾ ਸੀ ਨਾ ਮੈਂ, ਉਹ ਸਿਰਫ ਦੁੱਧ, ਦਹੀਂ ਤੇ ਲੱਸੀ ਨਾਲ ਲਈ ਜਾਂਦੀ ਸੀ, ਹੋਰ ਪਾਣੀ ਨਾਲ ਨਹੀਂ ਲਈ ਜਾਂਦੀ ਸੀ। ਉਹ ਡਾਕਟਰ ਨੇ ਦੱਸੀ ਸੀ, ਉਹ ਤਾਂ ਚੀਜ਼ ਹੋ ਗਈ ਹੈ ਨਾ, ਉਹਦੇ ਨਾਲ ਦੇਖੋ ਤੁਸੀਂ ਕਿੰਨੀ ਤਾਕਤ ਹੁੰਦੀ ਇਹਨਾਂ ਚੀਜ਼ਾਂ 'ਚ। ਤੇ ਬਾਕੀ ਮੈਂ ਕਿਉਂਕਿ ਖੇਡਦਾ ਕਰਕੇ ਥੋੜਾ ਜਿਹਾ ਮੈਨੂੰ ਆਪ ਨੂੰ ਨਹੀਂ ਪਤਾ ਸੀ ਡਾਈਟ ਦਾ ਵੀ ਕਿੱਦਾਂ ਕਿਵੇਂ ਲੈਣੀ, ਉਹ ਮੈਂ ਹੌਲੀ ਹੌਲੀ ਇੱਕੋ ਦਮ ਜੀ ਮੈਂ ਵਧਾਈ, ਕਿਉਂਕਿ ਨਸ਼ਾ ਕਰ ਲੀਵਰ ਮੇਰੇ ਕਮਜ਼ੋਰ ਹੋ ਜਾਂਦੇ, ਭੱਜਦਾ ਨਹੀਂ ਸੀ। ਹੌਲੀ ਹੌਲੀ ਆਪਦੀ ਖੁਰਾਕ ਮੈਂ ਵਧਾਉਂਦਾ ਗਿਆ, ਡਾਈਟ ਵਧਾਉਂਦਾ ਗਿਆ, ਇੱਦਾਂ ਸੀ। ਮਤਲਬ ਕਿ ਪਹਿਲਾਂ ਜਿਵੇਂ ਇਹੋ ਜਿਹੀਆਂ ਚੀਜ਼ਾਂ ਖਾਧੀਆਂ, ਦਲੀਆ ਹੋਇਆ ਜਾਂ ਕੋਈ ਹੋਰ ਦਾਲ ਹੋਈ, ਤੇ ਨਾਲ ਕੋਈ ਤਾਕਤ ਦੀਆਂ ਚੀਜ਼ਾਂ ਖਾਧੀਆਂ ਕੀਤੀਆਂ, ਮਤਲਬ ਕਿ ਸਰੀਰ ਨੂੰ ਹੋਰ ਸਟਰੋਂਗ ਹੋ ਗਿਆ। ਤਾਂ ਮੈਂ ਉਸ ਦਿਨ ਦੀ ਗੱਲ ਪੁੱਛਣਾ ਚਾਹੁੰਦਾ, ਜਦੋਂ ਤੁਸੀਂ 40 ਦਿਨਾਂ ਬਾਅਦ ਜਾਂ ਕਿੰਨੇ ਵੀ ਦਿਨਾਂ ਬਾਅਦ ਤੁਸੀਂ ਕਮਰੇ ਤੋਂ ਬਾਹਰ ਆਏ, ਜਦੋਂ ਇੱਕ ਕਮਰੇ ਤੋਂ ਬਾਹਰ ਨਿਕਲੇ ਤਾਂ ਤੁਹਾਨੂੰ ਕੀ ਮਹਿਸੂਸ ਹੋਇਆ? ਮਹਿਸੂਸ ਬਾਈ ਆਏ ਆ ਤੁਹਾਨੂੰ ਮੈਂ ਦੱਸਦਾ, ਪਹਿਲਾਂ ਜਦੋਂ ਨਸ਼ਾ ਕਰਦੇ ਸੀ ਉਹ ਚੀਜ਼ਾਂ ਮੇਰੇ ਵਾਸਤੇ ਸੁਪਨਾ ਜਿਹਾ ਸੀਗੀਆਂ, ਵੀ ਜਿਵੇਂ ਸੁਪਨਾ ਜਿਹਾ ਦੇਖ ਰਿਹਾ, ਪਰ ਜਦੋਂ ਮੈਂ ਉਹਦੇ ਰਿਐਲਿਟੀ ਨੂੰ ਅਸਲ 'ਚ ਜਿਵੇਂ ਆਪਾਂ ਕਹਿ ਦਿੰਦੇ ਹਾਂ, ਉਹਦੇ ਮੈਂ ਸੂਰਜ ਨੂੰ ਐ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ, ਜਿਵੇਂ ਆਪਾਂ ਕਹਿੰਦੇ ਚੜ੍ਹਦੇ ਸੂਰਜ ਉਹਦੇ ਸਹੀ ਦੇਖਿਆ ਵੀ ਐਂ ਚੜ੍ਹਦਾ ਸੂਰਜ, ਨਹੀਂ ਤਾਂ ਕਦੇ ਦੇਖਿਆ ਨਹੀਂ ਸੀ ਬਾਈ, ਕਿਉਂਕਿ ਰਾਤ ਨੂੰ ਲੇਟ ਆਈਦਾ ਸੀ, ਨਸ਼ਾ ਕੀਤਾ ਕਰਕੇ ਸੁੱਤੀਦਾ ਸੀ ਬਾਈ। ਮਤਲਬ ਕਿ ਇੱਕ ਸੁਪਨੇ ਦੀ ਤਰ੍ਹਾਂ ਜਿੰਨਾ ਟਾਈਮ ਨਸ਼ਾ ਕੀਤਾ, ਇੱਕ ਸੁਪਨੇ ਦੀ ਤਰ੍ਹਾਂ ਬੀਤੀ ਤੁਹਾਡੀ ਜ਼ਿੰਦਗੀ। ਜਵਾਨੀ ਮੇਰੀ ਬਾਈ ਦੀ ਇਹੀ ਬੀਤੀ ਹੈ, ਸੁਪਨੇ ਦੀ ਬੀਤੀ ਹੈ, ਮੈਂ ਆਪਣੀ ਹੰਡਾਈ ਦੀ ਜਵਾਨੀ, ਜਿਵੇਂ ਆਪਾਂ ਕਹਿੰਦੇ ਕਿ ਜਵਾਨੀ 'ਚ ਆਪਾਂ ਆਹ ਕਰ ਦਈਏ ਉਹ ਕਰ ਦਈਏ, ਨਾ ਸਿਰਫ ਨਸ਼ੇ ਹੀ ਕੀਤਾ। ਮਤਲਬ ਕਿ ਜਿਸ ਟਾਈਮ ਤੁਹਾਡੇ ਕੋਲ
ਬਣਨ ਦਾ ਮੌਕਾ ਸੀ ਨਾ, ਹਾਂ। ਕੁਛ ਕਿਤੇ ਮਤਲਬ ਕਿ ਆਪਣੇ ਆਪ ਨੂੰ ਕਰਕੇ ਦਿਖਾਉਣ ਦਾ ਮੌਕਾ ਸੀ ਜਾਂ ਆਪਣੇ ਘਰਦਿਆਂ ਨੂੰ ਕਰਕੇ ਦਿਖਾਉਣ ਦਾ ਮੌਕਾ ਸੀ। ਹਾਂਜੀ ਉਸ ਟਾਈਮ ਆਪਾਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਆਪਾਂ ਪੂਰੀ ਤਰ੍ਹਾਂ ਭਟਕ ਗਏ, ਹਾਂਜੀ ਆਪਣੇ ਮਾਂ-ਬਾਪ ਨੂੰ ਪੂਰੀ ਤਰ੍ਹਾਂ ਮਤਲਬ ਕਿ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਕਈ ਹਾਂਜੀ। ਵੱਡੀਆਂ ਵੱਡੀਆਂ ਹਨਾ ਘਟਨਾਵਾਂ ਹੋਈਆਂ। ਹਾਂਜੀ ਹਾਂਜੀ ਤਾਂ ਇਸ ਤੋਂ ਬਾਅਦ ਮਤਲਬ ਕਿ ਤੁਸੀਂ ਫਿਰ ਕੀ ਨਿਰਣਾ ਲਿਆ, ਮਤਲਬ ਕਿ ਇੱਕ ਬੰਦਾ ਮਹੀਨਾ ਨਸ਼ਾ ਛੱਡ ਲਿਆ, ਕਿ ਬੰਦਾ 2 ਮਹੀਨੇ ਨਸ਼ਾ ਛੱਡ ਲਿਆ ਹਨਾ, ਤੇ ਫਿਰ ਵੀ ਬੰਦਾ ਕਿਤੇ ਨਾ ਕਿਤੇ ਜਾ ਕੇ ਲੱਗ ਜਾਂਦਾ ਨਸ਼ੇ 'ਚ, ਬਾਹਰ ਜਾਂਦਾ, ਉਹ ਵੀ ਦੋਸਤ ਮਿੱਤਰ ਮਿਲਣੇ ਸਟਾਰਟ ਹੋ ਜਾਂਦੇ ਆ। ਦੋਸਤ ਮਿੱਤਰ ਦਾ ਕਾਹਦੇ ਮਤਲਬ ਕਿ ਜਿਹੜੇ ਨਸ਼ੇ ਲਾਉਂਦੇ ਆ, ਦੋਸਤ ਮਿੱਤਰ ਤਾਂ ਆਪਾਂ ਕਹਿਣ ਦੇ ਕਾਬਲ ਹੈ, ਪਰ ਫਿਰ ਵੀ ਉਹ ਮਿਲਣੇ ਸਟਾਰਟ ਹੋ ਜਾਂਦੇ ਆ। ਇਹਨਾਂ ਚੀਜ਼ਾਂ ਤੋਂ ਮਤਲਬ ਕਿ ਤੁਸੀਂ ਕਿਵੇਂ ਬਚੇ? ਮੈਂ ਤੁਹਾਨੂੰ ਦੱਸਦਾ ਬਾਈ ਜੀ, ਮੈਂ ਜਦੋਂ ਵੀ 40 ਦਿਨ ਹੋ ਗਏ ਹਨ, ਹਾਂਜੀ ਮੈਂ ਥੋੜਾ ਥੋੜਾ ਘਰ ਦਾ ਕੰਮ ਕਰਨਾ ਸਟਾਰਟ ਕਰਤਾ। ਜਿਵੇਂ ਅੱਛਾ। ਪਹਿਲੀ ਤਾਂ ਜ਼ਮੀਨ ਤਾਂ ਮੇਰੀ ਠੇਕੇ ਤੇ ਹੁੰਦੀ ਹੈ, ਹਾਂਜੀ। ਚਾਚਾ ਜੀ ਕੋਲ ਹੁੰਦੀ ਹੈ, ਹਾਂਜੀ ਤੇ ਉੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਉੱਥੋਂ ਕੰਮ ਦੀ ਮੋਟੀਵੇਸ਼ਨ ਜਿੱਥੋਂ ਮਿਲੀ। ਹਾਂਜੀ ਘਰੇ ਹੀ ਸੀ ਸਾਰਾ ਕੁਝ, ਪਰ ਮੈਂ ਬਾਹਰ ਲੱਭਦਾ ਹੁੰਦਾ ਸੀ। ਹਾਂਜੀ ਮੇਰੇ ਚਾਚਾ ਜੀ ਇੱਕ ਦਿਨ ਨਾ, ਜਿਹੜੇ ਵਿਚਾਲੇ ਚਾਚਾ ਜੀ ਜਿਹੜੇ, ਉਹਨਾਂ ਦੀ ਬਾਂਹ ਕੱਟੀ ਹੋਈ, ਉਹਨੂੰ ਕਰੰਟ ਲੱਗ ਗਿਆ ਸੀ। ਅੱਛਾ ਤੇ ਪਰ ਕੰਮ ਉਹ ਕਰਦੇ ਸੀ 2 ਬੰਦੇ ਨੇ, ਅੱਛਾ ਵੀ ਇੱਕ ਹੱਥ ਨਾਲ ਕਈ ਚਲਾਉਣੇ ਜਾਂ ਟਰੈਕਟਰ ਚਲਾਉਣਾ, ਮੋਟਰਸਾਈਕਲ ਚਲਾਉਣਾ, ਸਾਰਾ ਦਿਨ ਤੁਰੇ ਫਿਰਦੇ ਕੰਮ ਕਰਦੇ ਸੀ ਉਹ ਇੱਕ ਬਾਂਹ ਨਾਲ। ਕੁਦਰਤੀ ਮੇਰੇ ਦਿਮਾਗ 'ਚ ਆਈ ਵੀ ਮੈਂ ਕਿਹਾ ਵੀ ਚਾਚਾ ਜੀ ਇੱਕ ਬਾਂਹ ਨਾਲ ਕੰਮ ਕਰ ਸਕਦੇ ਜੀ, ਪਤੰਦਰਾ ਤੂੰ ਤਾਂ ਸਾਰਾ ਸਹੀ ਸੁਣਾ ਸਰ, ਤੂੰ ਵੀ ਕਰ ਕੁਛ। ਹਾਂਜੀ ਤੇ ਮੈਂ ਉਹਨਾਂ ਨਾਲ ਹੱਥ ਵਟਾਉਣ ਲੱਗ ਗਿਆ ਕੰਮ 'ਚ, ਤੇ ਪੱਠੇ ਵੱਢ ਲਿਆਦੇ ਜਾਂ ਕੋਈ ਹੋਰ ਖੇਤ ਕੰਮ ਵਟਾਂ ਕਰਨੀਆਂ, ਜਾਂ ਕੋਈ ਪਾਣੀ ਦੀ ਵਾਰੀ ਦੇ ਨਾਲ ਜਾਣ ਲੱਗ ਗਿਆ, ਕਿਉਂਕਿ ਉਹ ਬੀਜੀ ਰੱਖਣ ਲੱਗ ਗਿਆ। ਇੱਕ ਮੈਂ ਫੋਨ ਨਹੀਂ ਗਿਆ, ਮੈਂ ਫੋਨ ਮੈਨੂੰ ਮਹੀਨਾ ਹੋਇਆ ਆਨਲਾਈਨ, ਮਹੀਨਾ ਜਾਂ 1.5 ਮਹੀਨਾ ਹੋਇਆ ਉਹ ਬਾਈ ਜੀ ਫੋਨ ਲਈ ਮੈਨੂੰ, ਮੈਂ ਫੋਨ ਨਹੀਂ ਰੱਖਿਆ ਸੀ। ਮੇਨ ਮਤਲਬ ਕਿ ਇਹੀ ਮੁੱਦਾ ਜਿੱਥੇ ਤੁਹਾਡੇ ਨੂੰ ਮਤਲਬ ਕਿ ਪੁਰਾਣੇ ਉਹ ਮਿਲਦੇ ਆ ਬੰਦੇ ਜਿਨ੍ਹਾਂ ਕਰਕੇ ਤੁਸੀਂ ਨਸ਼ਾ ਕਰਦੇ ਰਹੇ ਜਾਂ ਨਸ਼ੇ ਵੇਚਦੇ ਰਹੇ। ਹਾਂਜੀ ਹਾਂਜੀ ਹਾਂ ਤਾਂ ਮੇਨ ਤਾਂ ਇਹ ਹੀ ਹੈ, ਮੇਰੇ ਖਿਆਲ ਸਭ ਨੂੰ ਪਹਿਲਾਂ ਤਾਂ ਆਪਦਾ ਫੋਨ ਕੱਟ ਆਫ ਕਰ ਲੈਣਾ ਚਾਹੀਦਾ, ਫੋਨ ਨੂੰ ਸਿੱਟ ਹੀ ਦੇਣਾ ਚਾਹੀਦਾ, ਕਿਉਂਕਿ ਇਹੀ ਇੱਕ ਜਰੀਆ ਹੈਗਾ ਜਿੱਥੇ ਤੁਹਾਡੇ ਨਾਲ ਉਹੀ ਪੁਰਾਣਾ ਜਿਹੜਾ ਬੀਤਿਆ ਹੋਇਆ ਸਮਾਂ ਗਾ, ਬੁਰਾ ਸਮਾਂ ਗਾ, ਉਹਦੇ ਲੋਕ ਫਿਰ ਤੁਹਾਡੇ ਨਾਲ ਜੁੜ ਜਾਂਦੇ ਆ। ਇਹ ਜੁੜ ਜਾਂਦੇ। ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਮਤਲਬ ਕਿ ਹੌਲੀ ਹੌਲੀ ਫਿਰ ਤੁਸੀਂ ਮਤਲਬ ਕਿ ਆਪਦਾ ਕੀ ਕੋਈ ਏਮ ਵੀ ਬਣਾਇਆ ਜਾਂ ਉਦਾਂ ਹੀ ਮਤਲਬ ਕਿ ਰਹੇ? ਤੁਹਾਨੂੰ ਮੈਂ ਦੱਸਦਾ ਜੀ, ਮੈਂ ਤਾਂ ਘਰੇ ਬਹਿ ਗਿਆ ਸੀ, ਸਹੀ ਤੁਹਾਨੂੰ ਦੱਸਾਂ ਕਿ ਆਪਦਾ ਚਲੋ ਕੰਮ ਧੰਦਾ ਕਰਨਾ ਹੈ, ਬਸ ਘਰੇ ਬਹਿ ਕੇ ਸੁਣ ਸੁਬਾਹ ਉੱਠ ਕੇ ਤੇ ਨਾ ਬਾਈ ਸੁਖਵੀਰ ਦੀ ਬਾਈ ਇੰਟਰਵਿਊ ਆਈ ਤੇ RMB TV ਤੇ ਮੈਂ ਸੁਣੀ ਜਦੋਂ ਇੰਟਰਵਿਊ, ਤੇ ਸਾਰੇ ਉਹਨਾਂ ਦੀ ਜਦੋਂ ਦੇਖੀ ਇੰਟਰਵਿਊ ਤੇ ਪਤਾ ਲੱਗਿਆ ਵੀ ਬਾਈ ਐਂ ਕਰਕੇ ਜਿਮ ਕਰਦੇ, ਬਾਡੀ ਬਿਲਡਿੰਗ ਕੱਟ ਚੈਨਲ ਦਾ ਨਾਮ ਨਹੀਂ ਲਿਆ ਮੈਂ ਪੁੱਛਣਾ ਚਾਹੁੰਦਾ ਵੀ ਉਦੋਂ ਬਾਅਦ ਮਤਲਬ ਕਿ ਜਦੋਂ ਤੁਸੀਂ ਨਸ਼ਾ ਛੱਡਤਾ, ਖੇਤੀਬਾੜੀ ਦੇ ਕੰਮ 'ਚ ਪੈ ਗਏ ਜਾਂ ਨਾਲ ਮਦਦ ਕਰਾਉਣ ਲੱਗ ਗਏ, ਤੁਸੀਂ ਉਸੇ ਕੰਮ 'ਚ ਰੁਝਾਨ ਵੱਧ ਗਿਆ ਜਾਂ ਤੁਹਾਡਾ ਕੋਈ ਹੋਰ ਵੀ ਏਮ ਬਣਿਆ ਕਿ ਮੈਨੂੰ ਆਹ ਕਰਨਾ ਚਾਹੀਦਾ ਜਾਂ ਉਹ ਕਰਨਾ, ਕੋਈ ਦਿਲ 'ਚ ਰੀਝਾਂ ਰਹਿ ਜਾਂਦੀ ਹੈ ਨਾ, ਮੈਂ ਜਵਾਨੀ ਵੇਲੇ ਆਹ ਨਹੀਂ ਕੀਤਾ, ਮੈਂ ਹੁਣ ਸ਼ਾਇਦ ਕਰਕੇ ਦੇਖ ਲੈਣਾ, ਕਿਉਂਕਿ ਉਮਰ ਦਾ ਜਸਟ ਇੱਕ ਨੰਬਰ ਆ ਹਨਾ, ਵੀ ਕਦੋਂ ਵੀ ਆਪਾਂ ਕੁਝ ਵੀ ਕਰ ਸਕਦੇ। ਤਾਂ ਤੁਹਾਡੇ ਦਿਮਾਗ 'ਚ ਕੋਈ ਇਦਾਂ ਦਾ ਏਮ ਆਇਆ ਜਾਂ ਤੁਹਾਡਾ ਕੋਈ ਏਮ ਹੈ ਹੁਣ? ਹਾਂਜੀ ਬਾਈ ਜੀ, ਮੈਂ ਤੁਹਾਨੂੰ ਦੱਸਦਾ ਨਾ, ਮੈਂ ਤਾਂ ਕੰਮ ਕਰਕੇ ਬਸ ਕੰਮ ਖੇਤੋਂ ਘਰੇ ਇਦਾਂ ਦਾ ਵੀ ਕਰ ਲਈ ਲਾਈ। ਤੇ ਮੈਂ ਜਦੋਂ ਬਾਈ ਸੁਖਵੀਰ ਦੀ ਇੰਟਰਵਿਊ ਆਈ ਜਦੋਂ ਚੈਨਲ ਤੇ ਮੈਂ ਬਾਈ ਉਹ ਦੇਖੀ ਨਾ, ਤੇ ਮੈਂ ਜਦੋਂ ਸਾਰੀ ਇੰਟਰਵਿਊ ਦੇਖੀ, ਬਾਈ ਜਿਵੇਂ ਜਿਮ ਲਾਉਂਦੇ, ਬਾਡੀ ਬਿਲਡਿੰਗ ਦਾ ਉਹਨਾਂ ਨੂੰ ਸ਼ੌਂਕ ਆ, ਤੇ ਮੈਨੂੰ ਵੀ ਹੋਇਆ ਜਿਵੇਂ ਬਾਈ ਦੀ ਏਜ ਵੀ 40 ਪਲੱਸ ਆ ਹਨਾ, ਤੇ ਮੈਨੂੰ ਹੋਇਆ ਬਾਈ ਜਦੋਂ ਇੰਨੀ ਏਜ ਆ ਕਰ ਸਕਦੇ ਆ, ਤੇ ਮੈਨੂੰ ਹਜੇ ਕੀ ਹੋਇਆ ਕਿ ਜਿਵੇਂ ਬਾਈ ਦੇ ਇਦਾਂ ਸੱਟਾਂ ਲੱਗੀਆਂ ਸੀ ਹਨਾ, ਜਿਵੇਂ ਉਹਨੇ ਦੱਸਿਆ ਵੀ ਲੱਤ ਵੀ ਟੁੱਟੀ, ਬਾਂਹ ਵੀ ਮੈਂ ਤਾਂ ਸਹੀ ਸਲਾਮਤ ਹਾਂ, ਵੀ ਮੈਂ ਵੀ ਕੁਝ ਕਰ ਸਕਦਾ। ਫਿਰ ਮੈਂ ਜੋ ਕ੍ਰਿਕਟ ਵਾਲੇ ਨੂੰ, ਕ੍ਰਿਕਟ ਜਿਹੜੀ ਖੇਡਦਾ ਉਹ ਸ਼ੌਂਕ ਨੂੰ ਫੇਰ ਜਗਾਇਆ ਬਾਈ ਦੁਬਾਰੇ ਫਿਰ ਤੁਸੀਂ ਮਤਲਬ ਕਿ ਉਧਰ ਨੂੰ ਆਪਦਾ ਰੁਝਾਨ ਕੀਤਾ? ਹਾਂਜੀ ਹਾਂਜੀ ਬਾਈ ਜੀ, ਕ੍ਰਿਕਟ ਵਾਲੇ ਪਾਸੇ ਫਿਰ ਆਪਦਾ ਏਮ ਇੱਥੇ ਵੀ ਮੈਂ ਵੀ ਕ੍ਰਿਕਟ ਖੇਡੂੰਗਾ ਫਿਰ, ਤੇ ਉਹ 'ਚ ਪੂਰਾ 100% ਆਪਦਾ ਹੋ ਕੇ ਦਿਖਾਊਂਗਾ, ਕਰਕੇ ਦਿਖਾਊਂਗਾ ਕੁਝ। ਹਾਂਜੀ ਹੁਣ ਤੁਸੀਂ ਮਤਲਬ ਕਿ ਕੋਈ ਮੈਚ ਖੇਡਣ ਜਾਂਦੇ ਹੋ ਜਾਂ ਇਕੱਲਾ ਦੇ ਸ਼ੌਂਕੀ ਤੌਰ ਤੇ ਜਾਂਦੇ ਹੋ? ਨਹੀਂ ਬਾਈ ਜੀ, ਮੈਂ ਮੈਚ ਖੇਡਣ ਜਾਂਦਾ ਬਾਈ ਜੀ, ਜਿੱਥੇ ਵੀ ਕਈ ਹੁਣ ਲੀਗਾਂ ਚੱਲ ਰਹੀਆਂ ਜਿਵੇਂ ਹੁੰਦੇ ਆ ਅੱਡੋ ਅੱਡ ਪਿੰਡਾਂ ਦੇ ਖਿਡਾਰੀ ਟੀਮ ਆਉਂਦੀ ਆ, ਤੇ ਪਹਿਲਾਂ ਮੈਂ ਆਉਂਦਾ ਜੀ 6ਵੇਂ 7ਵੇਂ ਨੰਬਰ ਤੇ ਮੇਰੀ ਬੈਟਿੰਗ ਹੁੰਦੀ ਸੀ, ਤੇ ਹੁਣ ਮਿਹਨਤ ਬਾਈ ਇੰਨੀ ਲਾਈ ਨਾ, ਓਪਨਰ ਤਾਂ ਬੈਟਿੰਗ ਕਰਦਾ ਬਾਈ, ਤੇ ਪਹਿਲਾਂ ਜਾਂ ਦੂਜਾ ਓਵਰ ਹੁੰਦਾ। ਇੰਨੀ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਵੀ ਸੱਚੇ ਦਿਲੋਂ ਆਪਾਂ ਜਦੋਂ ਕੋਈ ਮਿਹਨਤ ਕਰਦੇ ਹਾਂ ਜੀ, ਤੇ ਪਰਮਾਤਮਾ ਹੀ ਫਿਰ ਕੁਛ ਨਹੀਂ ਹੁੰਦਾ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਕੋਈ ਵੀ ਸਮਾਂ ਇਹ ਨਹੀਂ ਹੁੰਦਾ ਵੀ ਸਾਥੋਂ ਖੁੰਝ ਗਿਆ ਜਾਂ ਸਾਥੋਂ ਨਿਕਲ ਗਿਆ, ਤੁਸੀਂ ਕਿਸੇ ਵੀ ਟਾਈਮ ਕਿਸੇ ਵੀ ਸਮੇਂ ਆਪਦੀ ਮਤਲਬ ਕਿ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਦੁਬਾਰਾ ਕਰ ਸਕਦੇ ਹੋ। ਕੋਈ ਇੱਦਾਂ ਨਹੀਂ ਹੁੰਦਾ ਵੀ ਮੈਨੂੰ ਹੁਣ ਤਾਂ ਇੰਨਾ ਸਮਾਂ ਚਲਿਆ ਗਿਆ ਵੀ ਮੈਂ ਹੁਣ ਕੀ ਕਰ ਸਕਦਾ ਹਾਂ। ਤਾਂ ਹਰ ਇੱਕ ਲਈ ਇੱਕ ਮੋਟੀਵੇਸ਼ਨਲ ਚੀਜ਼ ਆ, ਹਰ ਇੱਕ ਲਈ ਇੱਕ ਐਗਜ਼ਾਮਪਲ ਨੇ ਸਾਡੇ ਵੀਰ ਹੈ ਨਾ। ਤੇ ਸੁਖਵੀਰ ਬਾਈ ਜੀ ਉਹਨਾਂ ਨੇ ਮਤਲਬ ਕਿ 40 ਤੋਂ ਪਲੱਸ ਜਿਮ ਦੁਬਾਰੇ ਸਟਾਰਟ ਕੀਤੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵਾਲੀ ਵੀਡੀਓ 'ਚ ਦੇਖਿਆ ਉਹਨਾਂ ਦੀ ਕਿਸ ਤਰ੍ਹਾਂ ਬੋਡੀ ਬਣੀ ਹੋਈ ਹੈ ਹੈ ਨਾ। ਤਾਂ ਤੁਸੀਂ ਹਰ ਇੱਕ
ਆਪਦੀ ਜ਼ਿੰਦਗੀ ਦੇ ਵਿੱਚ ਕਦੋਂ ਵੀ ਸ਼ੁਰੂਆਤ ਕਰ ਸਕਦੇ ਹਾਂ। ਤਾਂ ਉਸ ਤੋਂ ਮਤਲਬ ਕਿ ਤੁਸੀਂ ਦੱਸੋਗੇ ਫਿਰ ਬਾਈ ਨਾਲ ਜੁੜੇ ਕਿਵੇਂ? ਬਾਈ ਜੀ ਦਾ ਨੰਬਰ ਸੀਗਾ ਉਹ ਚੈਨਲ ਦੇ। ਅੱਛਾ ਅੱਛਾ। ਦਿੱਤਾ ਬਾਈ ਜੀ ਹਾਂਜੀ। ਬੋਲੇ ਸੀਗੇ ਤੇ ਮੈਂ ਉਹ ਨੰਬਰ ਤੇ ਬਾਈ ਜੀ ਨੂੰ ਕਾਲ ਕੀਤੀ। ਹਾਂਜੀ। ਸਾਡਾ ਰਾਬਤਾ ਕਾਇਮ ਹੋਇਆ ਬਾਈ ਨਾਲ। ਹਾਂਜੀ ਤੇ ਫਿਰ ਬਾਈ ਜੀ ਨੇ ਮੈਨੂੰ ਦੱਸਿਆ ਮੈਂ ਇੱਕ ਗਰੁੱਪ ਬਣਾਇਆ ਤਾਂ ਅੱਛਾ, ਨਸ਼ਾ ਅੱਛਾ। ਛੱਡੋ ਕੋਡ ਵੱਟੋ ਹਾਂਜੀ ਤੇ ਮੈਂ ਤੁਹਾਨੂੰ ਚੈਟ ਕਰ ਮੈਂ ਕਿਹਾ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਵੀ ਹਾਂਜੀ, ਨਸ਼ਾ ਛੱਡੋ ਹਾਂਜੀ, ਕੋਡ ਵੱਟੋ। ਉਹ ਚੀਜ਼ ਹੈ। ਵੀ ਕਿਸੇ ਨਾ ਕਿਸੇ ਆਪਣੇ ਜਿਹੜੇ ਪੰਜਾਬ ਦੇ ਨਸ਼ੇ ਦੇ ਵਿੱਚ ਗਰਕੇ ਹੋਏ ਆ ਆਪਣੇ ਨੌਜਵਾਨ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਿਆ ਬਾਹਰ ਜਾਵੇ। ਕੱਢਿਆ ਜਾਵੇ। ਹਾਂ। ਤੇ ਫਿਰ ਬਾਈ ਜੀ ਨੇ ਮੈਨੂੰ ਗਰੁੱਪ ਚ ਐਡ ਕੀਤਾ ਜੀ ਨਸ਼ਾ ਛੱਡੋ ਕੋਡ ਵੱਟੋ। ਉਸ ਗਰੁੱਪ ਦੇ ਵਿੱਚ ਮਤਲਬ ਕਿ ਤੁਸੀਂ ਕੀ ਇਹੀ ਚੀਜ਼ ਜਿਹੜੀ ਮਤਲਬ ਕਿ ਕਰਦੇ ਸੀ? ਉਹ ਗਰੁੱਪ 'ਚ ਬਾਈ ਜੀ ਐਡ ਹੁੰਦੇ ਨੇ ਜਦੋਂ ਹਾਂਜੀ। ਸਭ ਤੋਂ ਪਹਿਲਾਂ ਆਪਾਂ ਵੀ ਜਿਹੜਾ ਨਵੇਂ ਬੰਦੇ ਨੂੰ ਵੀ ਐਡ ਕਰਦੇ ਜਾਂ ਜਦੋਂ ਮੈਂ ਵੀ ਐਡ ਬਾਈ ਨੇ ਇਹ ਚੀਜ਼ ਦੱਸੀ ਸੀ ਇਹ ਗਰੁੱਪ ਨਾਲ ਜਦੋਂ ਅਟੈਚ ਹੋ ਗਿਆ ਆਪਾਂ ਨਸ਼ਾ ਤਾਂ ਛੱਡਣਾ ਹੀ ਛੱਡਣਾ। ਚੋਰੀ, ਹਾਂਜੀ ਠੱਗੀ, ਹਾਂਜੀ ਝੂਠ ਤੇ ਗੁੱਸਾ ਹਾਂਜੀ। ਇਹ ਚੀਜ਼ਾਂ ਵੀ ਤਿਆਗੋ ਨਸ਼ੇ ਦੇ ਨਾਲ। ਮਤਲਬ ਹਾਂਜੀ। ਇੱਕ ਮੋਟੀਵੇਸ਼ਨ ਕਰਦੇ ਸੀ ਕਿਸ ਤਰ੍ਹਾਂ ਆਪਾਂ ਆਪਦੀਆਂ ਉਹਨਾਂ ਚੀਜ਼ਾਂ ਤੇ ਕਾਬੂ ਪਾ ਸਕਦੇ, ਗੁੱਸੇ ਤੇ ਕਾਬੂ ਪਾਉਣਾ ਸੀ ਕਿ ਹਨਾ ਆਪਣੇ ਲਾਲਚ ਜਾਂ ਕੋਈ ਹਾਂਜੀ, ਹਾਂਜੀ। ਜਿਹੜੀਆਂ ਆਪਣੀਆਂ ਬੁਰੀਆਂ ਆਦਤਾਂ ਬੁਰੀਆਂ ਉਹਨਾਂ ਤੋਂ ਕਿਵੇਂ ਕਿਸੇ ਕਿਸੇ ਦੀ ਕਾਬੂ ਕਿਸੇ ਪਾਉਣਾ ਦੀ ਕੋਈ ਸੀ। ਹੁੰਦੀ ਹੈ, ਹਾਂਜੀ ਕਿਸੇ ਦੀ ਕੋਈ ਬੁਰੀ ਆਦਤ ਹੁੰਦੀ ਹੈ ਹਾਂਜੀ ਹਾਂਜੀ ਉਹ ਚੀਜ਼ਾਂ ਤੇ ਕਾਬੂ ਪਾਉਣਾ। ਤੇ ਉਸ ਗਰੁੱਪ 'ਚ ਬਾਈ ਜੀ ਇੱਕ ਹੋਰ ਚੀਜ਼ ਆ ਵੀ ਹਰੇਕ ਗਰੁੱਪ ਮੈਂਬਰ ਆ ਜਿਹੜਾ ਦਿਨ 'ਚ ਜੋ ਵੀ ਉਹਦੇ ਨਾਲ ਕੋਈ ਹੋਇਆ ਜਾਂ ਕੁਝ ਸਿੱਖਿਆ ਜਾਂ ਕੋਈ ਗਲਤੀ ਹੋਈ ਆ ਸ਼ਾਮ ਨੂੰ ਉਹ ਗਰੁੱਪ 'ਚ ਸ਼ੇਅਰ ਕਰਦਾ ਬਾਈ ਜੀ। ਜੋ ਵੀ ਮਤਲਬ ਕਿ ਕਿਸੇ ਬੰਦੇ ਨਾਲ ਘਟਨਾ ਹੁੰਦੀ ਆ ਹਾਂਜੀ ਉਹ ਉਸ ਗਰੁੱਪ ਦੇ ਵਿੱਚ ਸ਼ੇਅਰ ਸ਼ੇਅਰ ਹੁੰਦੀ ਹੈ ਸ਼ਾਮ ਨੂੰ। ਹਾਂਜੀ ਕੋਈ ਘਟਨਾ ਉਹ ਇਸ ਤਰ੍ਹਾਂ ਕਿਸੇ ਨਸ਼ੇੜੀ ਬੰਦੇ ਦੀ ਹੁੰਦੀ, ਮੈਂ ਜੇ ਨਸ਼ਾ ਕੀਤਾ ਜਾਂ ਉਦਾਂ ਹੁੰਦੇ ਮੈਂ ਅੱਜ ਇਸ ਚੀਜ਼ ਤੋਂ ਬਚਿਆ ਜਾਂ ਕੀ ਕੀਤਾ। ਹਾਂਜੀ ਬਚਿਆ ਵੀ ਲਾ ਲਓ ਵੀ ਇਹ ਚੀਜ਼ ਤੋਂ ਮੈਂ ਬਚਿਆ ਵੀ ਕੋਈ ਮੈਨੂੰ ਕੋਈ ਪੁਰਾਣਾ ਕੋਈ ਸੱਜਣ ਮਿੱਤਰ ਮਿਲ ਗਿਆ ਸੀਗਾ ਉਹਨੇ ਮੈਨੂੰ ਜ਼ੋਰ ਲਾਇਆ ਪਰ ਮੈਂ ਉਹ ਚੀਜ਼ ਨਹੀਂ ਗਿਆ ਨਹੀਂਗਾ। ਤੇ ਜਾਂ ਲਾ ਲਓ ਵੀ ਕੋਈ ਸਿੱਖਣ ਨੂੰ ਕਿਸੇ ਤੋਂ ਮਿਲਿਆ ਮੈਨੂੰ ਵੀ ਕੋਈ ਬੰਦਾ ਇਹ ਜਿਹਾ ਟੱਕਰ ਉਹਨੇ ਮੈਨੂੰ ਗੱਲਾਂ ਜਿਹੜੀਆਂ ਸਿਖਾਈਆਂ ਉਹ ਮੈਂ ਸ਼ੇਅਰ ਕੀਤੀਆਂ ਸੀ। ਹਾਂ ਇਹ ਚੀਜ਼ਾਂ ਮਤਲਬ ਕਿ ਆਪਾਂ ਜਿੰਨਾ ਮਰਜ਼ੀ ਜ਼ਿੰਦਗੀ ਦੇ ਵਿੱਚ ਜ਼ੋਰ ਲਾਈਏ ਹਨਾ ਵੀ ਹਰ ਟਾਈਮ ਮੋਟੀਵੇਸ਼ਨਲ ਰਹਿਣਾ ਹਾਂਜੀ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਦੂਸਰੇ ਲੋਕਾਂ ਦੀ ਵੀ ਐਗਜ਼ਾਮਪਲ ਦੀ ਲੋੜ ਪੈਂਦੀ ਹੈ। Example ਦੀ। ਤਾਂ ਮੇਰੇ ਖਿਆਲ ਇਹ ਬਹੁਤ ਹੀ ਵਧੀਆ ਗਰੁੱਪ ਆ ਜਿਹਦੇ ਵਿੱਚ ਮਤਲਬ ਕਿ ਹਰ ਬੰਦੇ ਨਾਲ ਨਵੀਂ ਘਟਨਾ ਹੁੰਦੀ ਆ, ਕੋਈ ਨਵੀਂ ਸਿੱਖਿਆ ਮਿਲਦੀ ਆ ਹਨਾ, ਨਵੀਂ ਕਹਾਣੀ ਮਿਲਦੀ ਆ। ਹਰ ਟਾਈਮ ਆਪਣੇ ਆਪ ਦੇ ਵਿੱਚ ਆਪਾਂ ਜੋਸ਼ ਭਰ ਕੇ ਰੱਖਦੇ ਹਾਂ ਕਿ ਹਾਂ ਮੈਂ ਵੀ ਇਹਨਾਂ ਵਾਂਗੂ ਬਚਿਆ ਇਹਨਾਂ ਚੀਜ਼ਾਂ ਦੇ ਹਨਾ, ਵੀ ਹੋਰ ਬੰਦੇ ਬਚ ਰਹੇ ਆ ਇਹਨਾਂ ਚੀਜ਼ਾਂ ਤੋਂ ਜਾਂ ਜਵਾਨੀ ਆਪਣੇ ਪੰਜਾਬ ਦੀ ਨਿਕਲ ਰਹੀ ਹੈ ਨਸ਼ਿਆਂ ਤੋਂ ਬਾਹਰ। ਹਾਂਜੀ ਤਾਂ ਇਸ ਤਰ੍ਹਾਂ ਮਤਲਬ ਕਿ ਤੁਸੀਂ ਇਸ ਗਰੁੱਪ ਨਾਲ ਵੀ ਜੁੜੇ ਹੋਏ ਹੋ ਤੇ ਅੱਗੇ ਤੁਸੀਂ ਵੀ ਕੋਈ ਉਦਮ ਕਰਦੇ ਹੋ ਮਤਲਬ ਕਿ ਲੋਕਾਂ ਨੂੰ ਹੋਰਾਂ ਨੂੰ ਮਤਲਬ ਕਿ ਇਸ ਲਈ ਸਮਝਾਉਂਦੇ ਹੋ ਵੀ ਹਾਂ ਨਸ਼ੇ ਤੋਂ ਛੱਡੋ। ਹਾਂਜੀ ਬਾਈ ਜੀ ਪਹਿਲਾਂ ਤਾਂ ਮੈਂ ਨਾ ਕਿਉਂਕਿ ਜਦੋਂ ਪ੍ਰੈਕਟਿਸ ਬਾਈ ਦੀ ਵੀਡੀਓ ਦੇਖੀ ਮੈਂ ਸਵੇਰ ਅਗਲੇ ਦਿਨ ਹੀ ਪ੍ਰੈਕਟਿਸ ਲਾਉਣ ਉੱਠਿਆ ਪ੍ਰੈਕਟਿਸ ਲਾਉਣ ਵਾਸਤੇ। ਮੇਰੇ ਤੋਂ ਮੇਰਾ ਖੇਤ ਆ ਜਿਹੜਾ 2-2.5 ਕਿਲੋਮੀਟਰ ਪਹਿਲਾਂ ਤਾਂ ਤੁਰ ਕੇ ਜਾਂਦਾ ਹੁੰਦਾ ਸੀ 2-4 ਦਿਨ ਫਿਰ ਹੌਲੀ ਹੌਲੀ ਜੋਗਿੰਗ ਕਰਕੇ ਜਾਣ ਲੱਗਾ। 10-15 ਦਿਨ ਤਾਂ ਮੈਂ ਬਾਈ ਜੀ ਇਕੱਲਾ ਜਾਂਦਾ ਰਿਹਾ। ਫਿਰ ਹੌਲੀ ਹੌਲੀ ਦੇਖ ਕੇ ਜਦੋਂ ਵੀ ਕੁਛ ਮੇਰੇ ਛੋਟੇ ਭਰਾ ਜਿਹੜੇ ਇੱਥੇ ਪਿੰਡ 'ਚ ਸੀਗੇ ਉਹਨਾਂ ਨੂੰ ਪਤਾ ਲੱਗਿਆ ਵੀ ਇਕੱਲਾ ਮਿਹਨਤ ਲਾਉਣ ਜਾਂਦਾ ਤੇ ਉਹ ਮੇਰੇ ਨਾਲ ਜੁੜਦੇ ਗਏ ਬਾਈ ਜੀ 1-2-3 ਐ ਹੁੰਦੇ ਹੁਣ ਮੇਰੇ ਨਾਲ ਵੀ ਬਾਈ ਜੀ 17-18 ਮੁੰਡੇ ਆ ਵਿੱਚ ਬੱਚੇ ਵੀ ਛੋਟੇ। ਕਿੱਥੇ ਬਾਈ ਜੀ ਪਹਿਲਾਂ ਮੇਰੇ ਤੋਂ ਨਫ਼ਰਤ ਕਰਦੇ ਹੁੰਦੇ ਸੀਗੇ ਵੀ ਮੂੰਹ ਪਾਸੇ ਕਰ ਲੈਂਦੇ ਸੀ ਵੀ ਕੋਈ ਤਰ੍ਹਾਂ ਆਉਂਦਾ ਜਾਂ ਆਪਣੇ ਬੱਚਿਆਂ ਨੂੰ ਦੂਰ ਕਰ ਲੈਂਦੇ ਸੀ ਵੀ ਇਹ ਕੋਈ ਤਰ੍ਹਾਂ ਨਸ਼ੇ ਤੇ ਲਾਓ ਇਹਦੇ ਕੋਲ ਨਹੀਂ ਖੜਨਾ। ਕੁੱਟਦੇ ਵੀ ਸੀ ਆਪਦੇ ਜਵਾਕਾਂ ਨੂੰ ਵੀ ਉਹਦੇ ਕੋਲ ਬਹੁਤ ਖੜਾ। ਮੇਰੇ ਖਿਆਲ ਇਹ ਪੰਜਾਬ ਦਾ ਆਪਣਾ ਸ਼ਾਇਦ ਪਹਿਲੇ ਹੀ ਪਿੰਡ ਹੋਊਗਾ ਜਿੱਥੇ ਮਤਲਬ ਕਿ ਤੁਹਾਡਾ ਸਾਥ ਦਿੱਤਾ ਗਿਆ। ਹਾਂਜੀ ਪਿੰਡ ਨੇ ਬਹੁਤ ਸਾਥ ਦਿੱਤਾ ਜੀ ਸਾਰੇ ਪਿੰਡ ਦਾ ਮੈਂ ਇਸ ਗੱਲੋਂ ਬਹੁਤ ਧੰਨਵਾਦ ਕਰਦਾ। ਜਦੋਂ ਮੈਂ ਸਹੀ ਹੋਇਆ ਉਹਨਾਂ ਨੇ ਆਪਦੇ ਮੈਨੂੰ ਇੱਕ ਤਰ੍ਹਾਂ ਦਾ ਹੌਸਲਾ ਦਿੱਤਾ ਵੀ ਪੁੱਤ ਤੂੰ ਹੁਣ ਸਹੀ ਹੈ ਤੇ ਸਾਡੇ ਬੱਚਿਆਂ ਨੂੰ ਨਾਲ ਲਿਆ ਕਰ ਕਿਉਂਕਿ ਸਾਰੇ ਦੇਖੋ ਜੀ 14-13 ਤੋਂ ਲੈ ਕੇ 20-21 ਸਾਲ ਦੇ ਵਿੱਚ ਵਿੱਚ ਆ ਸਾਰੇ ਤੇ ਇਹੀ ਥੋੜਾ ਜਿਹਾ ਟਾਈਮ ਹੁੰਦਾ ਜਿੱਥੇ ਵੀ ਬੱਚੇ ਦਾ ਪੈਰ ਫਿਸਲਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਸਹੀ ਕੀ ਹੈ ਤੇ ਗਲਤ ਕੀ ਹੈ ਇਹ ਚੀਜ਼ਾਂ ਦਾ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਕੋਈ ਵੀ ਆਪਣੇ ਪਿੰਡ ਜਿਹੜਾ ਹੈਗਾ ਆਪਣਾ ਮੋਗੇ ਦੇ ਵਿੱਚ ਪੈਂਦਾ ਹੈਗਾ ਪਿੰਡ ਖਿੜਕੀਆਂ ਮੁਕਤਸਰ ਦੇ ਵਿੱਚ ਤੇ ਤੁਸੀਂ ਕੋਈ ਵੀ ਆਪਣਾ ਉੱਥੋਂ ਦਾ ਰਿਸ਼ਤੇਦਾਰ ਕੋਈ ਪਤਾ ਕਰਨਾ ਚਾਹਣਾ ਤਾਂ ਆਪਣੇ ਵੀਰ ਬਾਰੇ ਪਤਾ ਕਰ ਸਕਦਾ। ਇਹ ਨਹੀਂ ਕਿ ਵੀ ਅਸੀਂ ਇੱਥੇ ਬੈਠੇ ਹਾਂ ਜਾਂ ਕੋਈ ਝੂਠ ਬੋਲ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਹਾਂ ਤਾਂ ਹਰ ਇੱਕ ਦੇ ਲਿੰਕ ਹੁੰਦੇ ਹਰ ਇੱਕ ਪਿੰਡ ਨਾਲ ਕਿਤੇ ਨਾ ਕਿਤੇ ਤਾਂ ਤੁਸੀਂ ਕਿਤੇ ਵੀ ਬੇਝਿਜਕ ਇਹਨਾਂ ਬਾਰੇ ਪਤਾ ਕਰ ਸਕਦੇ ਹੋ ਹਨਾ ਵੀ ਕਿਸ ਤਰ੍ਹਾਂ ਇਹਨਾਂ ਨੇ ਨਸ਼ਾ ਛੱਡਿਆ ਜਾਂ ਇਹ ਅੱਜ ਨਸ਼ਾ ਛੱਡ ਚੁੱਕਿਆ ਜਾਂ ਉਦਾਂ ਹੀ ਮਤਲਬ ਕਿ ਇੱਥੇ ਫੇਮ ਦੇ ਲਈ ਬੈਠੇ ਆ। ਸਾਡਾ ਕੰਮ ਆ ਇੱਥੇ ਕਿਸੇ ਨੂੰ ਫੇਮ ਦੇਣਾ ਜਾਂ ਕਿਸੇ ਦੀ ਫੇਮ ਦੇ ਲਈ ਨਹੀਂ ਆ। ਸਾਡਾ ਮਕਸਦ ਇਹੀ ਹੈ ਵੀ ਨਸ਼ੇ ਦੇ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਕੱਢਿਆ ਜਾਵੇ ਸਾਰਿਆਂ ਨੂੰ ਬਾਹਰ। ਤਾਂ ਮਤਲਬ ਕਿ ਤੁਸੀਂ ਪਹਿਲੇ ਦਿਨ ਸਟਾਰਟ ਕੀਤੀ ਪਹਿਲੇ ਦਿਨ ਮੇਰੇ ਖਿਆਲ ਉੱਥੇ ਗਰਾਊਂਡ ਤੱਕ ਜਾਣਾ ਜਾਂ ਕਿਤੇ ਵੀ ਜਾਣਾ ਤੁਹਾਡਾ ਮਤਲਬ ਪਹਿਲਾਂ ਬਹੁਤ ਮੁਸ਼ਕਲ ਲੱਗਦਾ ਸੀ। ਮੁਸ਼ਕਲ ਹਾਂਜੀ ਆਉਂਦੀ ਹੈ ਮੁਸ਼ਕਲਾਂ ਤਾਂ ਆਉਂਦੀਆਂ ਕਿਉਂਕਿ ਇੰਨਾ ਟਾਈਮ ਸਰੀਰ ਦੇ ਵਿੱਚ ਕੀ ਕੁਝ ਹੰਡਾਇਆ ਭੰਨਿਆ ਇੱਕ ਹਿਸਾਬ ਦਾ ਤੋੜਿਆ ਸਰੀਰ ਪਿਆ ਸੀ ਬਹੁਤ ਕਮਜ਼ੋਰੀ ਆ ਜਾਂਦੀ ਸੀ ਬਾਈ ਜੀ। ਤੇ ਪਰ ਉਹ ਚੀਜ਼ ਨੂੰ ਮੈਂ ਥੋੜਾ ਜਿਹਾ ਪੋਜ਼ਿਟਿਵ ਲਈ ਉਹ ਚੀਜ਼ ਪੋਜ਼ਿਟਿਵ ਐ ਲਈ ਬਾਈ ਜੀ ਵੀ ਮੈਂ ਸੋਚਿਆ ਵੀ ਮਨਾਂ ਜਦੋਂ ਤੂੰ
ਜਿਹੜੀ ਚੀਜ਼ ਤੋਂ ਤੂੰ ਬਚ ਨਹੀਂ ਸਕਦਾ ਸੀਗਾ ਹਾਂਜੀ। ਵੀ ਤੈਨੂੰ ਐਸੇ ਨਸ਼ਾ ਛੱਡਤਾ ਤਾਂ ਮੈਂ ਮਰ ਜੂ, ਜਦੋਂ ਉਹ ਛੁੱਟ ਗਈ ਹਾਂਜੀ। ਤੇ ਲੱਤਾਂ ਬਾਹਾਂ ਦੁਖਣਾ ਕਿੰਨੀ ਕੁ ਚੀਜ਼ ਹਾਂਜੀ ਵੀ ਇਹ ਤੇਰੇ ਵਾਸਤੇ ਕੋਈ ਵੱਡੀ ਚੀਜ਼ ਨਹੀਂ, ਹਾਂਜੀ। ਸਹਿਜ ਹੈ ਵੀ ਪੀੜ ਕੁਛ ਨਹੀਂ ਹੁੰਦਾ ਗਾ ਜਦੋਂ ਉਹ ਚੀਜ਼ ਤੂੰ ਛੱਡਦੀ ਹੈ। ਉਹ ਚੀਜ਼ ਨੂੰ ਮੈਂ ਪੋਜ਼ਿਟਿਵ ਲਿਆ ਬਈ, ਦੋ ਵੇ ਹੁੰਦੇ ਆ ਹਰੇਕ ਚੀਜ਼ ਦੇ। ਹਾਂਜੀ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕੋਈ ਗੱਲ ਨਹੀਂ, ਜਿਵੇਂ ਕਿਸੇ ਨੇ ਮੈਨੂੰ ਕਹਿਤਾ ਵੀ ਨਸ਼ੇੜੀ ਕਹਿਤਾ ਮੈਨੂੰ, ਹਾਂਜੀ ਦੋ ਮੇਰੇ ਕੋਲ ਆਪਸ਼ਨ ਆ, ਜਾਂ ਤਾਂ ਮੈਂ ਫੜ ਕੇ ਡਾਂਗ ਉਹਦਾ ਸਿਰ ਪਾ ਦੇਣਾ, ਹਾਂਜੀ। ਲੜਨ ਵਾਲੇ ਨਾਲ ਮੰਨ ਲਓ ਹਾਂਜੀ। ਗਾਲੀ ਯੂਜ਼ ਕਰਨੀ, ਇਹ ਜਾਂ ਉਹ ਚੀਜ਼ ਨੂੰ ਪੋਜ਼ਿਟਿਵ ਲਊਂਗਾ ਵੀ ਮੈਂ ਇਹਨੂੰ ਆਮਦੀ ਰਾਤ ਦੇ ਧੱਕਾ ਨਸ਼ੇੜੀ ਦਾ ਧੱਬਾ ਹਟਾਊਂਗਾ, ਸਹੀ ਬਣ ਕੇ ਦਿਖਾਊਂਗਾ, ਲਾ ਕੇ ਦਿਖਾਉਂਗਾ, ਲਾ ਕੇ ਇਸ ਕਰਕੇ ਦਿਖਾਊਂਗਾ। ਹਾਂਜੀ ਬਾਈ, ਤੇ ਮੈਂ ਇਹ ਚੀਜ਼ ਸਮਝਦਾ ਵੀ ਦੋ ਪਹਿਲੂ ਹੁੰਦੇ ਆ ਨੈਗੇਟਿਵ ਤੇ ਪੋਜ਼ਿਟਿਵ, ਹਮੇਸ਼ਾ ਪੋਜ਼ਿਟਿਵ ਲੈ ਕੇ ਚੱਲੋ, ਕਿਸੇ ਨਾਲ ਕੋਈ ਬਹਿਸ ਕੋਈ ਕਰਨ ਦੀ ਲੋੜ ਹੀ ਨਹੀਂ ਬਾਈ। ਆਪਦਾ ਚੁੱਪ ਕਰਕੇ ਥੋੜੀ ਮਿਹਨਤ ਬੋਲੇ, ਚੁੱਪ ਕਰਕੇ ਸੱਚੇ ਦਿਲੋਂ ਮਿਹਨਤ ਕਰੋ ਤੇ ਮਿਹਨਤ ਨਾਲ ਜਵਾਬ ਦਿਓ ਕਿਸੇ ਨੂੰ, ਜ਼ਬਾਨ ਨਾਲ ਨਾ ਦਿਓ ਬਾਈ। ਅਸਲੀ ਬੰਦਾ ਉਹੀ ਆ ਜੋ ਆਪਣੀ ਮਤਲਬ ਕਿ ਮਿਹਨਤ ਨਾਲ ਆਪਣਾ ਕੁਝ ਕਰਕੇ ਦਿਖਾਉਂਦਾ ਹਨਾ, ਤੇ ਜ਼ਬਾਨ ਨਾਲ ਮਤਲਬ ਕਿ ਜਿੰਨਾ ਆਪਾਂ ਜਵਾਬ ਦੇਣਾ ਚਾਹੋਗੇ ਉਸ ਤੇ ਲੜਾਈ ਝਗੜਾ ਹੀ ਲੜਾਈ ਝਗੜਾ ਹੀ। ਹਾਂਜੀ ਹਾਂਜੀ। ਤਾਂ ਉੱਧਰੋਂ ਹਮੇਸ਼ਾ ਹਾਂਜੀ। ਲੋਕਾਂ ਨੂੰ ਕੁਝ ਨਾ ਕੁਝ ਕਰਕੇ ਦਿਖਾਓ, ਕੁਝ ਨਾ ਕੁਝ ਬਣ ਕੇ ਦਿਖਾਓ। ਤੇ ਇਸ ਤਰ੍ਹਾਂ ਮਤਲਬ ਤੁਹਾਡਾ ਜਿਹੜਾ ਜਦੋਂ ਗਰਾਊਂਡ ਦਾ ਰੁਝਾਨ ਹੋ ਗਿਆ ਹਨਾ, ਮਤਲਬ ਕਿ ਕ੍ਰਿਕਟ ਦੇ ਵਿੱਚ ਖੇਡਣ ਲੱਗ ਗਏ, ਹਾਂਜੀ। ਤਾਂ ਅੱਜ ਤੁਸੀਂ ਮਤਲਬ ਕਿ ਕੀ ਫੀਲ ਕਰਦੇ ਹੋ, ਮਤਲਬ ਕਿ ਜਦੋਂ ਘਰੇ ਜਾਂਦੇ ਹੋ ਹਨਾ, ਜਾਂ ਆਪਣੀ ਬੇਟੀ ਨੂੰ ਮਿਲਦੇ ਹੋ, ਜਾਂ ਘਰ ਵਾਲੀ ਨੂੰ ਮਿਲਦੇ ਹੋ, ਜਾਂ ਮਾਂ ਨੂੰ ਮਿਲਦੇ ਹੋ, ਤਾਂ ਮੇਰੇ ਖਿਆਲ 'ਚ ਸਭ ਤੋਂ ਪਹਿਲਾਂ ਤਾਂ ਨਜ਼ਰਾਂ ਮਿਲਾ ਕੇ ਹੀ ਤੁਸੀਂ ਘਰੇ ਵੜਦੇ ਹੋ। ਹਾਂਜੀ ਬਾਈ ਜੀ, ਹਾਂਜੀ। ਇਹ ਤੁਹਾਨੂੰ ਮੈਂ ਦੱਸਦਾ ਵੀ ਅੱਗੇ ਦੇਖੋ ਵੀ ਰੋਟੀ ਮੈਂ ਨਸ਼ੇ 'ਚ ਹੁੰਦਾ ਸੀ, ਕਦੇ ਰੋਟੀ ਖਾਣੀ ਨਹੀਂ ਖਾਣੀ, ਹੁਣ ਸਾਰਾ ਪਰਿਵਾਰ ਬਾਈ ਜੀ ਇੱਕ ਥਾਂ ਬਹਿ ਕੇ ਰੋਟੀ ਖਾਂਦੇ, ਹਾਸਾ ਖੇਡਾ ਹੁੰਦਾ, ਉਧਰੋਂ ਚਾਚੇ ਚਾਚੀਆਂ ਵੀ ਆਪਣੇ ਘਰੇ ਹੁੰਦੇ ਜਾਂ ਅਸੀਂ ਉਧਰ ਚਲੇ ਜਾਂਦੇ, ਕਿਉਂਕਿ ਬਾਰੀਆਂ ਰੱਖੀਆਂ ਇੱਕ ਦੂਜੇ ਦੇ ਘਰ। ਸ਼ਾਮ ਨੂੰ ਸਾਡਾ ਅਕਸਰ ਹਾਸਾ ਠੱਠਾ ਚੱਲਦਾ ਰੋਜ਼। ਅੱਗੇ ਮੈਂ ਤਾਂ ਡੱਕ ਕੇ ਘਰੇ ਅੰਦਰ ਪੈ ਰਹਿੰਦਾ, ਕੋਈ ਆਉਂਦਾ ਨਹੀਂ ਜਾਂਦਾ ਨਹੀਂ ਸੀ ਘਰੇ ਬਾਈ ਜੀ। ਤੇ ਹੁਣ ਇੰਨਾ ਕੁ ਸਵਰਗ ਬਣਿਆ ਬਾਈ ਜੀ, ਤੇ ਵੀ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਆਉਣਾ ਹੈ। ਤੇ ਪਹਿਲਾਂ ਤਾਂ ਐਵੇਂ ਬਸ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਨੀਂਦ ਹੀ ਤੁਰੇ ਫਿਰੇ, ਜਾਗੇ ਹੀ ਨਹੀਂ। ਮੇਰੇ ਖਿਆਲ 'ਚ ਜਦੋਂ ਘਰੇ ਪਹੁੰਚਦੇ ਹੋਗੇ, ਤੁਹਾਨੂੰ ਬੇਟੀ ਭੱਜ ਕੇ ਬੁਲਾਉਂਦੀ ਹੋ, ਤਾਂ ਉਹ ਅਹਿਸਾਸ ਮੇਰੇ ਖਿਆਲ ਇੱਕ ਆਮ ਬੰਦਾ ਹੀ ਮਹਿਸੂਸ ਕਰ ਸਕਦਾ ਵਾ, ਕੋਈ ਮੇਰੇ ਖਿਆਲ ਨਸ਼ੇ ਵਾਲਾ ਬੰਦਾ ਜਾਂ ਹੋਰ ਕੋਈ ਨਹੀਂ ਕਰ ਸਕਦਾ ਪਹਿਲਾਂ, ਕਿਉਂਕਿ ਉਹ ਕਈ ਵਾਰੀ ਫੋਨ ਨਾ ਮੈਨੂੰ ਮੈਂ ਜਾ ਵੜਦਾ ਸੀਗਾ ਬਾਹਰ ਅੰਦਰ ਜਿੱਥੇ, ਉਹ ਫੋਨ ਕਿਉਂਕਿ ਮੇਰੀ ਮਿਸਿਸ ਉਹਦੇ ਕੰਨ ਨੂੰ ਲਾ ਦਿੰਦੀ ਸੀ ਫੋਨ ਬੇਟੀ ਨੂੰ, ਪਾਪਾ ਕਿੱਥੇ ਹੋ, ਮੈਂ ਅੱਗੋਂ ਭੱਜ ਕੇ ਪੈਣਾ, ਕੀ ਗੱਲ ਆ, ਆਉਣਾ ਮੈਂ। ਤੇ ਹੁਣ ਜਦੋਂ ਮੈਨੂੰ ਦੇਖ ਲੈਂਦੀ ਆ ਉਹ, ਤੇ ਪੂਰਾ ਚਾਅ ਚੜ੍ਹਦਾ, ਮੈਂ ਭੱਜ ਕੇ ਫਿਰ ਵੱਖਰੀ ਰੋਜ਼ ਆ ਮੇਰਾ, ਜਦੋਂ ਮੈਂ ਸੁਬਾਹ ਵੀ ਆਉਣਾ ਮਿਹਨਤ ਲਾ ਕੇ ਆਉਂਦਾ, ਡੈਡੂ ਆ ਜਾਓ ਤੁਸੀਂ ਚਾਹ ਪੀ ਲਓ, ਬਿਸਕੁਟ ਖਾ ਲਓ, ਜਾਂ ਇਦਾਂ ਖਾਈ ਜਾਂਦੀ ਹੁੰਦੀ ਸੁਬਾਹ, ਤੇ ਜਾਂ ਸ਼ਾਮ ਨੂੰ ਵੀ ਡੈਡੂ ਆ ਜਾਓ ਰੋਟੀ ਖਾਈਏ ਆਪਾਂ। ਤੇ ਉਹ ਚੀਜ਼ ਦਾ ਫਰਕ ਪੈ ਗਿਆ। ਇੱਕ ਮੈਂ ਨਾ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਣਾ ਪ੍ਰੈਕਟਿਸ ਲਾਉਣ ਦੀਆਂ ਸੁਬਾਹ ਖੇਤ 'ਚ, ਤੇ ਉਹ ਦੇਖਦੀ ਰਹਿੰਦੀ ਆ, ਉਹ ਦੇਖ ਕੇ ਉਹ ਕਦੇ ਤਾਂ ਹੁਣ ਡੰਡ ਲਾਉਣ ਲੱਗ ਗਈ, ਉਹ ਤਾਂ ਮੇਰੀ ਰੀਸ ਕਰਦੀ ਆ, ਕਦੇ ਯੋਗਾ, ਤੇ ਕਦੇ ਕੋਈ ਜਿਵੇਂ ਛਾਲਾਂ ਲਾਉਣ ਲੱਗ ਗਈ, ਵੀ ਜਾਣੀ ਕਿ ਉਹ ਹੁਣ ਆਪਣੇ ਤੇ ਹੁੰਦਾ ਬਾਈ ਜੀ, ਆਪਣੇ ਬੱਚੇ ਨੂੰ ਆਪਾਂ ਕਿਹੜੀ ਲੈਣ ਦੀ ਜਿਹੜੀ ਚੀਜ਼ ਆਪਾਂ ਕਰਾਂਗੇ ਉਹੀ ਆਪਣੇ ਬੱਚੇ ਨੇ ਗਾਂ ਸਿੱਖਣੀ ਹੈ ਬਾਈ। ਮਤਲਬ ਕਿ ਕਿਤੇ ਨਾ ਕਿਤੇ ਬੱਚੇ ਨੂੰ ਮੇਰੇ ਖਿਆਲ ਅਹਿਸਾਸ ਹੋ ਗਿਆ ਸੀ ਵੀ ਸ਼ਾਇਦ ਮੇਰਾ ਡੈਡੀ ਹੈ ਜਿਹੜਾ ਹੁਣ ਸੁਧਰ ਚੁੱਕਿਆ, ਜਾਂ ਬਹੁਤ ਵਧੀਆ ਲਾਈਨ ਤੇ ਪੈ ਚੁੱਕਿਆ। ਤੁਹਾਡੇ ਖੁਦ ਦੇ ਬੱਚੇ ਮਤਲਬ ਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਨਸ਼ੇ ਦੇ ਵਿੱਚ ਤੁਹਾਡੇ ਖੁਦ ਦੇ ਬੱਚੇ ਤੁਹਾਡੇ ਨਾਲ ਮੋਹ ਤੋੜ ਜਾਂਦੇ ਆ, ਹਨਾ, ਕਿਤੇ ਨਾ ਕਿਤੇ ਤੁਹਾਡੇ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਵੀ ਸ਼ਾਇਦ ਸਾਡੇ ਪਿਓ ਦੀ ਡਿਊਟੀ ਨਹੀਂ ਨਿਭਾ ਰਿਹਾ, ਡਰਨ ਲੱਗ ਜਾਂਦੇ। ਕਿਉਂਕਿ ਪਹਿਲਾਂ ਆਏ ਸੀ ਜੇ ਮੈਂ ਘਰੇ ਆ ਕੇ ਮਾੜਾ ਜਿਹਾ ਬੁਲਾਉਂਦਾ ਸੀ ਤਾਂ ਜਾਨੀ ਜਿਵੇਂ ਆਪਾਂ ਕਹਿੰਦੇ ਬੱਚਾ ਕੰਬਣ ਨਹੀਂ, ਡਰ ਜਾਂਦਾ, ਸਹਿ ਨਹੀਂ ਜਾਂਦਾ, ਉਹਦੀ ਮੰਮੀ ਦੀ ਬੁੱਕਲ ਜਾ ਕੇ ਐ ਹੋ ਜਾਂਦੀ ਸੀ, ਕਿਉਂਕਿ ਮੈਂ ਘਰੇ ਕਲੇਸ਼ ਰਾਜ ਉੱਚੀ ਬੋਲਦਾ ਸੀ। ਉਹਦੇ ਦਿਮਾਗ 'ਚ ਪਹਿਲਾਂ ਇਹੀ ਡਰ ਬੈਠਾ ਸੀ ਵੀ ਡੈਡੀ ਆ ਗਿਆ ਹੁਣ ਉੱਚੀ ਬੋਲੂਗਾ, ਮੇਰੀ ਮੰਮੀ ਨੂੰ ਬੋਲੂਗਾ, ਆਪਦੀ ਦਾਦੀ ਨੂੰ ਕੁਝ ਕਹੂਗਾ, ਉਹ ਚੀਜ਼ ਸਹਿਮੀ ਪਈ ਸੀ ਉਹ। ਪਰ ਹੁਣ ਬਾਈ ਉਹ ਹਾਸਾ ਖੇਡਾ ਸਾਰਾ ਐ ਜਮਾ ਸਵਰਗ ਬਣਿਆ ਵੀ ਪਰਮਾਤਮਾ, ਮੈਂ ਤਾਂ ਇਹੀ ਮੰਗਦਾ ਵੀ ਜਿਹੜੇ ਭਰਾ ਮੇਰੇ ਇਸ ਦਲਦਲ 'ਚ ਬਾਈ ਨਿਕਲੋ ਤੇ ਫਿਰ ਅਹਿਸਾਸ ਕਰਿਓ ਜੀ ਕਿੰਨਾ ਸਕੂਨ ਮਿਲਦਾ ਬਾਈ ਜੀ। ਮਤਲਬ ਕਿ ਉਹ ਇੱਕ ਗਲਤ ਫਹਿਮੀ ਤੁਰੇ ਫਿਰਦੇ ਕਿ ਸਾਨੂੰ ਖਾਣੀ ਨਸ਼ੇ ਨਾਲ ਸਕੂਨ ਮਿਲ ਰਿਹਾ, ਨਸ਼ੇ ਨਾਲ ਖੁਸ਼ੀ ਮਿਲ ਰਹੀ ਆ, ਤਾਂ ਮੇਰੇ ਖਿਆਲ 'ਚ ਕਹਿਣਾ ਕਿ ਉਹ ਤੁਹਾਡੀ ਗਲਤ ਫਹਿਮੀ ਆ। ਅਸਲੀ ਜਿਹੜਾ ਸਕੂਨ ਆ, ਅਸਲੀ ਜਿਹੜਾ ਪਿਆਰ ਆ, ਉਹ ਤੁਹਾਡੇ ਪਰਿਵਾਰ ਤੋਂ ਮਿਲ ਸਕਦਾ, ਕਿਸੇ ਯਾਰ ਦੋਸਤ ਤੋਂ ਨਹੀਂ ਮਿਲ ਸਕਦਾਗਾ। ਤਾਂ ਬਾਕੀ ਮੇਰਾ ਵੀਰ ਆ ਜਿਹੜਾ ਇਹ ਨਸ਼ੇ ਛੱਡੇ ਆ, ਇਹਨੇ ਕਿਸ ਤਰ੍ਹਾਂ ਤੁਹਾਡੇ ਨਾਲ ਬੀਤਿਆ ਹਨਾ, ਤੁਹਾਨੂੰ ਸਾਰੀ ਕਹਾਣੀ ਸੁਣਾ ਚੁੱਕਿਆ। ਜੇ ਤੁਹਾਡੇ ਦੇ ਵਿੱਚ ਵੀ ਕੋਈ ਨਸ਼ੇ ਛੱਡਣਾ ਚਾਹੁੰਦਾਗਾ ਜਾਂ ਕਿਸੇ ਤਰ੍ਹਾਂ ਦੀ ਮਦਦ ਲੈਣਾ ਚਾਹੁੰਦਾਗਾ, ਤਾਂ ਸਾਡਾ ਸੁਖਵੀਰ ਸਿੱਧੂ ਵੀਰ, ਉਹਦਾ ਨੰਬਰ ਤੁਹਾਨੂੰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ, ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਉਹਨਾਂ ਨਾਲ ਕਨੈਕਟ ਕਰ ਸਕਦੇ ਹੋ। ਉਹਨਾਂ ਨੂੰ ਤੁਸੀਂ ਫੋਨ ਕਰਨਾ ਤਾਂ ਮੇਰੀ ਇਹੀ ਬੇਨਤੀ ਹੈ ਵੀ ਸ਼ਾਇਦ ਐਤਵਾਰ ਵਾਲੇ ਦਿਨ ਤੁਸੀਂ ਫੋਨ ਕਰੋ, ਕਿਉਂਕਿ ਉਹ ਉਸ ਦਿਨ ਵਿਹਲੇ ਹੁੰਦੇ ਆ, ਉਸ ਦਿਨ ਵੀ ਉਹਨਾਂ ਕੋਲ ਟਾਈਮ ਹੁੰਦਾ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਆ। ਤੇ ਬਾਕੀ ਮੈਂ ਜਾਂਦੇ ਹੋਏ ਆਪਣੇ ਵੀਰ ਨੂੰ ਕੁਝ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕੋਈ ਮੈਸੇਜ ਤੁਹਾਨੂੰ ਦੇਣਾ ਚਾਹੁੰਦੇ ਆ ਤਾਂ ਤੁਸੀਂ ਕੀ ਦੇਣਾ ਚਾਹੋਗੇ? ਮੈਸੇਜ ਤਾਂ ਬਾਈ ਜੀ ਇਹੀ ਹੈ ਮੇਰਾ, ਹੱਥ ਬੰਨ ਕੇ ਸਾਰੇ ਭਰਾਵਾਂ ਨੂੰ ਜਿਹੜੇ ਇਸ ਦਲਦਲ 'ਚ ਬਾਈ ਜੀ
ਵੀ ਇਸ 'ਚ ਕੁਛ ਨਹੀਂ ਰੱਖਿਆ। ਵੀ ਕਈ ਵਾਰੀ ਆਪਾਂ ਨਸ਼ੇ ਦੇ ਨਾਲ ਬਦਮਾਸ਼ੀ ਵਾਲਾ ਰਾਹ ਵੀ ਚੁਣ ਲੈਂਦੇ ਬਾਈ ਤੇ ਬਾਈ ਫਿਰ ਉਹ ਬਹੁਤ ਔਖਾ ਹੋ ਜਾਂਦਾ ਬਾਈ ਉਹ ਚੀਜ਼ ਤੋਂ, ਕਿਉਂਕਿ ਨਸ਼ੇ ਤੋਂ ਹਜੇ ਬੰਦਾ ਨਿਕਲ ਸਕਦਾ, ਚਾਂਸ ਹੁੰਦੇ ਆ, ਪਰ ਜਦੋਂ ਬਾਈ ਨਾਲ ਨਸ਼ੇ ਨਾਲ ਤੁਸੀਂ ਬਦਮਾਸ਼ੀ ਵਾਲਾ ਰਾਹ ਚੁਣ ਲੈਂਦੇ ਨਾ ਬਾਈ, ਉਹ ਤਾਂ ਫਿਰ ਪਤਾ ਹੀ ਆਪਾਂ ਹੁਣ ਸੁਣਦੇ ਆ ਵੀ ਲਾਸ਼ ਬਾਅਦ ਚੋਂ ਘਰੇ ਆਉਂਦੀ, ਮਾਵਾਂ ਤਰਸ ਜਾਂਦੀਆਂ ਬਾਈ ਜੀ ਵੀ ਇਹ ਚੀਜ਼ਾਂ ਨਸ਼ਾ ਛੱਡੋ, ਨਾਲੇ ਬਈ ਆ ਬਦਮਾਸ਼ੀਆਂ ਫੋਕੀ ਤੌਰ ਤਾਂ ਬਾਈ ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ ਭਰਾ ਮੇਰਾ। ਤੇ ਇੱਕ ਜ਼ਿੰਦਗੀ 'ਚ ਇੱਕ ਟੀਚਾ ਰੱਖ ਲਓ ਬਾਈ ਜੀ ਵੀ ਮੈਂ ਆਹ ਚੀਜ਼ ਕਰਨੀ ਹੈ ਤੇ ਇਹੀ ਕਰਨੀ ਹੈ, ਦਿਮਾਗ 'ਚ ਸਾਰਾ ਦਿਨ ਉਹੀ ਸੋਚੀ ਜਾਓ ਵੀ ਮੈਂ ਇੱਥੇ ਪਹੁੰਚਣਾ, ਇਸ ਗੋਲ ਤੇ ਮੈਂ ਪਹੁੰਚਣਾ। ਕੋਈ ਬਿਜ਼ਨਸ ਲਾ ਲਓ ਜਾਂ ਕੋਈ ਗੇਮ ਆ, ਕੋਈ ਜਿਮ ਆ, ਕਿਸੇ ਤਰ੍ਹਾਂ ਦਾ ਵੀ ਲਾ ਲਓ ਤੁਸੀਂ, ਵੀ ਉਹੀ ਚੀਜ਼ਾਂ ਆਪਦੇ ਕਮਰੇ 'ਚ, ਮੈਂ ਤਾਂ ਇੱਥੇ ਤੱਕ ਹੈਗਾ ਵੀ ਆਪਦੇ ਕਮਰੇ 'ਚ ਇੱਕ ਚਾਰਟ ਲਾ ਕੇ ਰੱਖੋ, ਉਹ ਤੇ ਲਿਖ ਕੇ ਰੱਖੋ ਆਪਦਾ ਗੋਲ। ਜਦੋਂ ਤੁਸੀਂ ਉੱਠੋ ਤੁਹਾਡੇ ਨਜ਼ਰ ਉਹ ਚੀਜ਼ ਤੇ ਪਵੇ ਪਹਿਲਾਂ ਉੱਠਣ ਸਾਰ ਵੀ ਹਾਂ ਮੈਂ ਆਹ ਚੀਜ਼ ਕਰਨੀ ਹੈ। ਹਾਂਜੀ ਵੀਰ ਜੀ ਨੇ ਬਹੁਤ ਸੋਹਣੀਆਂ ਗੱਲਾਂ ਨਾਲ ਤੁਹਾਨੂੰ ਸਮਝਾਇਆ ਹੈ ਨਾ ਵੀ ਕਿਸ ਤਰ੍ਹਾਂ ਆਪਾਂ ਇਸ ਚੀਜ਼ ਚੋਂ ਬਾਹਰ ਨਿਕਲ ਸਕਦੇ, ਕਿਸ ਤਰ੍ਹਾਂ ਉਹਦਾ ਏਮ ਕਰ ਸਕਦੇ ਹਾਂ ਨਾ। ਤੇ ਮੇਰੇ ਹਿਸਾਬ ਨਾਲ ਅਸਲੀ ਟੌਰ ਉਹੀ ਹੈ ਜੇ ਤੁਹਾਡੇ ਮਾਂ-ਬਾਪ ਦੇ ਵਿੱਚ, ਤੁਹਾਡੇ ਦੋਸਤਾਂ ਮਿੱਤਰਾਂ ਦੇ ਵਿੱਚ, ਤੁਹਾਡੇ ਭੈਣ ਭਾਈ ਦੇ ਵਿੱਚ, ਤੁਹਾਡੀ ਬੇਟੀ ਦੇ ਵਿੱਚ, ਤੁਹਾਡੇ ਬੱਚਿਆਂ ਦੇ ਵਿੱਚ ਜੇ ਤੁਹਾਡੀ ਨਜ਼ਰ 'ਚ ਤੁਹਾਡੀ ਇੱਜ਼ਤ ਆ ਨਾ ਤਾਂ ਅਸਲੀ ਹੀਰੋ ਤੁਸੀਂ ਹੋ। ਬਦਮਾਸ਼ੀ ਦੇ ਵਿੱਚ ਜਾਂ ਨਸ਼ੇ ਕਰਕੇ ਕੋਈ ਗੁੰਡਾਗਰਦੀ ਕਰਨ ਦੇ ਵਿੱਚ ਤੁਹਾਡੀ ਇੱਜ਼ਤ ਵਾਲਾ ਟਾਈਮ ਨਹੀਂ, ਉਹ ਕੋਈ ਇੱਜ਼ਤ ਹੀ ਨਹੀਂ, ਮੇਰੇ ਹਿਸਾਬ ਨਾਲ ਬੇਇੱਜ਼ਤੀ ਹੈ। ਤਾਂ ਤੁਹਾਡੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਸਾਡੇ ਲਈ ਇੰਨਾ ਸਮਾਂ ਸਾਡੀ ਵੀਡੀਓ ਦੇਖੀ ਹੈ ਨਾ। ਤੁਸੀਂ ਮੇਰੇ ਖਿਆਲ 'ਚ ਸਾਡੀ ਨਿੱਕੀ ਜਿਹੀ ਕੋਸ਼ਿਸ਼ ਆ, ਸ਼ਾਇਦ ਤੁਸੀਂ ਮੋਟੀਵੇਟ ਹੋ ਸਕੋ, ਸ਼ਾਇਦ ਕੋਈ ਨਾ ਕੋਈ ਮੇਰਾ ਵੀਰ, ਮੇਰਾ ਭਾਈ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕੇ ਸਾਡੇ ਇਹਨਾਂ ਕਦਮਾਂ ਕਰਕੇ। ਤਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਗਲੀ ਵਾਰ ਫਿਰ ਕਿਸੇ ਨਵੀਂ ਵੀਡੀਓ ਨਾਲ, ਨਵੇਂ ਕਿਸੇ ਸ਼ਖਸ ਨਾਲ ਮਿਲਾਂਗੇ ਜਿਹੜਾ ਨਸ਼ਾ ਛੱਡ ਚੁੱਕਿਆ ਹੋਊਗਾ। ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।